ਨੈਕਸਟ ਇਕਾਈ ਹੈਗੀ ਆ 7 ਸੰਘੀ ਸੰਸਦੀਆਂ ਸੰਮਤੀਆਂ ਯਾਨੀ ਕਿ ਕਮੇਟੀਜ਼ ਆਫ ਯੂਨੀਅਨ ਪਾਰਲੀਮੈਂਟ ਸੰਸਦੀ ਸੰਮਤੀ ਦਾ ਸੰਗਠਨ ਲੋਕ ਸਭਾ ਦੀਆਂ ਵੱਖ-ਵੱਖ ਸੰਮਤੀਆਂ ਦੇ ਕੰਮ ਵਿਧਾਨਕ ਸੰਮਤੀਆਂ ਦੇ ਕੰਮ ਵਿੱਤੀ ਸੰਮਤੀਆਂ ਸੰਯੁਕਤ ਸੰਮਤੀਆਂ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਜਟ ਪਾਸ ਕਰਨ ਦੀ ਪ੍ਰਕਿਰਿਆ ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਹੈਗਾ ਵਾ ਸੰਘੀ ਸੰਸਦ ਦੀਆਂ ਸੰਮਤੀਆਂ 2 and 10 ਵੈਰੀ ਇੰਪੋਰਟੈਂਟ ਕੁਐਸਚਨ ਆ ਕਹਿੰਦਾ ਕਿ ਭਾਰਤੀ ਸੰਵਿਧਾਨ ਦੇ ਕਿਸੇ ਵੀ ਅਨੁਛੇਦ ਵਿੱਚ ਸੰਮਤੀ ਪ੍ਰਣਾਲੀ ਦੇ ਗਠਨ ਅਤੇ ਕੰਮਾਂ ਨਾਲ ਸੰਬੰਧਿਤ ਬਿਊਰਾ ਨਹੀਂ ਹੈ। ਸੰਵਿਧਾਨ ਦੇ ਅਨੁਛੇਦ 118 ਵਿੱਚ ਸਧਾਰਨ ਤੌਰ ਤੇ ਕਿਹਾ ਗਿਆ ਹੈ ਕਿ ਸੰਸਦ ਦੇ ਦੋਵੇਂ ਸਦਨ ਯਾਨੀ ਕਿ ਰਾਜ ਸਭਾ ਔਰ ਲੋਕ ਸਭਾ ਵਿਧਾਨਕ ਕੰਮਾਂ ਦੀ ਸੁਵਿਧਾ ਨਾਲ ਚਲਾਉਣ ਲਈ ਆਪਣੀਆਂ ਸੰਮਤੀਆਂ ਦਾ ਗਠਨ ਕਰ ਸਕਦੇ ਹਨ। ਯਾਨੀ ਕਿ ਉਹਨਾਂ ਨੂੰ ਜਿਹੜੇ ਕਾਨੂੰਨੀ ਕੰਮ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਰਾਜ ਸਭਾ ਔਰ ਲੋਕ ਸਭਾ ਜਿਹੜੇ ਆਪਣੀਆਂ ਸੰਮਤੀਆਂ ਬਣਾ ਸਕਦੇ ਨੇ। ਕਹਿੰਦਾ ਬਟ ਇਹਨਾਂ ਦੋਵਾਂ ਸਦਨਾਂ ਦੀਆਂ ਬਣਾਈਆਂ ਗਈਆਂ ਜਿਹੜੀਆਂ ਸੰਮਤੀਆਂ ਦਾ ਗਠਨ ਆ ਉਹ ਸੰਸਦ ਵੱਲੋਂ ਬਣਾਏ ਗਏ ਕਾਰਵਾਈ ਦੇ ਨਿਯਮਾਂ ਦੇ ਆਧਾਰ ਤੇ ਕੀਤਾ ਗਿਆ। ਇਹਦੇ ਵਿੱਚ ਸੰਮਤੀਆਂ ਜਿਹੜੀਆਂ ਹੈਗੀਆਂ ਸਧਾਰਨ ਸੰਮਤੀਆਂ ਨਿਯਮ ਸੰਮਤੀ ਕਾਰੋਬਾਰ ਸਲਾਹਕਾਰ ਸੰਮਤੀ ਵਿਸ਼ੇਸ਼ ਅਧਿਕਾਰਾਂ ਦੀ ਸੰਮਤੀ ਸਦਨ ਦੀਆਂ ਬੈਠਕਾਂ ਵਿੱਚੋਂ ਮੈਂਬਰਾਂ ਦੀ ਗੈਰ ਹਾਜ਼ਰੀ ਸੰਬੰਧੀ ਸੰਮਤੀ ਸਰਕਾਰੀ ਵਿਵਾਦਾਂ ਦੀ ਸੰਮਤੀ ਪਟੀਸ਼ਨਾਂ ਸੰਬੰਧੀ ਸੰਮਤੀ ਔਰ ਸਧਾਰਨ ਆਦੇਸ਼ ਸੰਮਤੀ ਸ਼ਾਮਲ ਨੇ। ਵਿਧਾਨਕ ਸੰਮਤੀਆਂ ਇਹ ਲਿਖੀਆਂ ਹੋਈਆਂ ਨੰਬਰ 1 ਨਿੱਜੀ ਮੈਂਬਰਾਂ ਦੇ ਬਿੱਲ ਅਤੇ ਪ੍ਰਸਤਾਵਾਂ ਸੰਬੰਧੀ ਸੰਮਤੀ ਪ੍ਰਵਰ ਸੰਮਤੀ ਉਪ ਵਿਧਾਨ ਸੰਮਤੀ ਔਰ ਵਿਸ਼ੇਸ਼ ਸਰਵਜਨਕ ਬਿੱਲ ਸੰਬੰਧੀ ਵਿਸ਼ੇਸ਼ ਸੰਮਤੀ। ਵਿੱਤੀ ਸੰਮਤੀਆਂ ਅੰਦਾਜ਼ਨ ਸੰਮਤੀ ਜਿਹੜਾ ਕਿ ਵਿੱਤ ਦਾ ਲੇਖਾ ਜੋਖਾ ਰੱਖਦੀਆਂ ਨੇ ਪੈਸੇ ਦਾ। ਲੋਕ ਲੇਖਾ ਸੰਮਤੀ ਸਰਵਜਨਕ ਉਦਮਾਂ ਦੀ ਸੰਮਤੀ। ਸੰਯੁਕਤ ਸੰਮਤੀਆਂ ਅੱਗੇ ਹੈਗਾ ਫੁਟਕਲ ਸੰਮਤੀਆਂ। ਸੰਸਦੀ ਸੰਮਤੀਆਂ ਦਾ ਸੰਗਠਨ ਕਿਵੇਂ ਕੀਤਾ ਜਾਂਦਾ ਦੋਹਾਂ ਜਿਹੜੇ ਪਹਿਲੇ ਹੀ ਦੱਸਤਾ ਪਹਿਲੇ ਪੈਰੇ 'ਚ ਕਿ ਦੋਹਾਂ ਸਦਨ ਜਿਹੜੇ ਰਾਜ ਸਭਾ ਔਰ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹ ਰਲ ਕੇ ਇਹਨਾਂ ਦਾ ਗਠਨ ਕਰਦੇ ਨੇ। ਬਟ ਜਿਹੜੀ ਸੰਸਦ ਵੱਲੋਂ ਬਣਾਏ ਗਏ ਨਿਯਮ ਉਹਨਾਂ ਦੇ ਅਨੁਸਾਰ ਸਪੀਕਰ ਵੱਲੋਂ ਨਾਮਜ਼ਦ ਜਿਹੜਾ ਸਪੀਕਰ ਵੱਲੋਂ ਕੀਤਾ ਜਾਂਦਾ। ਚੋਣ ਸਦਨ ਵੱਲੋਂ ਪਾਸ ਪ੍ਰਸਤਾਵ ਦੇ ਆਧਾਰ ਤੇ ਸੰਮਤੀਆਂ ਦਾ ਆਕਾਰ ਔਰ ਸੰਮਤੀਆਂ ਦੀ ਕੰਮ ਪ੍ਰਣਾਲੀ। ਨੈਕਸਟ ਹੈਗਾ ਲੋਕ ਸਭਾ ਦੀਆਂ ਵੱਖ-ਵੱਖ ਸੰਮਤੀਆਂ ਦੇ ਕੰਮ ਕਿਹੜੇ-ਕਿਹੜੇ ਨੇ। ਨਿਯਮ ਸੰਮਤੀ ਇਹਦਾ ਕੰਮ ਕੀ ਆ ਨਿਯਮਾਂ ਤੇ ਚਰਚਾ ਕਰਦੀ ਆ ਇਹਦਾ ਇਸਤੇਮਾਲ ਕਹਿੰਦਾ ਕਿ ਸਪੀਕਰ ਖੁਦ ਇਸ ਸ਼ਕਤੀ ਦਾ ਇਸਤੇਮਾਲ ਕਰਦਾ ਹੈ। ਅਜਿਹੇ ਕਰਦੇ ਸਮੇਂ ਨਿਯਮਾਂ ਸੰਬੰਧੀ ਸੰਮਤੀ ਦੀਆਂ ਸਿਫਾਰਸ਼ਾਂ ਨਾਲ ਉਸ ਦੀ ਅਗਵਾਈ ਕਰਦਾ ਯਾਨੀ ਕਿ ਸਮਿਤੀ ਦੇ ਜਿਹੜੇ ਮੈਂਬਰ ਹੈ ਨਾ ਜਿਨ੍ਹਾਂ ਦਾ ਗਠਨ ਕੀਤਾ ਹੁੰਦਾ ਉਹਨਾਂ ਦੀ ਸਲਾਹ ਨਾਲ ਔਰ ਸੰਮਤੀ ਦੇ ਸੁਝਾਅ ਸਦਨ ਵਿੱਚ ਅੱਗੇ ਰੱਖੇ ਜਾਂਦੇ ਹਨ। ਇਹਨਾਂ ਨੂੰ ਉਦੋਂ ਤੱਕ ਹੀ ਲਾਗੂ ਕੀਤਾ ਜਾਂਦਾ ਹੈ ਜਦੋਂ ਇਹਨਾਂ ਸੰਬੰਧੀ ਸਦਨ ਦੀ ਆਪਣੀ ਸਹਿਮਤੀ ਹੋਵੇ। ਕਾਰੋਬਾਰ ਸਲਾਹਕਾਰ ਸੰਮਤੀ ਦਾ ਕੰਮ। ਦੂਸਰਾ ਵਿਸ਼ੇਸ਼ ਅਧਿਕਾਰਾਂ ਦੀ ਸੰਮਤੀ ਦੇ ਕਿਹੜੇ-ਕਿਹੜੇ ਕੰਮ ਆ ਔਰ ਸਦਨ ਵਿੱਚੋਂ ਮੈਂਬਰਾਂ ਦੀ ਗੈਰ ਹਾਜ਼ਰੀ ਦੇ ਸੰਬੰਧੀ ਜਿਹੜੀ ਸੰਮਤੀ ਬਣਾਈ ਉਹਦਾ ਕੀ ਕੰਮ ਆ ਕਿਉਂ ਗੈਰ ਹਾਜ਼ਰ ਉਹਦੀ ਪੜਤਾਲ ਕਰਨੀ। ਸਰਕਾਰੀ ਵਾਅਦਿਆਂ ਸੰਬੰਧੀ ਸੰਮਤੀ ਕਿ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਹੁੰਦੇ ਆ ਉਹਨਾਂ ਦੇ ਸੰਬੰਧ ਵਿੱਚ ਬਣਾਈ ਗਈ ਸੰਮਤੀ। ਪਟੀਸ਼ਨਾਂ ਸੰਬੰਧੀ ਸੰਮਤੀ ਦੇ ਕੰਮ। ਸਧਾਰਨ ਆਦੇਸ਼ ਸੰਮਤੀ। ਇਹੀ ਇੱਕ ਕੁਐਸਚਨ ਸੀਗਾ ਇਹਦੇ ਵਿੱਚ ਇੰਪੋਰਟੈਂਟ। ਨੈਕਸਟ ਇਕਾਈ ਹੈਗੀ ਆ 8 ਮੰਤਰੀ ਪਰਿਸ਼ਦ ਔਰ ਪ੍ਰਧਾਨ ਮੰਤਰੀ ਵੈਰੀ ਇੰਪੋਰਟੈਂਟ ਚੈਪਟਰ ਆ। ਮੰਤਰੀ ਪਰਿਸ਼ਦ ਦਾ ਨਿਰਮਾਣ ਗਠਨ ਤੇ ਕਾਰਜਕਾਲ ਕਿੰਨਾ ਹੁੰਦਾ ਵਾ
ਮੰਤਰੀ ਪਰਿਸ਼ਦ ਉਹ ਹੁੰਦਾ ਜਿਹੜੇ ਪ੍ਰਧਾਨ ਮੰਤਰੀ ਦੇ ਨਾਲ ਸੰਸਦ ਵਿੱਚ ਪ੍ਰਧਾਨ ਮੰਤਰੀ ਨਾਲ ਰਲ ਕੇ ਕੰਮ ਕਰਦੇ ਆ, ਜਿਵੇਂ ਜਿਹਦੇ ਵਿੱਚ ਕੈਬਨਿਟ ਮਿਨਿਸਟਰ ਹੋ ਗਏ। ਕਹਿੰਦਾ ਰਾਸ਼ਟਰਪਤੀ ਨੂੰ ਆਪਣੇ ਕੰਮਾਂ ਦਾ ਸੰਪਾਦਨ ਕਰਨ ਵਿੱਚ ਸਹਾਇਤਾ ਅਤੇ ਮੰਤਰਾ ਦੇਣ ਲਈ ਇੱਕ ਮੰਤਰੀ ਪਰਿਸ਼ਦ ਹੁੰਦੀ ਹੈ ਜਾਂ ਹੋਵੇਗੀ, ਜਿਸ ਦਾ ਪ੍ਰਧਾਨ ਮੰਤਰੀ ਹੋਵੇਗਾ। ਠੀਕ ਹੈ, ਪ੍ਰਧਾਨ ਮੰਤਰੀ ਦੇ ਅੰਡਰ ਜਿੰਨੇ ਵੀ ਮੰਤਰੀ ਹੁੰਦੇ ਨੇ ਉਹ ਸਾਰੇ, ਜਿਸ ਤਰ੍ਹਾਂ ਕੈਬਨਿਟ ਮੰਤਰੀ ਹੋ ਗਏ, ਦੂਸਰੇ ਮੰਤਰੀ ਹੋ ਗਏ, ਉਹ ਸਾਰੇ ਜਿਹੜੇ ਨੇ ਉਹਨੂੰ ਮੰਤਰੀ ਪਰਿਸ਼ਦ ਕਹਿੰਦੇ ਆ। ਔਰ ਰਾਸ਼ਟਰਪਤੀ ਆਪਣੇ ਕੰਮਾਂ ਦੇ ਚਲਾਉਣ ਵਿੱਚ ਉਹਨਾਂ ਦੀ ਮੰਤਰਾਂ ਦੇ ਅਨੁਸਾਰ, ਯਾਨੀ ਕਿ ਉਹਨਾਂ ਦੇ ਸਲਾਹ ਦੇ ਨਾਲ ਕੰਮ ਕਰਦਾ। ਰਾਸ਼ਟਰਪਤੀ ਮੰਤਰੀ ਪਰਿਸ਼ਦ ਹੈ, ਉਸ ਦੀ ਮੰਤਰਾਂ ਦੇ ਪੁਨਰ ਵਿਚਾਰ ਦੀ ਮੰਗ ਕਰ ਸਕਦੇ ਨੇ। ਅਜਿਹੇ ਪੁਨਰ ਵਿਚਾਰ ਤੋਂ ਬਾਅਦ ਵੀ ਮੰਤਰਨਾ ਰਾਸ਼ਟਰਪਤੀ ਨੂੰ ਹੀ ਭੇਜੀ ਜਾਂਦੀ ਹੈ, ਉਸ ਨੂੰ ਉਸੇ ਅਨੁਸਾਰ ਸਵੀਕਾਰ ਕਰਨਗੇ। ਇਹਦੇ ਵਿੱਚ ਕੁਝ ਉਹਨਾਂ ਨੇ ਦਿੱਤੇ ਹੋਏ ਆ ਪੁਆਇੰਟ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਜਿਹੜੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਆ, ਔਰ ਜਦੋਂ ਉਹਦੀ ਨਿਯੁਕਤੀ ਹੋ ਜਾਂਦੀ ਪ੍ਰਧਾਨ ਮੰਤਰੀ ਦੀ, ਉਹ ਫਿਰ ਰਾਸ਼ਟਰਪਤੀ ਦੀ ਸਲਾਹ ਨਾਲ ਆਪਣੀ ਮੰਤਰੀ ਪਰਿਸ਼ਦ ਦੇ ਮੈਂਬਰ ਜਿਹੜੇ ਉਹ ਚੁਣਦਾ ਵਾ। ਕਹਿੰਦਾ ਕਿ ਜਿੰਨੀ ਦੇਰ ਤੱਕ ਰਾਸ਼ਟਰਪਤੀ ਦੀ ਇੱਛਾ ਹੁੰਦੀ ਆ ਉਨੀ ਦੇਰ ਤੱਕ ਹੀ ਉਹ ਮੰਤਰੀ ਜਿਹੜੇ ਆਪਣੇ ਅਹੁਦੇ ਤੇ ਰਹਿੰਦੇ ਨੇ। ਔਰ ਜਿਹੜਾ ਮੰਤਰੀ ਪਰਿਸ਼ਦ ਲੋਕ ਸਭਾ ਪ੍ਰਤੀ ਜਿਹੜਾ ਸਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੋਊਗਾ। ਜੇਕਰ ਮੰਤਰੀ ਪਰਿਸ਼ਦ ਕੋਲੋਂ ਕੋਈ ਜਿਹੜਾ ਕੰਮ ਗਲਤ ਹੋ ਜਾਂਦਾ ਜਾਂ ਉਹ ਸਹੀ ਕੰਮ ਨਹੀਂ ਕਰ ਰਿਹਾ ਤੇ ਉਹਦੀ ਲੋਕ ਸਭਾ ਦੇ ਸਾਹਮਣੇ ਉਹਦੀ ਜ਼ਿੰਮੇਵਾਰੀ ਹੋਊਗੀ ਆਪਣੇ ਆਪ ਨੂੰ ਪੇਸ਼ ਕਰਨ ਲਈ। ਔਰ ਜਿਹੜਾ ਰਾਸ਼ਟਰਪਤੀ ਇਹਨਾਂ ਨੂੰ ਸਹੁੰ ਚੁਕਾਉਂਦਾ। ਮੰਤਰੀਆਂ ਦੀ ਤਨਖਾਹ ਭੱਤੇ ਅਜਿਹੇ ਹੋਣਗੇ ਜਿਵੇਂ ਸਮੇਂ-ਸਮੇਂ ਤੇ ਸੰਸਦ ਵਿਧੀ ਰਾਹੀਂ ਨਿਰਧਾਰਿਤ ਕਰੇ, ਅਤੇ ਜਦ ਤੱਕ ਸੰਸਦ ਇਸ ਤਰ੍ਹਾਂ ਨਿਰਧਾਰਿਤ ਨਾ ਕਰੇ ਉਦੋਂ ਤੱਕ ਅਜਿਹੇ ਹੋਣਗੇ ਜਿਵੇਂ ਕਿ ਦੂਸਰੀ ਸੂਚੀ ਵਿੱਚ ਲਿਖੇ ਹੋਏ ਨੇ। ਇਹ ਉਹਨਾਂ ਦੇ ਹੈਗੇ ਸੀ ਭੱਤੇ, ਜਿਹੜੀ ਕਿ ਉਹਨਾਂ ਦੀ ਤਨਖਾਹ। ਹੁਣ ਇਹਨਾਂ ਦਾ ਆਕਾਰ ਕਿੰਨਾ ਵੱਡਾ ਹੁੰਦਾ ਮੰਤਰੀ ਪਰਿਸ਼ਦ ਦਾ? ਇਹਦੇ ਵਿੱਚ 50 ਤੋਂ 80 ਮੰਤਰੀ ਹੁੰਦੇ ਨੇ, ਔਰ ਇਹਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ, ਜਿਵੇਂ ਕਿ ਕੈਬਨਿਟ ਮੰਤਰੀ। ਕੈਬਨਿਟ ਮੰਤਰੀਆਂ ਦੀ ਜਿਹੜੀ ਸੰਖਿਆ ਵਾ ਉਹ 15 ਤੋਂ 20 ਹੁੰਦੀ ਹੈ। ਰਾਜ ਮੰਤਰੀ ਕਹਿੰਦਾ ਕਿ ਦੂਸਰੀ ਸ਼੍ਰੇਣੀ ਵਿੱਚ ਉਹ ਮੰਤਰੀ ਹੁੰਦੇ ਜਿਹੜੇ ਰਾਜ ਮੰਤਰੀ ਹੁੰਦੇ ਨੇ, ਔਰ ਇਹਨਾਂ ਨੂੰ ਕੈਬਨਿਟ ਮੰਤਰੀਆਂ ਨਾਲ ਜੋੜ ਦਿੱਤਾ ਜਾਂਦਾ ਹੈ ਉਹਨਾਂ ਦੀ ਸਹਾਇਤਾ ਵਾਸਤੇ। ਜਿਵੇਂ ਜਿਹੜੇ ਕੈਬਨਿਟ ਮੰਤਰੀ ਹੁੰਦੇ, ਜਿਵੇਂ ਗ੍ਰਹਿ ਵਿਭਾਗ ਉਹਨਾਂ ਕੋਲ ਹੁੰਦਾ, ਵਿਦੇਸ਼ੀ ਮਾਮਲੇ ਹੁੰਦੇ, ਰੱਖਿਆ ਹਿੱਤ, ਖੇਤੀ, ਮਨੁੱਖੀ ਸਾਧਨ ਵਰਗੇ ਸਾਰੇ ਵਿਭਾਗ, ਉਹਨਾਂ ਦੇ ਨਾਲ 2 ਜਾਂ 3 ਰਾਜ ਮੰਤਰੀ ਵੀ ਹੁੰਦੇ ਨੇ। ਹਵਾਈ ਯਾਤਰਾ, ਸੂਚਨਾ ਪ੍ਰਸਾਰਣ, ਮਜ਼ਦੂਰ, ਰੇਲਵੇ, ਲੋਕ ਕਲਿਆਣ, ਜ਼ਮੀਨੀ ਆਵਾਜਾਈ, ਕੱਪੜੇ ਵਰਗੇ ਵਿਭਾਗਾਂ ਦੇ ਮੁੱਖ ਰਾਜ ਮੰਤਰੀ ਹੁੰਦੇ ਨੇ। ਔਰ ਇਹ ਜਿਹੜੇ ਕੈਬਨਿਟ ਨੇ ਇਹ ਬੈਠਕਾਂ ਵਿੱਚ ਵੀ ਭਾਗ ਲੈਂਦੇ। ਬੈਠਕਾਂ ਮੀਨਸ ਕਿ ਮੀਟਿੰਗਾਂ। ਉਪ ਮੰਤਰੀ ਤੇ ਇਹ ਜਿਹੜੇ ਮੰਤਰੀ ਪਰਿਸ਼ਦ ਇਹਨਾਂ ਦਾ ਇੱਕ ਸਹਾਇਕ ਹੁੰਦਾ ਉਪ ਮੰਤਰੀ, ਜਿਸ ਨੂੰ ਕੈਬਨਿਟ ਮੰਤਰੀਆਂ ਦਾ ਰਾਜ ਮੰਤਰੀ ਵੀ ਕਿਹਾ ਜਾਂਦਾ। ਜਾਣੀ ਕਿ ਸਾਰੇ ਕੈਬਨਿਟ ਮੰਤਰੀਆਂ ਦੇ ਉੱਪਰ ਵੀ ਇੱਕ ਮੰਤਰੀ ਹੁੰਦਾ। ਕੋਈ ਵੀ ਉਪ ਮੰਤਰੀ ਕਿਸੇ ਵੀ ਵਿਭਾਗ ਦਾ ਸੁਤੰਤਰ ਰੂਪ ਵਿੱਚ ਚਾਰਜ ਨਹੀਂ ਸੰਭਾਲਦਾ। ਉਸਦਾ ਕੰਮ ਉਸ ਮੰਤਰੀ ਦੀ ਸਹਾਇਤਾ ਕਰਨਾ ਹੈ ਜਿਸ ਅਧੀਨ ਉਹ ਕੰਮ ਕਰਦਾ ਹੈ। ਮੰਨ ਲਓ ਕੋਈ ਕੈਬਨਿਟ ਮਿਨਿਸਟਰ ਨੂੰ ਅਹੁਦਾ ਮਿਲਿਆ, ਕੋਈ ਵਿਭਾਗ ਮਿਲਿਆ, ਉਹਦੇ ਵਿੱਚ ਉਹ ਸਹੀ ਨਹੀਂ ਕੰਮ ਕਰ ਰਿਹਾ ਤੇ ਉਹਦੇ ਵਿੱਚ ਉਹਦੀ ਹੈਲਪ ਕਰਦਾ। ਸੰਸਦੀ ਸਕੱਤਰ ਕਹਿੰਦਾ ਕਿ ਕੰਮ ਇਹ ਨਾ ਤਾਂ ਮੰਤਰੀ ਹੁੰਦੇ ਆ ਜਿਹੜੇ ਸੰਸਦੀ ਸਕੱਤਰ, ਇਹ ਮੰਤਰੀ ਨਹੀਂ ਹੁੰਦੇ, ਨਾ ਹੀ ਇਹਨਾਂ ਨੂੰ ਕੋਈ ਪ੍ਰਸ਼ਾਸਨ ਦਾ ਕੰਮ ਸੌਂਪਿਆ ਜਾਂਦਾ। ਇਹ ਸਿਰਫ ਮੰਤਰੀਆਂ ਦੀ ਸੰਸਦ ਦੇ ਵਿੱਚ ਸਹਾਇਤਾ ਕਰਦੇ ਆ, ਇਹਨਾਂ ਦੀ ਕੋਈ ਤਨਖਾਹ ਨਹੀਂ ਹੁੰਦੀ। ਅੱਗੇ ਆ ਜਾਓ ਮੰਤਰੀ ਪਰਿਸ਼ਦ ਦਾ ਕਾਰਜਕਾਲ। ਮੰਤਰੀ ਪਰਿਸ਼ਦ ਦਾ ਕਾਰਜਕਾਲ ਜਿਹੜਾ ਉਪਚਾਰਿਕ ਹੁੰਦਾ ਵਾ। ਜਦੋਂ ਵੀ ਇਹਨਾਂ ਨੂੰ ਲੋਕ ਸਭਾ ਦਾ ਬਹੁਮਤ ਪ੍ਰਾਪਤ ਹੁੰਦਾ ਵਾ ਉਦੋਂ ਤੱਕ ਹੀ ਰਹਿੰਦੇ। ਜਦੋਂ ਲੋਕ ਸਭਾ ਭੰਗ ਹੋ ਜਾਂਦੀ ਆ ਇਹ ਮੰਤਰੀ ਵੀ ਆਪਣੇ ਅਹੁਦੇ ਤੇ ਨਹੀਂ ਰਹਿੰਦੇ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਪੇਪਰ 'ਚ ਹਮੇਸ਼ਾ ਆਉਂਦਾ ਵਾ, ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਆ, ਯੋਗਤਾਵਾਂ ਉਹਦੀਆਂ ਕੀ ਹੋਣੀਆਂ ਚਾਹੀਦੀਆਂ, ਉਹਦੇ ਕੰਮ ਤੇ ਸ਼ਕਤੀਆਂ ਦੱਸੋ। ਪ੍ਰਧਾਨ ਮੰਤਰੀ ਦਾ ਆਪਾਂ ਪੜਾਂਗੇ ਪਹਿਲੇ। ਕਹਿੰਦਾ ਕਿ ਜਿਸ ਤਰ੍ਹਾਂ ਬ੍ਰਿਟੇਨ ਵਿੱਚ ਭਾਰਤੀ ਪ੍ਰਸ਼ਾਸਨ ਵਿੱਚ ਵੀ ਪ੍ਰਧਾਨ ਮੰਤਰੀ ਦਾ ਸਰਵਉੱਚ ਸਥਾਨ ਹੈ, ਬ੍ਰਿਟੇਨ ਵਿੱਚ ਵੀ ਪ੍ਰਧਾਨ ਮੰਤਰੀ ਦਾ ਹੀ ਸਰਵਉੱਚ ਸਥਾਨ ਹੁੰਦਾ ਹੈ, ਉਸੇ ਤਰ੍ਹਾਂ ਭਾਰਤ ਵਿੱਚ ਵੀ ਪ੍ਰਸ਼ਾਸਨ ਦੀ ਸਾਰੇ ਜ਼ਿੰਮੇ ਉਸ ਤੇ ਹੀ ਹੁੰਦੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਦੇ ਸੰਬੰਧ ਵਿੱਚ ਕਹਿੰਦਾ ਕਿ ਇਹਦੇ ਕੋਲ ਇੰਨੀਆਂ ਜ਼ਿਆਦਾ ਸ਼ਕਤੀਆਂ ਹੁੰਦੀਆਂ ਵਾ ਕਿ ਵਿਸ਼ਵ ਦੇ ਕਿਸੇ ਵੀ ਸੰਵਿਧਾਨਕ ਪ੍ਰਧਾਨ ਨੂੰ ਪ੍ਰਾਪਤ ਨਹੀਂ ਆ।
ਉਨੀਆਂ ਸ਼ਕਤੀਆਂ ਅਮਰੀਕਾ ਦੇ ਪ੍ਰਧਾਨ ਮੰਤਰੀ ਨੂੰ ਵੀ ਪ੍ਰਾਪਤ ਨਹੀਂ ਆ। ਕਹਿੰਦਾ ਕਿ ਸਾਰੀ ਕਾਮਨ ਸਭਾ ਵਿੱਚ ਇਸ ਦੇ ਦਲ ਦਾ ਬਹੁਮਤ ਹੁੰਦਾ ਹੈ। ਉਹ ਅਜਿਹੇ ਕੰਮ ਕਰਦਾ ਹੈ ਜਿਨ੍ਹਾਂ ਨੂੰ ਕੋਈ ਰਾਸ਼ਟਰਪਤੀ ਨਹੀਂ ਕਰ ਸਕਦਾ। ਇਹ ਵਾਅਦਾ ਕਰ ਸਕਦਾ ਹੈ ਆਮੁਕ ਵਿਧੀ ਪਾਸ ਕੀਤੀ ਜਾਵੇ। ਉਸ ਤੋਂ ਇਲਾਵਾ ਇੱਕ ਵਿਦਵਾਨ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਸਾਡੇ ਦੇਸ਼ ਵਿੱਚ ਉਹ ਸਥਿਤੀ ਆ ਜਿਵੇਂ ਕਿ ਚੰਦਰਮਾ ਦੇ ਅਸਮਾਨ ਦੇ ਵਿੱਚ ਤਾਰਿਆਂ ਦੇ ਵਿੱਚ ਚੰਦਰਮਾ ਹੋਵੇ, ਉਹ ਪ੍ਰਧਾਨ ਮੰਤਰੀ ਦੀ ਸਥਿਤੀ ਆ। ਨੈਕਸਟ ਹੈਗਾ ਪ੍ਰਧਾਨ ਮੰਤਰੀ ਦੀਆਂ ਯੋਗਤਾਵਾਂ ਕੀ ਹੁੰਦੀਆਂ। ਪ੍ਰਧਾਨ ਮੰਤਰੀ ਸੰਸਦ ਦਾ ਮੈਂਬਰ ਹੁੰਦਾ, ਪਾਰਲੀਮੈਂਟ ਦਾ ਮੈਂਬਰ ਹੁੰਦਾ ਹੈ। ਇਹ ਜਿਹੜਾ ਵਾ ਸੰਸਦ ਦੀਆਂ ਸਾਰੀਆਂ ਯੋਗਤਾਵਾਂ ਇਹਦੇ ਵਿੱਚ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਇਸ ਨੂੰ ਲੋਕ ਸਭਾ ਦਾ ਬਹੁਮਤ ਦਾ ਵਿਸ਼ਵਾਸ ਵੀ ਪ੍ਰਾਪਤ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਦੀ ਨਿਯੁਕਤੀ, ਇਹਦੀ ਜਿਹੜੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਆ, ਬਟ ਇਹਨੂੰ ਆਪਣੀ ਜਿਹੜੀ ਪਾਰਟੀ ਉਹਦਾ ਬਹੁਮਤ ਪ੍ਰਾਪਤ ਹੋਵੇ। ਅਸਲ ਵਿੱਚ ਪ੍ਰਧਾਨ ਮੰਤਰੀ ਨਿਯੁਕਤੀ ਦੇ ਸੰਬੰਧ ਵਿੱਚ ਰਾਸ਼ਟਰਪਤੀ ਦੀ ਸ਼ਕਤੀ ਨਾ ਮਾਤਰ ਹੈ, ਕਿਉਂਕਿ ਇਹਨੇ ਉਸੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਜਿਹੜੀ ਪਾਰਟੀ ਜਿੱਤੀ ਹੋਵੇ ਜਾਂ ਜਿਹੜੀ ਪਾਰਟੀ ਨੇ ਇਹਨੂੰ ਚੁਣਿਆ ਹੋਵੇ। ਉਹ ਲੋਕ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਅਹੁਦੇ ਲਈ ਸੱਦਾ ਦੇਣ ਲਈ ਵਚਨਬੱਧ ਹੈ। ਬਹੁਦਲ ਦਾ ਨੇਤਾ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋ ਸਕਦਾ ਹੈ। ਨੈਕਸਟ ਹੈਗਾ ਪ੍ਰਧਾਨ ਮੰਤਰੀ ਪਰਿਸ਼ਦ ਦਾ ਨਿਰਮਾਣ, ਜੀਵਨ ਅਤੇ ਮੌਤ ਦਾ ਕੇਂਦਰ ਬਿੰਦੂ। ਕਹਿੰਦਾ ਕਿ ਜਿਹੜਾ ਪ੍ਰਧਾਨ ਮੰਤਰੀ ਆ ਉਹ ਜਦੋਂ ਆਪਣੇ ਅਹੁਦੇ ਨੂੰ ਸੰਭਾਲ ਲੈਂਦਾ, ਬਾਅਦ ਵਿੱਚ ਉਹ ਰਾਸ਼ਟਰਪਤੀ ਦੀ ਸਹਾਇਤਾ ਨਾਲ ਮੰਤਰੀ ਪਰਿਸ਼ਦ ਦਾ ਗਠਨ ਕਰਦਾ ਹੈ। ਉਦੋਂ ਤੱਕ ਹੀ ਪ੍ਰਧਾਨ ਮੰਤਰੀ ਰਹਿੰਦਾ ਜਦੋਂ ਤੱਕ ਕੋਈ ਵੀ ਵਿਅਕਤੀ ਮੰਤਰੀ ਮੰਡਲ ਵਿੱਚ ਰਹਿੰਦਾ ਵਾ, ਯਾਨੀ ਕਿ ਜਿੰਨੀ ਦੇਰ ਤੱਕ ਇਹਨਾਂ ਦੀ ਸਰਕਾਰ ਰਹਿੰਦੀ ਉਨੀ ਦੇਰ ਤੱਕ ਹੀ ਇਹ ਪ੍ਰਧਾਨ ਮੰਤਰੀ ਰਹਿੰਦਾ ਹੈ। ਨੈਕਸਟ ਹੈਗਾ ਵਾ ਪ੍ਰਧਾਨ ਮੰਤਰੀ ਦੇ ਕੰਮ ਅਤੇ ਸ਼ਕਤੀਆਂ। ਪਹਿਲਾ ਇਹਦਾ ਕੰਮ ਹੈਗਾ ਮੰਤਰੀ ਪਰਿਸ਼ਦ ਦਾ ਨਿਰਮਾਣ। ਜਦੋਂ ਇਹ ਖੁਦ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠ ਜਾਂਦਾ ਤੇ ਬਾਅਦ ਵਿੱਚ ਫਿਰ ਇਹ ਰਾਸ਼ਟਰਪਤੀ ਨੂੰ ਆਪਣੇ ਮੰਤਰੀਆਂ ਦੀ ਇੱਕ ਸੂਚੀ ਲਿਖ ਕੇ ਭੇਜਦਾ, ਉਹਨਾਂ ਦੇ ਨਾਮ ਲਿਖ ਕੇ ਭੇਜਦਾ। ਰਾਸ਼ਟਰਪਤੀ ਜਿਹੜਾ ਉਹਦੇ ਉੱਤੇ ਆਪਣੇ ਸਾਈਨ ਕਰਦਾ ਤੇ ਇਹਦੇ ਜਿਹੜੇ ਚੁਣੇ ਹੋਏ ਮੰਤਰੀ ਆ ਉਹ ਹੀ ਮੰਤਰੀ ਪਰਿਸ਼ਦ ਵਿੱਚ ਸ਼ਾਮਲ ਹੁੰਦੇ ਨੇ। ਨੈਕਸਟ ਹੈਗਾ ਵਿਭਾਗਾਂ ਦੀ ਵੰਡ। ਇਹ ਜਦੋਂ ਮੰਤਰੀਆਂ ਦੀ ਨਿਯੁਕਤੀ ਕਰ ਲੈਂਦਾ ਹੈ, ਯਾਨੀ ਕਿ ਜਿਸ ਤਰ੍ਹਾਂ ਕੈਬਨਿਟ ਮਿਨਿਸਟਰ ਹੋ ਗਏ, ਬਾਅਦ ਵਿੱਚ ਉਹਨਾਂ ਨੂੰ ਵਿਭਾਗ ਵੰਡਦਾ ਹੈ ਕਿ ਉਹਨਾਂ ਕੋਲ ਕਿਹੜੇ ਵਿਭਾਗ ਜਾਣਗੇ, ਉਹ ਵੀ ਇਹਦੀ ਮਰਜ਼ੀ ਤੇ ਚੱਲਦਾ ਵਾ। ਇਹਦਾ ਹੀ ਆਖਰੀ ਫੈਸਲਾ ਹੁੰਦਾ ਵਾ। ਕਿਹੜਾ ਕੈਬਨਿਟ ਮੰਤਰੀ ਹੋਵੇ, ਕਿਹੜਾ ਰਾਜ ਮੰਤਰੀ, ਕਿਹੜਾ ਉਪ ਮੰਤਰੀ, ਇਹ ਸਾਰੇ ਇਹਦੇ ਫੈਸਲੇ ਤੇ ਕੀਤਾ ਜਾਂਦਾ ਔਰ ਉਹਨਾਂ ਨੂੰ ਵਿਭਾਗ ਵੀ ਇਹੋ ਹੀ ਵੰਡਦਾ। ਨੈਕਸਟ ਆ ਜੋ ਮੰਤਰੀਆਂ ਨੂੰ ਹਟਾਉਣ ਦੀ ਸ਼ਕਤੀ। ਮੰਤਰੀ ਕਹਿੰਦਾ ਕਿ ਮੰਤਰੀ ਰਾਸ਼ਟਰਪਤੀ ਕੇ ਪਰਸ਼ਾਦ ਅਹੁਦੇ ਤੇ ਬਣੇ ਰਹਿੰਦੇ ਹਨ, ਪਰ ਰਾਸ਼ਟਰਪਤੀ ਨੂੰ ਅਹੁਦੇ ਤੋਂ ਅਲੱਗ ਕਰਨ ਦਾ ਫੈਸਲਾ ਪ੍ਰਧਾਨ ਮੰਤਰੀ ਦੇ ਕਹਿਣ ਤੇ ਹੀ ਹੁੰਦਾ ਹੈ, ਯਾਨੀ ਕਿ ਇਹ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਅਲੱਗ ਕਰ ਸਕਦਾ ਹੈ। ਨੈਕਸਟ ਹੈਗਾ ਲੋਕ ਸਭਾ ਦੀ ਅਗਵਾਈ। ਜਿਹੜਾ ਕਿਉਂਕਿ ਇਹ ਲੋਕ ਸਭਾ ਦਾ ਮੈਂਬਰ ਹੁੰਦਾ, ਇਸ ਕਰਕੇ ਪ੍ਰਧਾਨ ਹੁੰਦਾ, ਇਸ ਕਰਕੇ ਇਹ ਲੋਕ ਸਭਾ ਦੀ ਅਗਵਾਈ ਵੀ ਕਰਦਾ, ਉਹਨੂੰ ਲੀਡ ਕਰਦਾ। ਕਹਿੰਦਾ ਇੰਗਲੈਂਡ ਵਾਂਗ ਭਾਰਤ ਦਾ ਪ੍ਰਧਾਨ ਮੰਤਰੀ ਲੋਕ ਸਭਾ ਦੀ ਅਗਵਾਈ ਕਰਦਾ। ਉਹ ਸਦਨ ਵਿੱਚ ਸਰਕਾਰ ਦੀ ਨੀਤੀ ਨਾਲ ਸੰਬੰਧਿਤ ਮਹੱਤਵਪੂਰਨ ਘੋਸ਼ਣਾਵਾਂ ਕਰਦਾ ਹੈ ਅਤੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ। ਲੋਕ ਸਭਾ ਵਿੱਚ ਵਾਦ ਵਿਵਾਦ ਨੂੰ ਸ਼ੁਰੂ ਕਰਦਾ ਹੈ ਤੇ ਮੰਤਰੀਆਂ ਦੀ ਸਦਨ ਵਿੱਚ ਆਲੋਚਨਾ ਤੋਂ ਸੁਰੱਖਿਆ ਕਰਦਾ ਹੈ, ਯਾਨੀ ਕਿ ਜੇਕਰ ਇਹਦੀ ਪਾਰਟੀ ਦੇ ਮੰਤਰੀਆਂ ਦੀ ਕੋਈ ਦੂਸਰੀ ਪਾਰਟੀ ਵਿਰੋਧੀ ਪਾਰਟੀ ਆਲੋਚਨਾ ਕਰੇ ਤਾਂ ਉਹਨਾਂ ਦੀ ਇਹ ਰੱਖਿਆ ਵੀ ਕਰਦਾ ਹੈ। ਇਹ ਸਪੀਕਰ ਦੇ ਨਾਲ ਮਿਲ ਕੇ ਸਦਨ ਦਾ ਕੰਮ ਕਰਦਾ ਹੈ ਤੇ ਸਦਨ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਸਪੀਕਰ ਦੀ ਸਹਾਇਤਾ ਕਰਦਾ ਹੈ। ਹੁਣ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਵਿੱਚ ਕੜੀ ਦਾ ਕੰਮ। ਕੜੀ ਹੁੰਦਾ ਜਿਸ ਤਰ੍ਹਾਂ ਇੱਕ ਚੇਨ ਨੂੰ ਬਣਾਉਣ ਵਾਸਤੇ ਇੱਕ ਸੰਗਲੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਵਿਚੋਲਗੀ ਦਾ ਕੰਮ ਯਾਨੀ ਕਿ ਕਰਦਾ। ਇਹ ਰਾਸ਼ਟਰਪਤੀ ਤੇ ਮੰਤਰੀ ਮੰਡਲ ਦੇ ਵਿੱਚ ਵਿਚੋਲਗੀ ਦਾ ਕੰਮ ਕਰਦਾ। ਰਾਸ਼ਟਰਪਤੀ ਨੂੰ ਮੰਤਰੀ ਮੰਡਲ ਨਾਲ ਕੀਤੇ ਗਏ ਫੈਸਲੇ ਦੀ ਸੂਚੀ ਦਿੰਦਾ, ਯਾਨੀ ਕਿ ਜਿਹੜੇ ਮੰਤਰੀ ਮੰਡਲ ਵੱਲੋਂ ਜਿਹੜੇ ਫੈਸਲੇ ਕੀਤੇ ਜਾਂਦੇ ਉਹ ਸਿੱਧੇ ਰਾਸ਼ਟਰਪਤੀ ਨੂੰ ਨਹੀਂ ਦੇ ਸਕਦੇ, ਉਹ ਇਹਦੇ ਕੋਲ ਜਾਂਦੇ ਪ੍ਰਧਾਨ ਮੰਤਰੀ ਕੋਲ। ਬਾਅਦ ਵਿੱਚ ਪ੍ਰਧਾਨ ਮੰਤਰੀ ਜਿਹੜਾ ਉਹ ਰਾਸ਼ਟਰਪਤੀ ਨੂੰ ਭੇਜਦਾ ਹੈ।
ਕਹਿੰਦਾ ਇਹ ਰਾਸ਼ਟਰਪਤੀ ਨੂੰ ਇੱਕ ਮੰਤਰੀ ਵੱਲੋਂ ਵਿਅਕਤੀਗਤ ਰੂਪ ਵਿੱਚ ਕੀਤੇ ਗਏ ਫੈਸਲਿਆਂ ਤੇ ਮੰਤਰੀ ਮੰਡਲ ਦਾ ਫੈਸਲਾ ਲੈਣ ਲਈ ਕਹਿ ਸਕਦਾ, ਜਾਣੀ ਕਿ ਰਾਸ਼ਟਰਪਤੀ ਕੋਲੋਂ ਫੈਸਲਾ ਬਦਲਵਾ ਸਕਦਾ। ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੈ ਔਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਸਲਾਹ ਨਾਲ ਸਹਿਮਤ ਨਾਲ ਹੋਵੇ ਤਾਂ ਉਸ ਨੂੰ ਸਲਾਹ ਮੰਨਣੀ ਪੈਂਦੀ ਹੈ। ਜੇਕਰ ਰਾਸ਼ਟਰਪਤੀ ਨਾ ਵੀ ਇਹਦੇ ਕੰਮਾਂ ਨਾਲ ਇਹਦੀ ਸਲਾਹ ਨਾਲ ਸਹਿਮਤ ਹੋਵੇ, ਫਿਰ ਵੀ ਉਹਨੂੰ ਇਹਦੀ ਸਲਾਹ ਮੰਨਣੀ ਪੈਂਦੀ ਹੈ। ਕੈਬਨਿਟ ਦੀ ਅਗਵਾਈ, ਜਿੰਨੇ ਕੈਬਨਿਟ ਮਿਨਿਸਟਰ ਨੇ ਉਹਨਾਂ ਸਾਰਿਆਂ ਦੀ ਅਗਵਾਈ ਇਹ ਕਰਦਾ। ਵੱਖ-ਵੱਖ ਵਿਭਾਗਾਂ ਵਿੱਚ ਇੱਕ ਕੜੀ ਦਾ ਕੰਮ, ਕਹਿੰਦਾ ਇਹ ਸਾਰੇ ਵਿਭਾਗਾਂ ਵਿੱਚ ਇੱਕ ਕੜੀ ਦਾ ਕੰਮ ਕਰਦਾ ਵਾ। ਕੁਸ਼ਲ ਪ੍ਰਸ਼ਾਸਨ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਸੀ ਸਹਿਯੋਗ ਅਤੇ ਸਾਧਨਾਂ ਦਾ ਸਮਨਵਯ ਹੋਵੇ। ਅਜਿਹੇ ਉਦੇਸ਼ ਲਈ ਪ੍ਰਧਾਨ ਮੰਤਰੀ ਵੱਖ-ਵੱਖ ਵਿਭਾਗਾਂ ਵਿੱਚ ਕੜੀ ਵਾਂਗ ਕੰਮ ਕਰਦਾ ਹੈ ਔਰ ਇਹ ਜਿਹੜੇ ਕੈਬਨਿਟ ਮਿਨਿਸਟਰ ਵਿਭਾਗਾਂ ਦੇ ਜਿਹੜੇ ਮੰਤਰੀ, ਇਹਨਾਂ ਦੇ ਵਿੱਚ ਕੋਈ ਮਤਭੇਦ ਹੋਵੇ ਤਾਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਨੈਕਸਟ ਆ ਗਿਆ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ। ਇਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਵਾ। ਇਹਦੀ ਦਿੱਤੀ ਗਈ ਸਲਾਹ ਨੂੰ ਰਾਸ਼ਟਰਪਤੀ ਨੂੰ ਮੰਨਣਾ ਪੈਂਦਾ। ਨੈਕਸਟ ਰਾਸ਼ਟਰ ਦਾ ਨੇਤਾ, ਜਿੱਥੇ ਇਹ ਆਪਣੀ ਪਾਰਟੀ ਦਾ ਨੇਤਾ ਹੁੰਦਾ, ਉੱਥੇ ਇਹ ਰਾਸ਼ਟਰ ਦਾ ਨੇਤਾ ਵੀ ਹੁੰਦਾ ਵਾ। ਰਾਸ਼ਟਰ ਦਾ ਸਭ ਤੋਂ ਮਹੱਤਵਪੂਰਨ ਅਧਿਕਾਰੀ ਹੋਣ ਕਰਕੇ ਇਹਨੂੰ ਮਾਨ ਸਨਮਾਨ, ਪੂਰਾ ਗੌਰਵ ਪ੍ਰਾਪਤ ਆ। ਕਹਿੰਦਾ ਇਹ ਰਾਸ਼ਟਰ ਦਾ ਇੱਕ ਮਾਤਰ ਪ੍ਰਤੀਨਿਧੀ ਹੈ। ਸੰਕਟ ਸਮੇਂ ਸਾਰਾ ਰਾਸ਼ਟਰ ਉਸ ਦੀ ਅਗਵਾਈ ਨੂੰ ਸਵੀਕਾਰ ਕਰਦਾ ਹੈ। ਨੈਕਸਟ ਦਲ ਦਾ ਨੇਤਾ, ਜਿੱਥੇ ਇਹ ਰਾਸ਼ਟਰ ਦਾ ਨੇਤਾ, ਉੱਥੇ ਇਹ ਦਲ ਦਾ ਵੀ, ਆਪਣੀ ਪਾਰਟੀ ਦਾ ਵੀ ਨੇਤਾ ਹੁੰਦਾ ਹੈ। ਇਹਦੇ ਦਲ ਜਿਹੜਾ ਸਾਰਾ ਦਲ ਇਹਦੇ ਸਹਾਰੇ ਚੱਲਦਾ ਵਾ ਔਰ ਪ੍ਰਧਾਨ ਮੰਤਰੀ ਦੀ ਹੀ ਚੋਣ, ਆਮ ਚੋਣਾਂ ਵਿੱਚ ਅਸਲ ਵਿੱਚ ਪ੍ਰਧਾਨ ਮੰਤਰੀ ਦੀ ਹੀ ਚੋਣ ਹੁੰਦੀ ਹੈ। ਕਹਿੰਦਾ ਚੋਣਾਂ ਸੰਬੰਧੀ ਪ੍ਰਚਾਰ ਕਰਨ ਵਿੱਚ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਹੱਥ ਹੁੰਦਾ ਹੈ। ਚੋਣਾਂ ਸਮੇਂ ਜਿੰਨੇ ਭਾਸ਼ਣ ਦਿੰਦਾ ਹੈ ਉਹਨਾਂ ਦਾ ਲੋਕਾਂ ਤੇ ਕਿੰਨਾ ਪ੍ਰਭਾਵ ਪੈਂਦਾ, ਉਹ ਦਲ ਕਿਸੇ ਹੋਰ ਨੇਤਾ ਦਾ ਨਹੀਂ ਹੁੰਦਾ। ਆਮ ਚੋਣਾਂ ਵਿੱਚ ਉਸ ਦਲ ਦੀ ਜਿੱਤ ਅਸਲ ਵਿੱਚ ਪ੍ਰਧਾਨ ਮੰਤਰੀ ਦੀ ਹੀ ਜਿੱਤ ਹੁੰਦੀ ਹੈ। ਸਰਕਾਰ ਦੀ ਯੋਗਤਾ ਲਈ ਜ਼ਿੰਮੇਵਾਰ, ਕਹਿੰਦਾ ਕਿਸ ਤਰ੍ਹਾਂ ਦੀ ਇਹਨੇ ਸਰਕਾਰ ਬਣਾਉਣੀ ਆ ਜਾਂ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਉਣੀਆਂ, ਉਹਦੇ ਵਾਸਤੇ ਇਹ ਜ਼ਿੰਮੇਵਾਰ ਆ। ਇਸ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਉਹ ਮੰਤਰੀ ਮੰਡਲ ਵਿੱਚ ਮੌਕੇ ਤੇ ਪਰਿਵਰਤਨ ਵੀ ਕਰ ਸਕਦਾ ਹੈ। ਮੰਨ ਲਓ ਇਹਦੇ ਕੈਬਨਿਟ ਮਿਨਿਸਟਰ ਵਿੱਚੋਂ ਮੰਤਰੀਆਂ 'ਚ ਕੋਈ ਸਹੀ ਨਹੀਂ ਕੰਮ ਕਰ ਰਿਹਾ ਤੇ ਆਪਣੀ ਸਰਕਾਰ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਉਹਨਾਂ ਨੂੰ ਬਦਲ ਵੀ ਸਕਦਾ। ਜੇਕਰ ਇਹਨੂੰ ਲੱਗੇ ਕਿ ਕੋਈ ਮੰਤਰੀ ਜਿਹੜਾ ਮੰਤਰੀ ਮੰਡਲ ਦੇ ਵਿੱਚ ਕੋਈ ਇਹੋ ਜਿਹਾ ਮੰਤਰੀ ਆ ਜਿਹੜਾ ਕਿ ਸਰਕਾਰ ਦੇ ਹਿੱਤ ਵਿੱਚ ਕੰਮ ਨਹੀਂ ਕਰ ਰਿਹਾ, ਤੇ ਇਹ ਉਹਨੂੰ ਉਹਦੇ ਅਹੁਦੇ ਤੋਂ ਹਟਾ ਦਿੰਦਾ। ਸਰਕਾਰ ਦਾ ਮੁਖੀ, ਇਹ ਆਪਣੀ ਸਰਕਾਰ ਦਾ ਮੁਖੀ ਹੁੰਦਾ ਹੈ। ਕਾਰਜਪਾਲਿਕਾ, ਨਿਆਂਪਾਲਿਕਾ ਤੇ ਆਪਾਤਕਾਲੀਨ ਸਾਰੀਆਂ ਸ਼ਕਤੀਆਂ ਇਸਤੇਮਾਲ ਕਰਦਾ ਪ੍ਰਧਾਨ ਮੰਤਰੀ। ਵਿਦੇਸ਼ ਨੀਤੀ ਵਿੱਚ ਸਰਕਾਰ ਦਾ ਮੁੱਖ ਪ੍ਰਤੀਨਿਧੀ, ਕਹਿੰਦਾ ਜਿੰਨੀ ਵੀ ਵਿਦੇਸ਼ ਨੀਤੀ ਬਣਾਈ ਜਾਂਦੀ ਆ, ਵਿਦੇਸ਼ਾਂ ਨਾਲ ਸੰਬੰਧ ਕਾਇਮ ਕੀਤੇ ਜਾਂਦੇ ਆ ਜਾਂ ਵਿਦੇਸ਼ਾਂ ਨਾਲ ਸੰਬੰਧ ਚੰਗੇ ਕਰਨ ਵਾਸਤੇ ਜਿੰਨੀਆਂ ਪਾਲਿਸੀਜ਼ ਬਣਾਈਆਂ ਜਾਂਦੀਆਂ, ਉਹ ਸਾਰੀਆਂ ਇਹਦੇ ਵੱਲੋਂ ਹੁੰਦੀਆਂ ਔਰ ਮਹੱਤਵਪੂਰਨ ਵਿਦੇਸ਼ੀ ਫੈਸਲੇ ਇਹੀ ਲੈ ਸਕਦਾ ਹੈ। ਲੋਕ ਸਭਾ ਨੂੰ ਭੰਗ ਕਰਾਉਣ ਦਾ ਅਧਿਕਾਰ, ਕਹਿੰਦਾ ਇਹ ਜਦ ਚਾਹੇ ਲੋਕ ਸਭਾ ਨੂੰ ਭੰਗ ਕਰ ਸਕਦਾ। ਪ੍ਰਧਾਨ ਮੰਤਰੀ ਰਾਸ਼ਟਰ ਮੰਡਲ ਦੇ ਦੋਸ਼ਾਂ ਨਾਲ ਚੰਗੇ ਸੰਬੰਧ ਸਥਾਪਿਤ ਕਰਦਾ ਹੈ। ਕਹਿੰਦਾ ਕਿ ਭਾਰਤ ਰਾਸ਼ਟਰ ਮੰਡਲ ਦਾ ਮੈਂਬਰ ਹੈ, ਜਿਸ ਕਾਰਨ ਰਾਸ਼ਟਰ ਮੰਡਲ ਦੇ ਦੇਸ਼ਾਂ ਉੱਪਰ ਵੀ ਦੇਸ਼ਾਂ ਦੇ ਗਲਤ ਲਿਖਿਆ, ਮਿਸਪ੍ਰਿੰਟ ਹੋਇਆ, ਮਹੱਤਵਪੂਰਨ ਸੰਬੰਧ ਸਥਾਪਿਤ ਕਰਨਾ ਪ੍ਰਧਾਨ ਮੰਤਰੀ ਦਾ ਕੰਮ ਹੈ। ਪ੍ਰਧਾਨ ਮੰਤਰੀ ਰਾਸ਼ਟਰ ਮੰਡਲ ਦੀਆਂ ਬੈਠਕਾਂ ਵਿੱਚ ਭਾਗ ਲੈਂਦਾ ਹੈ। ਨੈਕਸਟ ਆ ਜਾਓ ਪ੍ਰਧਾਨ ਮੰਤਰੀ ਅਤੇ ਸੁਰੱਖਿਆ। ਰਾਸ਼ਟਰ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੁੰਦੀ ਹੈ। ਇਸ ਕਾਰਨ ਉਸਦੀ ਰੱਖਿਆ ਵਿਭਾਗ ਤੇ ਪੂਰਾ ਕੰਟਰੋਲ ਹੁੰਦਾ ਹੈ। ਜਿਹੜਾ ਰੱਖਿਆ ਵਿਭਾਗ ਹੈ ਨਾ, ਉਹਦੇ ਤੇ ਸਾਰਾ ਕੰਟਰੋਲ ਪ੍ਰਧਾਨ ਮੰਤਰੀ ਦਾ ਹੁੰਦਾ ਜੀ, ਕਿਉਂਕਿ ਇਹਦਾ ਪਹਿਲਾ ਫਰਜ਼ ਹੈ ਆਪਣੇ ਦੇਸ਼ ਨੂੰ ਦੂਸਰੇ ਦੇਸ਼ਾਂ ਦੇ ਹਮਲਿਆਂ ਤੋਂ ਬਚਾਉਣਾ ਔਰ ਦੂਸਰੇ ਦੇਸ਼ਾਂ ਦੇ ਕੂਟਨੀਤੀਆਂ ਤੋਂ ਬਚਾਉਣਾ। ਨੈਕਸਟ ਪ੍ਰਧਾਨ ਮੰਤਰੀ ਦਾ ਅਰਥ ਵਿਵਸਥਾ ਤੇ ਕੰਟਰੋਲ। ਦੇਸ਼ ਦੀ ਸਾਰੀ ਅਰਥ ਵਿਵਸਥਾ ਤੇ ਪ੍ਰਧਾਨ ਮੰਤਰੀ ਦਾ ਕੰਟਰੋਲ ਹੁੰਦਾ। ਨੈਕਸਟ ਪੁਆਇੰਟ ਇਕੱਲੇ ਪੜਾਂਗੇ ਕਿਉਂਕਿ 10 ਪੁਆਇੰਟ ਹੀ ਆਪਾਂ ਲਿਖਣੇ ਹੁੰਦੇ ਆ, ਉਹ ਮੈਂ ਸਾਰੇ ਓਵਰਵਿਊ ਦੇਤਾ ਪਿੱਛੇ। ਸਰਕਾਰ ਦਾ ਪ੍ਰਮੁੱਖ ਪ੍ਰਤੀਨਿਧੀ, ਇਹ ਆਪਣੀ ਸਰਕਾਰ ਦਾ ਪ੍ਰਤੀਨਿਧੀ ਹੁੰਦਾ। ਪ੍ਰਧਾਨ ਮੰਤਰੀ ਅਤੇ ਜਨਮਤ, ਪ੍ਰਧਾਨ ਮੰਤਰੀ ਅਤੇ ਲੋਕ, ਇਹਦੇ ਜਿਹੜੇ ਕੰਮ ਆ, ਇਹਦੀ ਭੂਮਿਕਾ, ਨੀਤੀ ਦਾ ਪ੍ਰਭਾਵ ਜਨਤਾ ਉੱਤੇ ਪੈਂਦਾ ਹੈ। ਇਸ ਕਰਕੇ ਇਹਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ ਵਿੱਚ ਵੀ ਜਨਮਤ ਦਾ ਸਮਰਥਨ ਪ੍ਰਾਪਤ ਹੋ ਜਾਂਦਾ। ਰੇਡੀਓ ਟੈਲੀਵਿਜ਼ਨ ਆਦਿ ਸਰਕਾਰ ਦਾ ਹੀ ਉਹਦੇ ਤੇ ਕੰਟਰੋਲ ਹੁੰਦਾ ਹੈ। ਨੈਕਸਟ ਰਾਜਾਂ ਦੇ ਕੰਮਾਂ ਵਿੱਚ ਸਮੀਖਿਆ।
ਕਹਿੰਦਾ ਇਹ ਰਾਜ ਦੇ ਕੰਮਕਾਜ ਵਿੱਚ ਸਮੀਖਿਆ ਦਾ ਅਧਿਕਾਰ ਹੈ ਕਿ ਰਾਜ ਦੇ ਜਿਹੜੇ ਸੀਐਮ ਉਹਨਾਂ ਨੇ ਕਿਹੜੇ ਕੰਮ ਕਰਨੇ, ਕਿੰਨਾ ਕੰਮਾਂ ਤੇ ਇਹਦਾ ਕੰਟਰੋਲ ਇਹਨੇ ਤੈਅ ਕਰਨਾ ਹੁੰਦਾ। ਪ੍ਰਧਾਨ ਮੰਤਰੀ ਦੀਆਂ ਆਪਾਤਕਾਲੀਨ ਸ਼ਕਤੀਆਂ ਸੇਮ ਰਾਸ਼ਟਰਪਤੀ ਕੋਲ ਜਿਹੜੀਆਂ ਸ਼ਕਤੀਆਂ ਨੇ ਉਹਦੀ ਮਨਜ਼ੂਰੀ ਪ੍ਰਧਾਨ ਮੰਤਰੀ ਕੋਲ ਲੈਣੀ ਪੈਂਦੀ, ਜਿਹੜੀਆਂ ਕਿ ਆਪਾਤਕਾਲੀਨ ਸ਼ਕਤੀਆਂ। ਨਿਯੁਕਤੀ ਦਾ ਅਧਿਕਾਰ, ਇਹਦੇ ਕੋਲ ਨਿਯੁਕਤੀ ਦਾ ਅਧਿਕਾਰ ਹੈ। ਦੇਸ਼ਾਂ ਵਿੱਚ ਭੇਜੇ ਨਾਲ ਜਾਣ ਵਾਲੇ ਰਾਜਦੂਤ, ਗਵਰਨਰ, ਅਟਾਰਨੀ ਜਨਰਲ, ਕੰਟਰੋਲਰ, ਇਹਨਾਂ ਸਾਰਿਆਂ ਉੱਤੇ ਇਹਨਾਂ ਦਾ ਹੈਗਾ ਵਾ ਕੰਟਰੋਲ। ਔਰ ਜਿਹੜੇ ਰਾਸ਼ਟਰਪਤੀ ਵੱਲੋਂ 12 ਵਿਅਕਤੀ ਰਾਜ ਸਭਾ ਵਾਸਤੇ ਚੁਣੇ ਜਾਂਦੇ ਆ, ਉਹ ਵੀ 12 ਵਿਅਕਤੀ ਇਕੱਲਾ ਰਾਸ਼ਟਰਪਤੀ ਨਹੀਂ ਚੁਣਦਾ, ਇਹਦੀ ਸਲਾਹ ਨਾਲ ਚੁਣੇ ਜਾਂਦੇ। ਪ੍ਰਧਾਨ ਮੰਤਰੀ ਦੀ ਸਥਿਤੀ ਆਪਾਂ ਓਵਰਵਿਊ ਦਵਾਂਗੇ ਇਹਦੇ ਵਿੱਚ ਕਿ ਪ੍ਰਧਾਨ ਮੰਤਰੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਾਂਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਥਿਤੀ ਬਹੁਤ ਪ੍ਰਭਾਵਸ਼ਾਲੀ ਆ, ਬਹੁਤ ਉੱਚੀ ਆ, ਇਹਨੂੰ ਬਹੁਤ ਗੌਰਵ ਪ੍ਰਾਪਤ ਆ। ਔਰ ਕਿਸੇ ਨੇ ਲਿਖਿਆ ਸੀਗਾ, ਕਿਸੇ ਵਿਦਵਾਨ ਨੇ, ਕਿ ਪ੍ਰਧਾਨ ਮੰਤਰੀ ਦੀ ਸਥਿਤੀ ਜਿਵੇਂ ਅਸਮਾਨ ਵਿੱਚ ਤਾਰਿਆਂ ਦੇ ਵਿੱਚ ਚਮਕਦਾ ਚੰਦਰਮਾ ਹੁੰਦਾ, ਉਸੇ ਤਰ੍ਹਾਂ ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਦੀ ਸਥਿਤੀ ਹੈ। ਉਸ ਤੋਂ ਇਲਾਵਾ ਅਸੀਂ ਵਿੱਚੋਂ ਵੀ ਲਾਈਨਾਂ ਲੈ ਸਕਦੇ ਹਾਂ। ਔਰ ਪ੍ਰਧਾਨ ਮੰਤਰੀ ਦੇ ਬਰਾਬਰ ਕੋਈ ਵੀ ਵਿਅਕਤੀ ਦੇਸ਼ ਦੇ ਵਿੱਚ ਨਹੀਂ ਹੁੰਦਾ। ਇਹ ਇੰਪੋਰਟੈਂਟ ਕੁਐਸਚਨ ਸੀਗਾ। ਨੈਕਸਟ ਇੱਕ ਆਈ ਹੈਗੀ ਆ ਨਿਆਂਪਾਲਿਕਾ, ਸਰਵਉੱਚ ਅਦਾਲਤ ਜਾਣੀ ਕਿ ਸੁਪਰੀਮ ਕੋਰਟ, ਉੱਚ ਅਦਾਲਤ, ਹਾਈ ਕੋਰਟ, ਨਿਆਇਕ ਪੁਨਰ ਨਿਰੀਖਣ, ਜੁਡੀਸ਼ੀਅਲ ਰਿਵਿਊ। ਸਰਵਉੱਚ ਅਦਾਲਤ ਦੀ ਰਚਨਾ, ਸ਼ਕਤੀਆਂ ਅਤੇ ਕੰਮ। ਰਾਜ ਉੱਚ ਅਦਾਲਤ, ਨਿਆਇਕ ਪੁਨਰ ਨਿਰੀਖਣ, ਭਾਰਤ ਵਿੱਚ ਨਿਆਇਕ ਪੁਨਰ ਨਿਰੀਖਣ ਵਿਸ਼ੇਸ਼ਤਾਵਾਂ। ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਆਪਾਂ ਰਚਨਾ ਬਾਰੇ, ਉਹਦੀਆਂ ਸ਼ਕਤੀਆਂ ਤੇ ਕੰਮ ਪੜਾਂਗੇ। ਵੈਰੀ ਇੰਪੋਰਟੈਂਟ ਕੁਐਸਚਨ ਆ, 2 ਔਰ 10 ਮਾਰਕਸ ਦਾ। ਹਰੇਕ ਦੇਸ਼ ਦੀ ਆਪਣੀ ਇੱਕ ਸੁਪਰੀਮ ਕੋਰਟ ਹੁੰਦੀ ਆ, ਜਿਵੇਂ ਕਿ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਬੰਬੇ ਵਿੱਚ ਆ। ਸਾਰੀਆਂ ਅਦਾਲਤਾਂ ਨਾਲੋਂ ਉੱਚੀ ਅਦਾਲਤ ਨੂੰ ਸੁਪਰੀਮ ਕੋਰਟ ਕਹਿੰਦੇ ਆ ਜਾਂ ਸਰਵਉੱਚ ਅਦਾਲਤ ਕਹਿੰਦੇ ਆ। ਔਰ ਸਾਰੇ ਦੇਸ਼ਾਂ ਵਿੱਚ ਸਿਰਫ ਇੱਕ ਹੀ ਹੁੰਦੀ ਹੈ, ਇਸ ਤਰ੍ਹਾਂ ਭਾਰਤ ਵਿੱਚ ਵੀ ਇੱਕ ਹੀ ਅਦਾਲਤ ਹੈ। ਸਰਵਉੱਚ ਅਦਾਲਤ ਦੀ ਜਿਹੜੀ ਰਚਨਾ ਵਾ ਕਿਵੇਂ ਕੀਤੀ ਜਾਂਦੀ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 124 ਅਧੀਨ ਸਰਵਉੱਚ ਅਦਾਲਤ ਦੀ ਵਿਵਸਥਾ ਕੀਤੀ ਗਈ। ਇਹਦੇ ਵਿੱਚ ਇੱਕ ਮੁੱਖ ਜੱਜ ਹੁੰਦਾ, ਪਹਿਲੋਂ ਇੱਕ ਹੀ ਜੱਜ ਹੁੰਦਾ ਸੀ ਔਰ 7 ਉਹਦੇ ਹੋਰ ਜੱਜ ਹੁੰਦੇ ਸੀ। ਬਟ ਹੌਲੀ ਹੌਲੀ ਹੁਣ ਅੱਜ ਕੱਲ੍ਹ ਜਿਹੜੀ ਜੱਜਾਂ ਦੀ ਗਿਣਤੀ ਆ, ਇੱਕ ਮੁੱਖ ਜੱਜ ਤੇ ਨਾਲ 25 ਹੋਰ ਜੱਜ ਹੁੰਦੇ ਨੇ। 7 ਤੋਂ ਸ਼ੁਰੂ ਹੋਏ ਸੀ, ਬਟ ਵੱਧਦੇ ਇਹਨਾਂ ਦੀ ਗਿਣਤੀ ਜਿਹੜੀ 25 ਕਰ ਦਿੱਤੀ ਗਈ ਆ। ਇਹਦੇ ਜਿਹੜੇ ਸਹਾਇਕ ਜੱਜ ਹੁੰਦੇ ਨੇ, ਔਰ ਜਿਹੜਾ ਇਹਦਾ ਮੁੱਖ ਜੱਜ ਆ ਉਹਦੀ ਚੋਣ ਰਾਸ਼ਟਰਪਤੀ ਕਰਦਾ ਹੈ, ਔਰ ਜਿਹੜੇ ਇਹਦੇ ਸਹਾਇਕ ਜੱਜ ਨੇ ਉਹਨਾਂ ਦੀ ਚੋਣ ਰਾਸ਼ਟਰਪਤੀ ਇਹਦੀ ਮੁੱਖ ਜੱਜ ਦੀ ਸਲਾਹ ਨਾਲ ਕਰਦਾ ਹੈ। ਜੱਜਾਂ ਦੀ ਨਿਯੁਕਤੀ, ਉੱਚ ਅਦਾਲਤ ਦੇ ਮੁੱਖ ਜੱਜਾਂ ਤੇ ਹੋਰ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ, ਸੇਮ ਜਿਹੜਾ ਮੈਂ ਹੁਣੇ ਓਵਰਵਿਊ ਦਿੱਤਾ। ਮੁੱਖ ਜੱਜਾਂ ਦੀ ਨਿਯੁਕਤੀ ਸਮੇਂ ਰਾਸ਼ਟਰਪਤੀ ਨੂੰ ਉੱਚ ਅਦਾਲਤਾਂ ਤੇ ਰਾਜਾਂ ਦੀਆਂ ਉੱਚ ਅਦਾਲਤਾਂ ਦੇ ਜੱਜਾਂ ਦੀ ਸਲਾਹ ਲੈਣੀ ਪੈਂਦੀ ਹੈ। ਉੱਚ ਅਦਾਲਤਾਂ ਦੇ ਹੋਰ ਜੱਜਾਂ ਦੀ ਨਿਯੁਕਤੀ ਸਮੇਂ ਮੁੱਖ ਜੱਜ ਦੀ ਸਲਾਹ ਲੈਣੀ ਪੈਂਦੀ ਹੈ। ਨੈਕਸਟ, ਸਰਵਉੱਚ ਜੱਜਾਂ ਦੀਆਂ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ, ਕੁਆਲੀਫਿਕੇਸ਼ਨਸ ਕੀ ਹੋਣੀਆਂ ਚਾਹੀਦੀਆਂ ਇਹਨਾਂ ਦੀਆਂ। ਪਹਿਲਾ ਸਭ ਤੋਂ ਇਹ ਕਿ ਉਹ ਭਾਰਤ ਦਾ ਹੀ ਨਾਗਰਿਕ ਹੋਵੇ, ਉਹਨੇ ਕਿਸੇ ਸੁਪਰੀਮ ਕੋਰਟ ਵਿੱਚ, ਉੱਚੀ ਅਦਾਲਤ ਵਿੱਚ ਘੱਟੋ ਘੱਟ 5 ਸਾਲ ਤੱਕ ਉਹ ਜੱਜ ਰਿਹਾ ਹੋਵੇ, ਔਰ ਜਾਂ ਫਿਰ 10 ਸਾਲ ਤੱਕ ਉਹਦੇ ਉੱਥੇ ਵਕੀਲ ਰਿਹਾ ਹੋਵੇ। ਉਹ ਰਾਸ਼ਟਰਪਤੀ ਦੀ ਨਜ਼ਰ ਵਿੱਚ ਪ੍ਰਸਿੱਧ ਵਿਧੀਵੇਤਾ ਹੋਵੇ, ਯਾਨੀ ਕਿ ਚੰਗਾ ਨਿਆਂ ਕਰਤਾ ਹੋਵੇ। ਜੱਜ ਦਾ ਸਮਾਂ, ਇਹਨਾਂ ਦੀ ਜਿਹੜੀ ਰਿਟਾਇਰਮੈਂਟ ਦੀ ਉਮਰ ਹੈ ਉਹ 65 ਸਾਲ ਹੁੰਦੀ ਆ,
ਔਰ 65 ਸਾਲ ਤੋਂ ਬਾਅਦ ਇਹਨਾਂ ਨੂੰ ਅਹੁਦੇ ਤੋਂ ਛੁੱਟੀ ਦੇ ਦਿੱਤੀ ਜਾਂਦੀ, ਜਾਣੀ ਕਿ ਰਿਟਾਇਰਮੈਂਟ ਦਿੱਤੀ ਜਾਂਦੀ ਆ। ਹੁਣ ਕਹਿੰਦਾ ਸੰਸਦ ਨੇ ਇਹਨਾਂ ਦੀ ਜਿਹੜੀ ਉਮਰ ਆ ਉਹ ਵਧਾ ਦਿੱਤੀ ਆ, 65 ਤੋਂ 67 ਸਾਲ ਕਰ ਦਿੱਤੀ ਆ, ਔਰ ਇਹਨਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਵੀ ਦਿੱਤੀ ਜਾਂਦੀ ਹੈ। ਰਾਸ਼ਟਰਪਤੀ ਇਹਨਾਂ ਨੂੰ ਆਪਣੀ ਸਵੈ ਇੱਛਾ ਨਾਲ ਹਟਾ ਵੀ ਸਕਦਾ ਹੈ। ਜੱਜਾਂ ਨੂੰ ਹਟਾਏ ਜਾਣਾ, ਜੇਕਰ ਕਿਸੇ ਜੱਜ ਕੋਈ ਅਯੋਗ ਆ, ਉਹਦੀ ਕੁਆਲੀਫਿਕੇਸ਼ਨ ਨਹੀਂ ਸਹੀ ਜਾਂ ਉਹਦੇ ਕੋਈ ਦੁਰਵਿਵਹਾਰ ਕੀਤਾ, ਤਾਂ ਇਹਨੂੰ ਜਿਹੜਾ ਸਰਵਉੱਚ ਦੇ ਅਦਾਲਤ ਦੇ ਜੱਜ ਨੇ ਇਹਨਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਜੱਜ ਨੂੰ ਵੀ ਹਟਾਇਆ ਜਾ ਸਕਦਾ ਹੈ। ਕਹਿੰਦਾ ਜੇਕਰ ਸੰਸਦ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਸਤਾਵ ਆ ਜਾਂਦਾ ਜਿਹਦੇ ਵਿੱਚ ਕਿ ਕਿਸੇ ਜੱਜ ਨੇ ਦੁਰਵਿਵਹਾਰ ਕੀਤਾ ਜਾਂ ਅਯੋਗ ਹੋ ਗਿਆ ਵਾ, ਤਾਂ ਉਹਦੀ ਜਿਹੜੀ ਅਸਮਰੱਥਾ ਦਾ ਦੋਸ਼ ਲਗਾ ਕੇ ਉਹਨੂੰ ਬਰਖਾਸਤ ਕੀਤਾ ਜਾਂਦਾ ਹੈ। ਨੈਕਸਟ ਹੋ ਗਿਆ ਤਨਖਾਹ ਤੇ ਭੱਤੇ। ਇਹਨਾਂ ਦੀ ਜਿਹੜੀ ਮੁੱਖ ਜੱਜ ਆ ਉਹਦੀ ਤਨਖਾਹ 1 ਲੱਖ ਰੁਪਏ ਮਹੀਨਾ, ਜਿਹੜੇ ਹੋਰ ਜੱਜ ਆ ਉਹਨਾਂ ਦੀ ਤਨਖਾਹ 80,000 ਰੁਪਏ ਮਹੀਨਾ ਹੁੰਦੀ, ਔਰ ਇਹਨਾਂ ਨੂੰ ਰਹਿਣ ਵਾਸਤੇ ਬਿਨਾਂ ਕਿਰਾਏ ਦੇ ਸਰਕਾਰੀ ਕੋਠੀ ਦਿੱਤੀ ਜਾਂਦੀ ਆ, ਯਾਤਰਾ ਭੱਤਾ ਵੀ ਦਿੱਤਾ ਜਾਂਦਾ, ਔਰ ਕਿਸੇ ਵੀ ਸਰਕਾਰੀ ਇਹਨਾਂ ਨੇ ਯਾਤਰਾ ਕੰਮ ਵਾਸਤੇ ਯਾਤਰਾ ਕਰਨੀ ਆ ਉਹਦੇ ਵਾਸਤੇ ਵੀ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ। ਨੈਕਸਟ ਹੈਗਾ ਅਹੁਦੇ ਦੀ ਸਹੁੰ। ਹਰੇਕ ਉਹ ਵਿਅਕਤੀ ਜੋ ਭਾਰਤ ਵਿੱਚ ਸਰਵਉੱਚ ਅਦਾਲਤ ਦੇ ਮੁੱਖ ਜੱਜ ਅਤੇ ਹੋਰ ਜੱਜਾਂ ਦੇ ਅਹੁਦੇ ਤੇ ਨਿਯੁਕਤ ਹੁੰਦਾ ਹੈ, ਉਹਨੂੰ ਆਪਣਾ ਅਹੁਦਾ ਗ੍ਰਹਿਣ ਕਰਨ ਸਮੇਂ ਰਾਸ਼ਟਰਪਤੀ ਜਾਂ ਉਹਦੇ ਅਧਿਕਾਰੀਆਂ ਵੱਲੋਂ ਸਹੁੰ ਚੁਕਾਈ ਜਾਂਦੀ ਹੈ। ਅੱਗੇ ਆ ਗਿਆ ਇਹਨਾਂ ਦੀਆਂ ਸ਼ਕਤੀਆਂ, ਪੇਜ ਨੰਬਰ 150 ਤੇ। ਸਰਵਉੱਚ ਅਦਾਲਤ ਦੇ ਅਧਿਕਾਰ ਕਿਹੜੇ ਕਿਹੜੇ ਔਰ ਸ਼ਕਤੀਆਂ ਦੱਸੋ। ਅਧਿਕਾਰ ਖੇਤਰ ਕੀ ਇਹਦਾ? ਸਰਵਉੱਚ ਅਦਾਲਤ ਭਾਰਤ ਦਾ ਸਭ ਤੋਂ ਉੱਚੀ ਅਤੇ ਆਖਰੀ ਅਦਾਲਤ ਹੈ। ਇਸ ਦਾ ਖੇਤਰ, ਅਧਿਕਾਰ ਅਤੇ ਸ਼ਕਤੀਆਂ ਬਹੁਤ ਹੀ ਜ਼ਿਆਦਾ ਨੇ, ਜਾਣੀ ਕਿ ਵਿਆਪਕ ਵੱਡੇ ਪੱਧਰ ਦੇ ਆ। ਸੰਸਾਰ ਵਿੱਚ ਕਿਸੇ ਵੀ ਸਰਵਉੱਚ ਅਦਾਲਤ ਤੋਂ ਘੱਟ ਨਹੀਂ ਆ। ਕਹਿੰਦਾ ਸੰਸਾਰ ਵਿੱਚ ਜਿੰਨੀਆਂ ਵੀ ਸਰਵਉੱਚ ਅਦਾਲਤਾਂ ਨੇ ਉਹਨਾਂ ਸਾਰਿਆਂ ਦੇ ਬਰਾਬਰ ਹੀ ਸਾਡੇ ਭਾਰਤ ਦੀ ਅਦਾਲਤ ਦੀ ਸ਼ਕਤੀ ਆ, ਜਾਣੀ ਕਿ ਅਧਿਕਾਰ। ਜਦ ਕਿ ਇਹਦੀਆਂ ਜਿਹੜੀਆਂ ਸ਼ਕਤੀਆਂ ਨੇ ਸੁਪਰੀਮ ਕੋਰਟ ਦੀਆਂ ਅਮਰੀਕਾ ਦੀ ਅਦਾਲਤ ਤੋਂ ਵੀ ਵੱਡੀਆਂ ਨੇ। ਸ਼ੁਰੂਆਤੀ ਖੇਤਰ, ਪਹਿਲੇ ਉਹਦੇ ਵਿੱਚ ਸ਼ੁਰੂਆਤੀ ਖੇਤਰ ਆਉਂਦੇ ਨੇ। ਇਸ ਅਧਿਕਾਰ ਖੇਤਰ ਵਿੱਚ ਉਹ ਮੁਕੱਦਮੇ ਆਉਂਦੇ ਜੋ ਕਿਸੇ ਹੋਰ ਅਦਾਲਤ ਵਿੱਚ ਪੇਸ਼ ਕੀਤੇ ਨਹੀਂ ਜਾ ਸਕਦੇ, ਜਾਣੀ ਕਿ ਸਿੱਧਾ ਵੀ ਸੁਪਰੀਮ ਕੋਰਟ ਵਿੱਚ ਮੁਕੱਦਮੇ ਚਲੇ ਜਾਂਦੇ, ਜਿਨ੍ਹਾਂ ਦੀ ਸੁਣਵਾਈ ਪਹਿਲੀ ਵਾਰ ਹੀ ਸਰਵਉੱਚ ਅਦਾਲਤ ਵਿੱਚ ਹੁੰਦੀ ਹੈ। ਕਿਹੜੇ ਕਿਹੜੇ ਝਗੜੇ? ਅਜਿਹੇ ਝਗੜੇ ਜਿਸ ਵਿੱਚ ਇੱਕ ਪਾਸੇ ਭਾਰਤ ਸਰਕਾਰ ਅਤੇ ਦੂਸਰੇ ਪਾਸੇ ਇੱਕ ਜਾਂ ਇੱਕ ਤੋਂ ਜ਼ਿਆਦਾ ਰਾਜ ਸਰਕਾਰਾਂ ਹੋਣ। ਕਿਹੜੇ ਕਿਹੜੇ ਝਗੜਿਆਂ ਦਾ ਨਿਪਟਾਰਾ ਕਰਦੀ ਹੈ? ਕੇਂਦਰੀ ਸਰਕਾਰ ਤੇ ਰਾਜ ਦੀਆਂ ਸਰਕਾਰਾਂ ਦੇ ਵਿਚਲੇ ਝਗੜੇ ਦੀ। ਅੱਗੇ ਉਹ ਝਗੜੇ ਜਿਹੜੇ ਦੋ ਰਾਜਾਂ ਦੇ ਆਪਸੀ ਹੁੰਦੇ ਆ, ਜਿਵੇਂ ਕਿ ਹੁਣ ਫੋਰ ਐਗਜ਼ਾਮਪਲ ਪੰਜਾਬ ਦਾ ਜਿਹੜਾ ਪਾਣੀ ਦਾ ਝਗੜਾ ਚੱਲ ਰਿਹਾ ਹਰਿਆਣੇ ਨਾਲ ਤੇ ਹਿਮਾਚਲ ਨਾਲ, ਜਿਹੜਾ ਝਗੜਾ ਚੱਲ ਰਿਹਾ ਨਾ, ਇਸ ਤਰ੍ਹਾਂ ਦੇ ਜਿਹੜੇ ਝਗੜੇ ਆ ਨਾ ਉਹ ਸਰਵਉੱਚ ਅਦਾਲਤ 'ਚ ਪੇਸ਼ ਕੀਤੇ ਜਾਂਦੇ ਆ। ਸ਼ੁਰੂਆਤੀ ਖੇਤਰ ਅਧਿਕਾਰ ਤੇ ਪਾਬੰਦੀਆਂ। ਅੱਗੇ ਹੈਗਾ ਦੂਸਰਾ ਅਪੀਲੀ ਖੇਤਰ ਅਧਿਕਾਰ। ਸਰਵਉੱਚ ਅਦਾਲਤ ਦੇ ਇਸ ਖੇਤਰ ਅਧਿਕਾਰ ਵਿੱਚ ਅਜਿਹੇ ਮੁਕੱਦਮੇ ਆਉਂਦੇ ਹਨ ਜਿਨ੍ਹਾਂ ਦਾ ਆਰੰਭ ਹੇਠਲੀਆਂ ਅਦਾਲਤਾਂ ਵਿੱਚ ਹੁੰਦਾ ਹੈ। ਹੁਣ ਇਹਦੇ ਤੋਂ ਇਲਾਵਾ ਉਹ ਵੀ ਇੱਥੇ ਮੁਕੱਦਮੇ ਆਉਂਦੇ ਆ ਜਿਨ੍ਹਾਂ ਨੂੰ ਪਹਿਲਾਂ ਛੋਟੀਆਂ ਅਦਾਲਤਾਂ ਵਿੱਚ ਪੇਸ਼ ਕੀਤਾ ਹੁੰਦਾ ਜਿਹੜੇ ਮੁਕੱਦਮੇ, ਔਰ ਪਰ ਉਹਨਾਂ ਦੇ ਫੈਸਲੇ ਵਿਰੁੱਧ ਅਪੀਲ ਸਰਵਉੱਚ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ। ਯਾਨੀ ਕਿ ਜਿਹੜੇ ਹੇਠਲੀਆਂ ਅਦਾਲਤਾਂ 'ਚ ਕੀਤੇ ਗਏ ਫੈਸਲਿਆਂ ਨਾਲ ਕੋਈ ਸਹਿਮਤ ਨਹੀਂ ਆ ਤਾਂ ਉਹ ਆਪਣੀ ਅਪੀਲ ਜਿਹੜੀ ਸਰਵਉੱਚ ਅਦਾਲਤ ਵਿੱਚ ਕਰ ਸਕਦਾ ਹੈ। ਪਹਿਲਾ ਹੈਗਾ ਵਾ ਸੰਵਿਧਾਨਿਕ। ਕਹਿੰਦਾ ਜੇਕਰ ਸੰਵਿਧਾਨ ਦੇ ਵਿੱਚ ਲਿਖੇ ਗਏ ਕਾਨੂੰਨਾਂ ਦੇ ਵਿਆਖਿਆ ਸੰਬੰਧੀ ਕੋਈ ਮੁਕੱਦਮਾ ਹੈਗਾ ਤਾਂ ਉਹ ਵੀ ਸਰਵਉੱਚ ਅਦਾਲਤ ਵਿੱਚ ਉਹਦੀ ਅਪੀਲ ਜਿਹੜੀ ਉਹ ਪੇਸ਼ ਕੀਤੀ ਜਾਂਦੀ ਹੈ। ਦੂਸਰਾ ਹੈਗਾ ਵਾ ਦੀਵਾਨੀ। ਸੰਵਿਧਾਨ ਅਧੀਨ ਸਰਵਉੱਚ ਅਦਾਲਤਾਂ ਵਿੱਚ ਕਿਸੇ ਉੱਚ ਅਦਾਲਤ ਦੇ ਕੇਵਲ ਅਜਿਹੇ ਫੈਸਲੇ ਵਿਰੁੱਧ ਅਪੀਲ ਕੀਤੀ ਜਾਂਦੀ ਹੈ ਜਿਸ ਵਿੱਚ ਝਗੜੇ ਇੱਕ ਰਕਮ ਘੱਟੋ ਘੱਟ 20,000 ਰੁਪਏ ਜਾਂ ਇਸ ਮੁੱਲ ਦੀ ਵੀ ਜ਼ਿਆਦਾ ਜਾਂ ਇਸ ਤੋਂ ਜ਼ਿਆਦਾ ਮੁੱਲ ਦੀ ਸੰਪੱਤੀ ਹੋਵੇ। ਨੈਕਸਟ ਆ ਗਿਆ ਫੌਜਦਾਰੀ।
ਜੇਕਰ ਉੱਚ ਅਦਾਲਤ 'ਚ ਅਪੀਲ ਪੇਸ਼ ਹੋਣ ਤੇ ਕਿਸੇ ਵਿਅਕਤੀ ਦੀ ਰਿਹਾਈ ਦੇ ਫੈਸਲੇ ਨੂੰ ਬਦਲ ਦਈਏ ਤਾਂ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੋਵੇ ਤਾਂ ਮੰਨ ਲਓ ਕਿ ਜਿਹੜੀ ਕਿਸੇ ਵੀ ਅਦਾਲਤ ਵਿੱਚ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਹੋ ਗਈ ਆ ਬਟ ਉਹ ਉਸ ਫੈਸਲੇ ਨਾਲ ਸਹਿਮਤ ਨਹੀਂ ਆ ਤੇ ਉਹ ਇੱਥੇ ਆਪਣੀ ਅਰਜੀ ਲਾ ਸਕਦਾ ਹੈ। ਜੇਕਰ ਕਿਸੇ ਮੁਕੱਦਮੇ ਨੂੰ ਉੱਚ ਅਦਾਲਤ ਨੇ ਆਪਣੇ ਕੋਲ ਲੈ ਲਿਆ ਹੋਵੇ ਅਤੇ ਉਸ ਵਿੱਚ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ। ਨੈਕਸਟ, ਸਰਵਉੱਚ ਉੱਚ ਅਦਾਲਤ ਵੱਲੋਂ ਵਿਚਾਰਯੋਗ ਜੇਕਰ ਉੱਚ ਅਦਾਲਤ ਇਹ ਪ੍ਰਮਾਣਿਤ ਕਰ ਦੇਵੇ ਕਿ ਵਿਵਾਦ ਸਰਵਉੱਚ ਅਦਾਲਤ ਵੱਲੋਂ ਵਿਚਾਰਯੋਗ ਹੈ ਉਦੋਂ ਵੀ ਅਪੀਲ ਕੀਤੀ ਜਾ ਸਕਦੀ ਹੈ। ਤੀਸਰਾ ਹੈਗਾ ਵਾ ਸਲਾਹ ਮਸ਼ਵਰੇ ਸੰਬੰਧੀ ਅਧਿਕਾਰ ਖੇਤਰ ਕਿ ਦੂਸਰੀਆਂ ਅਦਾਲਤਾਂ ਦੇ ਜੱਜਾਂ ਨਾਲ ਮਿਲ ਕੇ ਕਿਸੇ ਵੀ ਕਾਨੂੰਨ ਬਾਰੇ ਸਲਾਹ ਮਸ਼ਵਰਾ ਕਰਨਾ। ਮੌਲਿਕ ਅਧਿਕਾਰਾਂ ਦੀ ਸੁਰੱਖਿਆ, ਇਹ ਪਹਿਲੇ ਆਪਾਂ ਮੌਲਿਕ ਅਧਿਕਾਰਾਂ 'ਚ ਵੀ ਪੜ੍ਹ ਲਿਆ ਸੀ। ਜੇਕਰ ਕਿਸੇ ਪੜ੍ਹਿਆ ਸੀ ਕਿ ਜੇਕਰ ਕਿਸੇ ਨਾਗਰਿਕ ਨੂੰ ਉਹਦੇ ਮੌਲਿਕ ਅਧਿਕਾਰ ਨਹੀਂ ਮਿਲ ਰਹੇ ਜਾਂ ਉਹਨੂੰ ਉਹਦੇ ਤੋਂ ਵਾਂਝਿਆ ਰੱਖਿਆ ਜਾ ਰਿਹਾ ਤੇ ਉਹ ਸਰਵਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ, ਆਪਣੀ ਅਪੀਲ ਜਿਹੜੀ ਉੱਥੇ ਦਾਖਲ ਕਰਾ ਸਕਦਾ। ਸੰਵਿਧਾਨ ਦੀ ਵਿਆਖਿਆ ਕਰਨ ਦਾ ਅਧਿਕਾਰ, ਸਰਵਉੱਚ ਅਦਾਲਤ ਕੋਈ ਵੀ ਅਧਿਕਾਰ ਹੈਗਾ ਕੋਈ ਸੰਵਿਧਾਨ ਦੀ ਵਿਆਖਿਆ ਕਰੇ। ਮੁਕੱਦਮਿਆਂ ਨੂੰ ਤਬਦੀਲ ਦੀ ਸ਼ਕਤੀ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਦੇ ਸੰਬੰਧ ਵਿੱਚ ਝਗੜੇ। ਮੰਨ ਲਓ ਕੋਈ ਇਸ ਤਰ੍ਹਾਂ ਦਾ ਝਗੜਾ ਚੱਲ ਰਿਹਾ, ਰਾਸ਼ਟਰਪਤੀ ਚੋਣ ਦਾ ਝਗੜਾ ਕਰ ਰਿਹਾ ਤੇ ਉਹਦਾ ਆਖਰੀ ਫੈਸਲਾ ਸੁਪਰੀਮ ਕੋਰਟ 'ਚ ਹੁੰਦਾ ਹੈ। ਸਰਵਉੱਚ ਅਦਾਲਤ ਨੂੰ ਅਦਾਲਤਾਂ ਦੀ ਕਾਰਵਾਈ ਅਤੇ ਕਾਰਜਵਿਧੀ ਨੂੰ ਨਿਯਮਿਤ ਕਰਨ ਲਈ ਨਿਯਮਾਂ ਦਾ ਨਿਰਮਾਣ ਕਰਨ ਦੀ ਸ਼ਕਤੀ। ਹੁਣ ਸਰਵਉੱਚ ਅਦਾਲਤ ਕੋਈ ਵੀ ਸ਼ਕਤੀ ਹੁੰਦੀ ਹੈ ਕਿ ਜਿਹੜੀਆਂ ਉਹਦੇ ਨੀਚੇ ਅਦਾਲਤਾਂ ਨੇ ਉਹਨਾਂ ਦੇ ਵਿੱਚ ਕਾਰਵਾਈ ਜਾਂ ਕਾਰਜਵਿਧੀ ਨੂੰ ਨਿਯਮਿਤ ਕਰਨ ਦੀ, ਜਾਣੀ ਕਿ ਰੂਲਸ ਰੈਗੂਲੇਸ਼ਨ ਬਣਾਉਣ ਦੀ ਇਹਦੇ ਕੋਲ ਸ਼ਕਤੀ ਹੁੰਦੀ ਹੈ। ਆਪਣੇ ਫੈਸਲੇ ਦੇ ਪੁਨਰ ਨਿਰੀਖਣ ਦਾ ਅਧਿਕਾਰ, ਜੇਕਰ ਸਰਵਉੱਚ ਅਦਾਲਤ ਕੋਲੋਂ ਕੋਈ ਇਸ ਤਰ੍ਹਾਂ ਦਾ ਕੋਈ ਉਹਦੇ ਕੋਲ ਮੁਕੱਦਮਾ ਆ ਗਿਆ ਜਾਂ ਆਪਣਾ ਹੀ ਕੀਤਾ ਗਿਆ ਫੈਸਲੇ ਤੇ ਉਹ ਦੁਬਾਰਾ ਪੁਨਰ ਨਿਰੀਖਣ ਕਰ ਸਕਦੀ ਹੈ। ਕਹਿੰਦਾ ਅਭਿਲੇਖ ਅਦਾਲਤ, ਭਾਰਤੀ ਸਰਵਉੱਚ ਅਦਾਲਤ ਨੂੰ ਅਭਿਲੇਖ ਅਦਾਲਤ ਮੰਨਿਆ ਜਾਂਦਾ ਹੈ। ਇਸ ਦੀਆਂ ਸਾਰੀਆਂ ਕਾਰਵਾਈਆਂ ਤੇ ਫੈਸਲੇ ਪ੍ਰਮਾਣ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਦੇਸ਼ ਦੇ ਸਾਰੀਆਂ ਅਦਾਲਤਾਂ 'ਚ ਫੈਸਲੇ ਨਿਆਇਕ ਦ੍ਰਿਸ਼ਟਾਂਤ ਦੇ ਵਿੱਚ ਸਵੀਕਾਰ ਕੀਤੇ ਜਾਂਦੇ ਹਨ। ਭਾਰਤੀ ਸਰਵਉੱਚ ਅਦਾਲਤ ਕਿਸੇ ਨੂੰ ਵੀ ਅਦਾਲਤ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਸਜ਼ਾ ਦੇ ਸਕਦੀ ਹੈ। ਹੋਰ ਕੰਮ, ਇੱਥੋਂ ਤੱਕ ਇਹਦਾ ਆਨਸਰ ਠੀਕ ਹੈ। 10 ਮਾਰਕਸ ਦਾ ਆਪਾਂ ਕਰਨਾ, ਕੋਈ ਵੀ ਆਪਾਂ 10 ਪੁਆਇੰਟ ਲਿਖ ਸਕਦੇ ਹਾਂ। ਅੱਗੇ ਆ ਗਿਆ, ਇਹ ਸੀਗੀ ਸੁਪਰੀਮ ਕੋਰਟ, ਅੱਗੇ ਆ ਗਿਆ ਹਾਈ ਕੋਰਟ। ਇਹ ਦੋਨੋਂ ਕੁਐਸਚਨ ਵੀ ਕਈ ਵਾਰੀ ਦੋਨੋਂ ਆ ਜਾਂਦੇ, ਕਈ ਵਾਰੀ ਦੋਨਾਂ ਚੋਂ ਇੱਕ ਆਉਂਦਾ। ਜੇ ਬਾਈ ਦਾ ਵੇ 2 ਮਾਰਕਸ ਦਾ ਹਾਈ ਕੋਰਟ ਦਾ ਆ ਤੇ ਸੁਪਰੀਮ ਕੋਰਟ ਦਾ 10 ਮਾਰਕਸ ਆ ਜਾਂਦਾ, ਔਰ ਕਈ ਵਾਰੀ ਦੋਨੋਂ ਵੀ 10 ਮਾਰਕਸ ਦੇ ਆ ਜਾਂਦੇ। ਭਾਰਤ ਵਿੱਚ ਇਕਹਿਰੀ ਨਿਆਂ ਵਿਵਸਥਾ ਹੈ। ਸਭ ਤੋਂ ਉੱਚੀ ਅਦਾਲਤ ਸਰਵਉੱਚ ਅਦਾਲਤ ਹੈ। ਉਸ ਅਧੀਨ ਰਾਜਾਂ ਵਿੱਚ ਉੱਚ ਅਦਾਲਤਾਂ ਪਾਈਆਂ ਜਾਂਦੀਆਂ, ਜਾਣੀ ਕਿ ਜਿਸ ਤਰ੍ਹਾਂ ਕਿ 23 ਸਾਡੇ ਸਟੇਟਸ ਨੇ, ਰਾਜ ਨੇ, ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਉੱਚ ਅਦਾਲਤਾਂ ਹੁੰਦੀਆਂ, ਹਾਈ ਕੋਰਟ ਹੁੰਦੀਆਂ ਨੇ। ਬਟ ਪੰਜਾਬ ਤੇ ਹਰਿਆਣੇ ਦੀ ਇੱਕ ਹੀ ਹਾਈ ਕੋਰਟ ਆ ਸਾਂਝੀ, ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਆ। ਕਈ ਵਾਰੀ ਇੱਕ ਰਾਜ ਦੀ ਆਪਣੀ ਇੱਕ ਉੱਚ ਅਦਾਲਤ ਹੁੰਦੀ ਹੈ, ਕਈ ਵਾਰੀ ਦੋ ਰਾਜਾਂ ਦੀ ਇੱਕ ਉੱਚ ਅਦਾਲਤ ਹੁੰਦੀ ਹੈ। ਕਹਿੰਦਾ ਕਿ ਸੰਸਦ 2 ਜਾਂ 2 ਤੋਂ ਵਧੇਰੇ ਰਾਜਾਂ ਤੇ ਕੇਂਦਰ ਪ੍ਰਸ਼ਾਸਿਤ ਖੇਤਰਾਂ ਦੀ ਇੱਕ ਉੱਚ ਅਦਾਲਤ ਦੀ ਵਿਵਸਥਾ ਕਰਦੀ ਹੈ। ਰਚਨਾ ਕਿਵੇਂ ਹੁੰਦੀ ਹੈ? ਹਰੇਕ ਉੱਚ ਅਦਾਲਤ ਵਿੱਚ ਇੱਕ ਮੁੱਖ ਜੱਜ ਅਤੇ ਹੋਰ ਕੁਝ ਜੱਜ ਹੁੰਦੇ ਹਨ। ਇਹ ਜਿਹੜੀ ਪੰਜਾਬ ਤੇ ਹਰਿਆਣਾ ਦੀ ਜਿਹੜੀ ਉੱਚੀ ਅਦਾਲਤ ਨਾ ਹਾਈ ਕੋਰਟ, ਉਹਦੇ ਵਿੱਚ ਇੱਕ ਮੁੱਖ ਜੱਜ ਆ ਤੇ ਉਹਦੇ ਨਾਲ 26 ਜੱਜ ਨੇ ਉਹਦੀ ਸਹਾਇਤਾ ਵਾਸਤੇ। ਔਰ ਇਲਾਹਾਬਾਦ ਦੀ ਉੱਚ ਅਦਾਲਤ ਵਿੱਚ 60 ਜੱਜ ਨੇ ਜੱਜ ਦੀ ਸਹਾਇਤਾ ਵਾਸਤੇ, ਮੁੱਖ ਜੱਜ ਦੀ ਸਹਾਇਤਾ ਵਾਸਤੇ। ਤੇ ਉਹਨਾਂ ਐਗਜ਼ਾਮਪਲਾਂ ਦਿੱਤੀਆਂ ਯੋਗਤਾਵਾਂ। ਇਹ ਜਿਹੜੇ ਜੱਜ ਨੇ ਉਹ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਆ ਔਰ ਘੱਟ ਤੋਂ ਘੱਟ ਉਹਨਾਂ ਨੇ ਕਿਸੇ ਖੇਤਰ 10 ਸਾਲ ਤੱਕ ਨਿਆਇਕ ਅਹੁਦੇ ਤੇ ਰਹਿ ਚੁੱਕਾ ਹੋਵੇ, ਜਾਣੀ ਕਿ ਜਾਂ ਤੇ 5 ਸਾਲ ਤੱਕ ਉਹ ਜੱਜ ਹੋਵੇ ਜਾਂ ਫਿਰ ਉਹ ਵਕੀਲ ਹੋਵੇ ਹੇਠਲੀਆਂ ਅਦਾਲਤਾਂ 'ਚ, 10 ਸਾਲ ਤੱਕ ਉਹਨੇ ਵਕਾਲਤ ਕੀਤੀ ਹੋਵੇ। ਨੈਕਸਟ ਹੈਗਾ ਜੱਜਾਂ ਦੀ ਨਿਯੁਕਤੀ। ਉੱਚ ਅਦਾਲਤ ਦੇ ਮੁੱਖ ਜੱਜ ਅਤੇ ਹੋਰ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਅਤੇ ਸੰਬੰਧਿਤ ਰਾਜਾਂ ਦੇ ਰਾਜਪਾਲ ਦੀ ਸਲਾਹ ਨਾਲ ਕਰਦਾ। ਜਿਵੇਂ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਨਾ, ਉਹਦਾ ਜਿਹੜਾ ਮੁੱਖ ਜੱਜ ਉਹਦੀ ਸਲਾਹ ਨਾਲ, ਉਸੇ ਤਰ੍ਹਾਂ ਇਹ ਰਾਜ ਜਿਹੜੀ ਉੱਚ ਅਦਾਲਤ ਹੈ ਰਾਜਾਂ ਦੀ ਹਾਈ ਕੋਰਟ,
ਉਹਦੇ ਮੁੱਖ ਜੱਜ ਨੂੰ ਚੁਣ ਕੇ ਬਾਅਦ ਵਿੱਚ ਰਾਜਪਾਲ ਦੀ ਸਲਾਹ ਨਾਲ ਬਾਕੀ ਜੱਜਾਂ ਦੀ ਚੋਣ ਕਰਦਾ। ਔਰ ਉਹਨੂੰ ਜਦੋਂ ਜੱਜਾਂ ਦੀ ਚੋਣ ਉਹਨੇ ਕਰਨੀ ਹੈ ਤਾਂ ਉਹਨੂੰ ਮੁੱਖ ਜੱਜ ਦੀ ਸਲਾਹ ਲੈਣੀ ਪੈਂਦੀ ਹੈ। ਨੈਕਸਟ ਕਾਰਜਕਾਲ। ਇਹਨਾਂ ਦਾ ਕਾਰਜਕਾਲ 62 ਸਾਲ ਦੀ ਉਮਰ ਤੱਕ ਹੁੰਦਾ। 62 ਸਾਲ ਤੋਂ ਬਾਅਦ ਇਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ। ਔਰ ਉਸ ਤੋਂ ਬਾਅਦ ਤਨਖਾਹ, ਇਹਨਾਂ ਦੀ ਤਨਖਾਹ 80,000 ਰੁਪਏ ਮੁੱਖ ਜੱਜ ਦੀ ਹੁੰਦੀ ਆ ਔਰ 70,000 ਰੁਪਇਆ ਉਹਦੇ ਨਾਲ ਜਿਹੜੇ ਸਹਾਇਕ ਜੱਜ ਉਹਨਾਂ ਦੀ ਹੁੰਦੀ ਆ। ਇਸ ਤੋਂ ਇਲਾਵਾ ਇਹਨਾਂ ਨੂੰ ਭੱਤੇ ਵੀ ਮਿਲਦੇ ਨੇ, ਪੈਨਸ਼ਨ ਵੀ ਮਿਲਦੀ ਆ। ਇਹਨਾਂ ਨੂੰ ਵੀ ਸਹੁੰ ਚੁਕਾਈ ਜਾਂਦੀ ਹੈ, ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਸਹੁੰ ਚੁਕਾਈ ਜਾਂਦੀ, ਇਸੇ ਤਰ੍ਹਾਂ ਰਾਜਪਾਲ ਇਹਨਾਂ ਨੂੰ ਸਹੁੰ ਚੁਕਾਉਂਦਾ। ਸੁਪਰੀਮ ਕੋਰਟ ਦੇ ਜੱਜ ਨੂੰ ਰਾਸ਼ਟਰਪਤੀ ਸਹੁੰ ਚੁਕਾਉਂਦਾ ਔਰ ਇਹਨਾਂ ਦੇ ਜੱਜਾਂ ਨੂੰ ਰਾਜਪਾਲ ਸਹੁੰ ਚੁਕਾਉਂਦਾ। ਜੱਜਾਂ ਦਾ ਤਬਾਦਲਾ, ਕਹਿੰਦਾ ਕਿ ਜੱਜਾਂ ਦਾ ਤਬਾਦਲਾ ਵੀ ਕੀਤਾ ਜਾਂਦਾ। ਰਾਸ਼ਟਰਪਤੀ ਜੱਜਾਂ ਨੂੰ ਇੱਕ ਰਾਜ ਤੋਂ ਦੂਸਰੀ ਰਾਜ ਦੀ ਅਦਾਲਤ ਵਿੱਚ ਉਹਨਾਂ ਦਾ ਤਬਾਦਲਾ ਟ੍ਰਾਂਸਫਰ ਕਰ ਸਕਦਾ ਹੈ। ਨੈਕਸਟ ਇਹਨਾਂ ਦੀਆਂ ਸ਼ਕਤੀਆਂ। ਉੱਚ ਅਦਾਲਤਾਂ ਦੇ ਅਧਿਕਾਰ ਅਤੇ ਉਹਨਾਂ ਦੇ ਖੇਤਰ ਅਧਿਕਾਰ ਲਗਭਗ ਉਵੇਂ ਹੀ ਹਨ। ਕਹਿੰਦਾ ਜਿਵੇਂ ਉੱਚ ਅਦਾਲਤਾਂ ਉਹਨਾਂ ਦੇ ਖੇਤਰ ਅਧਿਕਾਰ ਉਸ ਤਰ੍ਹਾਂ ਦੇ ਹੀ ਆ ਜਿਵੇਂ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਸਨ। ਉੱਚ ਅਦਾਲਤਾਂ ਦਾ ਮੁੱਖ ਕੰਮ ਮੁਕੱਦਮਿਆਂ ਦਾ ਫੈਸਲਾ ਕਰਨਾ, ਪਰ ਇਸ ਨੂੰ ਨਿਆਇਕ ਪੁਨਰ ਵਿਚਾਰ ਦੀ ਸ਼ਕਤੀ ਵੀ ਪ੍ਰਾਪਤ ਹੈ। ਜਿਵੇਂ ਸੁਪਰੀਮ ਕੋਰਟ ਨੂੰ ਆਪਣੇ ਦਿੱਤੇ ਗਏ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਦੀ ਸ਼ਕਤੀ ਪ੍ਰਾਪਤ ਹੈ, ਉਸੇ ਤਰ੍ਹਾਂ ਹਾਈ ਕੋਰਟ ਨੂੰ ਵੀ ਦੁਬਾਰਾ ਵਿਚਾਰ ਕਰਨ ਦੀ ਸ਼ਕਤੀ ਪ੍ਰਾਪਤ ਹੈ। ਇਸ ਤੋਂ ਇਲਾਵਾ ਇਸ ਨੂੰ ਆਪਣੇ ਅਧੀਨ ਅਦਾਲਤਾਂ ਦੀ ਦੇਖ-ਰੇਖ ਕਰਨ ਦਾ ਪ੍ਰਸ਼ਾਸਕੀ ਕੰਮ ਵੀ ਕਰਨਾ ਪੈਂਦਾ ਅਤੇ ਇਸ ਦੀਆਂ ਸ਼ਕਤੀਆਂ ਤੇ ਕੰਮਾਂ ਦਾ ਅਧਿਐਨ ਵੀ ਕਰਨਾ ਪੈਂਦਾ। ਇਹਨਾਂ ਦੇ ਹੁਣ ਕਿਹੜੇ ਖੇਤਰ ਅਧਿਕਾਰ? ਸ਼ੁਰੂਆਤੀ ਖੇਤਰ ਅਧਿਕਾਰ। ਪਹਿਲੀ ਵਾਰ ਇਸ ਵਿੱਚ ਸਿੱਧੇ ਪੇਸ਼ ਕੀਤੇ ਜਾ ਸਕਦੇ ਨੇ, ਇਸ ਲਈ ਜ਼ਰੂਰੀ ਨਹੀਂ ਕਿ ਉਹ ਪਹਿਲਾਂ ਅਧੀਨ ਅਦਾਲਤਾਂ 'ਚ। ਹਾਂ, ਜੇਕਰ ਕਿਸੇ ਨੇ ਕੋਈ ਮੰਨ ਲਓ ਮੁਕੱਦਮਾ ਕਰਨਾ ਹੈ ਜਾਂ ਕੇਸ ਕਰਨਾ ਹੈ ਤਾਂ ਸਿੱਧਾ ਹਾਈ ਕੋਰਟ 'ਚ ਵੀ ਕਰ ਸਕਦਾ। ਜ਼ਰੂਰੀ ਨਹੀਂ ਕਿ ਇਸ ਤੋਂ ਛੋਟੀਆਂ ਅਦਾਲਤਾਂ 'ਚ ਪਹਿਲਾਂ ਕਰਨਾ ਪਊ ਤੇ ਫਿਰ ਹੀ ਇੱਥੇ ਆਉਣਾ। ਨੁਕਾਦੀਕਰਨ, ਇੱਛਾ ਪੱਤਰ ਜਾਂ ਵਸੀਅਤ, ਵਿਆਹ ਵਿਧੀ, ਕੰਪਨੀ, ਵਿਆਹ ਤਲਾਕ ਅਤੇ ਮੁਕੱਦਮੇ ਸਿੱਧੇ ਉੱਚ ਅਦਾਲਤ ਕੋਲ ਜਾ ਸਕਦੇ। ਕਹਿੰਦਾ ਜੇਕਰ ਉੱਚ ਅਦਾਲਤਾਂ ਦਾ ਅਪਮਾਨ ਹੁੰਦਾ ਤੇ ਉਹਦੇ ਵਿੱਚ ਉੱਚ ਅਦਾਲਤਾਂ ਨੂੰ ਸ਼ੁਰੂਆਤੀ ਖੇਤਰ ਅਧਿਕਾਰ ਪ੍ਰਾਪਤ ਹੈ। ਉੱਚ ਅਦਾਲਤ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਅਕ ਵੀ ਹੈ। ਜੇਕਰ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਤੇ ਹਮਲਾ ਹੁੰਦਾ ਹੈ ਤਾਂ ਉਹ ਨਾਗਰਿਕ ਸਿੱਧਾ ਸਰਵਉੱਚ ਅਦਾਲਤ ਵਿੱਚ ਪ੍ਰਾਰਥਨਾ ਪੱਤਰ ਦੇ ਸਕਦਾ ਹੈ। ਨੈਕਸਟ ਅਪੀਲੀ ਖੇਤਰ ਅਧਿਕਾਰ। ਇਹਨਾਂ ਨੂੰ ਆਪਣੇ ਅਧੀਨ ਜਿਹੜੀਆਂ ਅਦਾਲਤਾਂ ਉਹਨਾਂ ਵਿੱਚ ਕੀਤੀਆਂ ਗਈਆਂ ਅਪੀਲਾਂ ਨੂੰ ਸੁਣਨ ਦਾ ਅਧਿਕਾਰ ਹੁੰਦਾ ਹੈ। ਦੀਵਾਨੀ ਅਪੀਲਾਂ ਤੇ ਫੌਜਦਾਰੀ ਅਪੀਲਾਂ। ਦੀਵਾਨੀ ਮਾਮਲਿਆਂ 'ਚ ਉੱਚ ਅਦਾਲਤਾਂ ਵਿੱਚ ਕੋਈ ਵੀ ਅਪੀਲ ਜਾਂ ਪਹਿਲੀ ਅਪੀਲ ਹੋਵੇਗੀ ਜਾਂ ਦੂਸਰੀ ਅਪੀਲ। ਪਹਿਲੀ ਅਪੀਲ ਦਾ ਅਰਥ ਹੈ ਕਿ ਅਦਾਲਤ ਦੇ ਫੈਸਲਿਆਂ ਵਿਰੁੱਧ ਸਿੱਧੇ ਉੱਚ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਦੂਸਰਾ ਹੈਗਾ ਫੌਜਦਾਰੀ ਮੁਕੱਦਮੇ ਵਿੱਚ ਆਉਂਦੇ ਆ ਜੇਕਰ ਹੇਠਲੀ ਅਦਾਲਤ ਨੇ ਕਿਸੇ ਅਪਰਾਧੀ ਨੂੰ 4 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਸਜ਼ਾ ਦਿੱਤੀ ਹੋਵੇ, ਫਿਰ ਉਹ ਮਤਲਬ ਹਾਈ ਕੋਰਟ ਵਿੱਚ ਦੁਬਾਰਾ ਆਪਣੀ ਅਰਜ਼ੀ ਲਾ ਸਕਦਾ। ਜੇਕਰ ਸੈਸ਼ਨ ਜੱਜ ਨੇ, ਇੱਕ ਸੈਸ਼ਨ ਅਦਾਲਤ ਵੀ ਹੁੰਦੀ ਹੈ ਨਾ, ਸੈਸ਼ਨ ਜੱਜ ਨੇ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਹੋਵੇ ਤਾਂ ਉਸਦੀ ਪੁਸ਼ਟੀ ਉਸ ਅਦਾਲਤ ਤੋਂ ਹੋਣੀ ਚਾਹੀਦੀ ਹੈ। ਉਹ ਅਪਰਾਧੀ ਖੁਦ ਵੀ ਉੱਚ ਅਦਾਲਤ ਵਿੱਚ ਅਪੀਲ ਕਰ ਸਕਦਾ ਹੈ। ਕਿਸੇ ਪ੍ਰੈਜ਼ੀਡੈਂਸੀ ਮੈਜਿਸਟ੍ਰੇਟ ਦੇ ਫੈਸਲੇ ਵਿਰੁੱਧ ਅਪੀਲ ਉੱਚ ਅਦਾਲਤ ਦੀ ਹੋਵੇਗੀ। ਉੱਚ ਅਦਾਲਤ ਦੇ ਫੈਸਲਿਆਂ ਵਿਰੁੱਧ ਸਰਵਉੱਚ ਅਦਾਲਤ ਵਿੱਚ ਵੀ ਅਪੀਲ ਕੀਤੀ ਜਾ ਸਕਦੀ ਹੈ। ਬਾਈ ਦਾ ਵੇ ਕਿਸੇ ਨੂੰ ਹਾਈ ਕੋਰਟ ਦਾ ਫੈਸਲਾ ਨਹੀਂ ਪਸੰਦ ਤੇ ਉਹ ਸੁਪਰੀਮ ਕੋਰਟ ਵਿੱਚ ਜਾ ਸਕਦਾ ਹੈ। ਕਾਨੂੰਨ ਅਨੁਸਾਰ ਜਿੰਨਾ ਅਭਿਯੋਗਾਂ ਵਿੱਚ ਅਪੀਲ ਕੀਤੀ ਜਾ ਸਕਦੀ, ਉਹਨਾਂ ਲਈ ਇਹ ਜ਼ਰੂਰੀ ਹੈ ਕਿ ਸੰਬੰਧਿਤ ਉੱਚ ਅਦਾਲਤ ਅਪੀਲ ਕਰਨ ਦੀ ਆਗਿਆ ਦੇਵੇ। ਉੱਚ ਅਦਾਲਤਾਂ ਦੀ ਆਗਿਆ ਤੋਂ ਬਿਨਾਂ ਉਸਦੇ ਫੈਸਲਿਆਂ ਵਿਰੁੱਧ ਅਦਾਲਤ ਆਪਣੀ ਇੱਛਾ ਅਨੁਸਾਰ ਵੀ ਕਿਸੇ ਮੁਕੱਦਮੇ ਸੰਬੰਧੀ ਅਨੁਛੇਦ 136 ਅਧੀਨ ਵਿਸ਼ੇਸ਼ ਅਪੀਲ ਕਰਨ ਦੀ ਆਗਿਆ ਦੇ ਸਕਦੀ ਹੈ। ਅੱਗੇ ਆ ਗਿਆ ਪ੍ਰਸ਼ਾਸਕੀ ਸ਼ਕਤੀਆਂ। ਇਹਦੇ ਪੁਆਇੰਟ ਦਿੱਤੇ ਹੋਏ ਨੇ, ਕੋਈ ਵੀ 2-4 ਤੁਸੀਂ ਖੁਦ ਕਰ ਲੈਣੇ। ਪ੍ਰਸ਼ਾਸਕੀ ਸ਼ਕਤੀਆਂ। ਮੁਕੱਦਮਿਆਂ ਨੂੰ ਬਦਲਣ ਦਾ ਅਧਿਕਾਰ, ਇਹ ਮੁਕੱਦਮਿਆਂ ਨੂੰ ਬਦਲ ਸਕਦੀ ਆ, ਆਪਣੇ ਕੋਲ ਕਿਸੇ ਵੀ ਨਿਚਲੀ ਅਦਾਲਤ ਦਾ ਮੁਕੱਦਮਾ ਮੰਗਵਾ ਸਕਦੀ ਹੈ। ਅਭਿਲੇਖ ਅਦਾਲਤ, ਇਸਦੇ ਸਾਰੇ ਫੈਸਲੇ ਅਖੀਰਲੇ ਹੁਣ ਪ੍ਰਕਾਸ਼ਿਤ ਕੀਤੇ ਜਾਂਦੇ ਆ। ਇਹ ਅਭਿਲੇਖ ਅਦਾਲਤ ਆ। ਇਹਨੂੰ ਵਿਅਕਤੀਆਂ ਨੂੰ ਅਦਾਲਤ ਵਿੱਚ ਸਜ਼ਾ ਦੇਣ ਦੀ
ਅਧਿਕਾਰ ਹੈ। ਮੌਲਿਕ ਅਧਿਕਾਰਾਂ ਦੀ ਰੱਖਿਆ ਸੁਪਰੀਮ ਕੋਰਟ ਵਾਂਗੂ ਇਹ ਵੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ। ਸੰਵਿਧਾਨ ਦੀ ਵਿਆਖਿਆ ਵੀ ਕਰਦੀ ਹੈ ਸੁਪਰੀਮ ਕੋਰਟ ਵਾਂਗ ਹੀ। ਮੁਕੱਦਮਿਆਂ ਨੂੰ ਪ੍ਰਮਾਣਿਤ ਕਰਨ ਦਾ ਅਧਿਕਾਰ, ਖੇਤਰ ਅਧਿਕਾਰ, ਇਹ ਸੀਗੇ ਇਹਦੇ ਪੁਆਇੰਟ। ਉੱਚ ਅਦਾਲਤ ਦੇ ਸੇਮ ਸੁਪਰੀਮ ਕੋਰਟ ਨਾਲ ਰਲਦੇ ਸੀਗੇ। ਔਰ ਇਹਦੀ ਸਥਿਤੀ ਰਾਜ ਵਿੱਚ ਸਭ ਤੋਂ ਵੱਡੀ ਅਦਾਲਤ ਹੈ, ਇਸ ਕਰਕੇ ਇਹਦੀ ਸਥਿਤੀ ਬਹੁਤ ਮਜ਼ਬੂਤ ਆ। ਬਹੁਤ ਸਾਰੀਆਂ ਅਦਾਲਤਾਂ ਜਿਹੜੀਆਂ ਜਿੰਨੇ ਵੀ ਇੱਕ ਰਾਜ ਦੇ ਜ਼ਿਲ੍ਹੇ ਹੁੰਦੇ ਉਹਨਾਂ ਸਾਰੀਆਂ ਦੀ ਅਦਾਲਤਾਂ ਇਹਦੇ ਅਧੀਨ ਹੁੰਦੀਆਂ ਨੇ। ਔਰ ਜਿਹੜੀ ਹਾਈ ਕੋਰਟ ਆ ਯਾਨੀ ਕਿ ਉੱਚ ਅਦਾਲਤ, ਉਹਦੇ ਤੇ ਕਿਸੇ ਵੀ ਰਾਜ ਦਾ ਕੰਟਰੋਲ ਨਹੀਂ ਹੁੰਦਾ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ ਜੇ ਨਿਆਇਕ ਪੁਨਰ ਨਿਰੀਖਣ। ਨਿਆਇਕ ਪੁਨਰ ਨਿਰੀਖਣ ਹੁੰਦਾ ਹੈ ਕਿ ਜੇਕਰ ਸਰਵਉੱਚ ਅਦਾਲਤ ਜੇਕਰ ਹਾਈ ਕੋਰਟ ਵਿੱਚ ਕੋਈ ਫੈਸਲਾ ਇਸ ਤਰ੍ਹਾਂ ਦਾ ਸੁਣਾਇਆ ਗਿਆ ਹੈ ਕਿ ਉਸ ਫੈਸਲੇ ਤੋਂ ਕੋਈ ਸਹਿਮਤ ਨਹੀਂ ਆ, ਤਾਂ ਉਹ ਦੁਬਾਰਾ ਉਸ ਮੁਕੱਦਮੇ ਤੇ ਕਾਰਵਾਈ ਕਰਕੇ ਆਪਣੇ ਵਿਚਾਰ ਦੁਬਾਰਾ ਉੱਤੇ ਪੁਨਰ ਵਿਚਾਰ ਕਰ ਸਕਦੀ ਹੈ। ਯਾਨੀ ਕਿ ਦੁਬਾਰਾ ਵਿਚਾਰ ਕਰਕੇ ਆਪਣੇ ਦਿੱਤੇ ਹੋਏ ਫੈਸਲੇ ਨੂੰ ਬਦਲ ਸਕਦੀ ਆ। ਉਹਨੂੰ ਕਹਿੰਦੇ ਨਿਆਇਕ ਪੁਨਰ ਨਿਰੀਖਣ। ਇਹਦੀ ਅਰਥ ਤੇ ਪਰਿਭਾਸ਼ਾ ਦਿੱਤੀ ਹੋਈ ਪੇਜ ਨੰਬਰ 160 ਦੇ। ਥੋੜਾ ਜਿਹਾ 2-4 ਲਾਈਨਾਂ ਪੜ੍ਹ ਦਿੰਨੀ, ਵੈਸੇ ਮੈਂ ਓਵਰਵਿਊ ਚ ਤੁਹਾਨੂੰ ਦੱਸ ਦਿੱਤਾ। ਨਿਆਇਕ ਪੁਨਰ ਨਿਰੀਖਣ ਅਦਾਲਤ ਦੀ ਉਹ ਸ਼ਕਤੀ ਹੁੰਦੀ ਹੈ ਜਿਸ ਦੇ ਆਧਾਰ ਤੇ ਸੰਵਿਧਾਨ ਦੀ ਵਿਆਖਿਆ ਕੀਤੀ ਜਾਂਦੀ ਹੈ। ਵਿਧਾਨ ਪਾਲਿਕਾ, ਕਾਰਜਪਾਲਿਕਾ ਜਾਂ ਪ੍ਰਸ਼ਾਸਨ ਦੇ ਉਹਨਾਂ ਕੰਮਾਂ ਨੂੰ ਰੱਦ ਕੀਤਾ ਜਾਂਦਾ ਹੈ ਜੋ ਸਰਵ ਉੱਚ ਕਾਨੂੰਨ ਅਤੇ ਸੰਵਿਧਾਨ ਵਿਰੁੱਧ ਪਾਏ ਜਾਂਦੇ ਹਨ। ਨਿਆਇਕ ਪੁਨਰ ਨਿਰੀਖਣ ਅਦਾਲਤਾਂ ਵੱਲੋਂ ਮੁਕੱਦਮਿਆਂ ਨਾਲ ਕੀਤਾ ਜਾਣ ਵਾਲਾ ਪ੍ਰੀਖਣ ਹੈ ਜੋ ਅਸਲ ਵਿੱਚ ਵਿਧਾਨਕ ਅਧਿਨਿਯਮਾਂ ਅਤੇ ਕਾਰਜਕਾਰਨੀ ਜਾਂ ਪ੍ਰਸ਼ਾਸਨਿਕ ਕੰਮਾਂ ਨਾਲ ਉਹਨਾਂ ਦੇ ਸਾਹਮਣੇ ਹੁੰਦੇ ਹਨ ਅਤੇ ਇਹ ਫੈਸਲਾ ਕਰਨ ਲਈ ਹੈ ਕਿ ਉਹਨਾਂ ਦਾ ਲਿਖਤੀ ਸੰਵਿਧਾਨ ਵੱਲੋਂ ਨਿਸ਼ੇਧ ਕੀਤਾ ਗਿਆ ਹੈ। ਲਿਖਤੀ ਸੰਵਿਧਾਨ ਦੀ ਅਦਾਲਤ ਵੱਲੋਂ ਵਿਆਖਿਆ ਕਰਨ ਤੋਂ ਬਾਅਦ ਜੇਕਰ ਇਹ ਪਾਇਆ ਜਾਂਦਾ ਹੈ ਕਿ ਕੋਈ ਕਾਨੂੰਨ ਜਾਂ ਕਾਨੂੰਨ ਦਾ ਕੋਈ ਹਿੱਸਾ ਸੰਵਿਧਾਨ ਦੇ ਕਿਸੇ ਨਿਸ਼ੇਧ ਦੀ ਉਲੰਘਣਾ ਕਰਦਾ ਹੈ, ਤਾਂ ਉਸ ਕਾਨੂੰਨ ਜਾਂ ਕਾਨੂੰਨ ਨੂੰ ਕਿਸੇ ਹਿੱਸੇ ਨੂੰ ਅਦਾਲਤ ਗੈਰ ਸੰਵਿਧਾਨਿਕ ਘੋਸ਼ਿਤ ਕਰਕੇ ਰੱਦ ਕਰ ਸਕਦੀ ਹੈ। ਕਹਿੰਦਾ ਕਿ ਇਹ ਕਿਹੜੇ ਕੰਮਾਂ ਦਾ ਪੁਨਰ ਨਿਰੀਖਣ ਕਰਦੀ ਹੈ। ਵਿਧਾਨ ਪਾਲਿਕਾ, ਕਾਰਜਪਾਲਿਕਾ ਦੇ ਕਾਨੂੰਨਾਂ ਦਾ ਪੁਨਰ ਨਿਰੀਖਣ ਕਰਦੀ ਆ। ਉਹਨਾਂ ਮੁਕੱਦਮੇ ਜੋ ਇਸ ਦੇ ਸਾਹਮਣੇ ਆਉਂਦੇ, ਕਾਨੂੰਨ ਦੇ ਸੰਵਿਧਾਨਕ ਸਮੇਂ ਦਾ ਨਿਰਧਾਰਨ ਕਰਦੀ ਹੈ। ਭਾਰਤ ਵਿੱਚ ਕਹਿੰਦਾ ਨਿਆਇਕ ਪੁਨਰ ਨਿਰੀਖਣ ਕੀ ਹੁੰਦਾ, ਸੇਮ ਹੀ ਜੋ ਅਸੀਂ ਮੈਂ ਓਵਰਵਿਊ ਚ ਦੱਸਿਆ ਉਹ ਹੀ ਸੇਮ ਇਹਦੇ ਵਿੱਚ ਆ ਜਾਣਾ, ਇਸ ਕਰਕੇ ਇਹਨੂੰ ਰੀਡ ਕਰਨ ਦੀ ਲੋੜ ਨਹੀਂ। ਹੁਣ ਇਹ ਪੁਨਰ ਨਿਰੀਖਣ ਦੇ ਕਿਹੜੇ ਆਰਟੀਕਲ ਨੇ? 12, ਅਨੁਛੇਦ 32, ਅਨੁਛੇਦ 131, 132, ਅਨੁਛੇਦ 226 ਔਰ 246, 124। ਬਸ ਇਹਦੇ ਵਿੱਚ ਇੰਨਾ ਹੀ ਲਿਖਾਂਗੇ। ਇੱਕ ਇਹਦੇ ਚ ਪੁਆਇੰਟ ਆਉਣਾ ਵਾ ਨਿਆਂਪਾਲਿਕਾ ਵੱਲੋਂ ਨਿਆਇਕ ਪੁਨਰ ਨਿਰੀਖਣ ਸ਼ਕਤੀ ਦਾ ਇਸਤੇਮਾਲ, ਕਿ ਜਿਹੜੀ ਨਿਆਂਪਾਲਿਕਾ ਵਾ ਅਦਾਲਤ ਆ, ਉਹ ਜਿੰਨੇ ਵੀ ਹੁੰਦੇ ਵੇ ਪੁਨਰ ਨਿਰੀਖਣ ਦੀ ਸ਼ਕਤੀ ਇਹਦੇ ਕੋਲ ਹੁੰਦੀ ਅਦਾਲਤਾਂ ਕੋਲ। ਹੁਣ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ? ਭਾਰਤ ਵਿੱਚ ਨਿਆਇਕ ਪੁਨਰ ਨਿਰੀਖਣ ਦੀਆਂ ਜੇ ਬਾਈ ਦਾ ਵੇ ਉਹ ਵਿਸ਼ੇਸ਼ਤਾਵਾਂ ਪੁੱਛ ਲੈਣ। ਇਹਦੀਆਂ ਵਿਸ਼ੇਸ਼ਤਾਵਾਂ ਪੁਆਇੰਟ ਵਿੱਚ ਦਿੱਤੀਆਂ, ਕੋਈ ਵੀ 10 ਪੁਆਇੰਟ ਆਪਾਂ ਲਿਖ ਸਕਦੇ ਹਾਂ। ਪਹਿਲਾ ਹੈਗਾ ਸਰਵ ਉੱਚ ਅਦਾਲਤ ਅਤੇ ਰਾਜ ਉੱਚ ਅਦਾਲਤ ਦੋਵੇਂ ਹੀ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਦਾ ਇਸਤੇਮਾਲ ਕਰਦੀਆਂ, ਪਰ ਕਿਸੇ ਕਾਨੂੰਨ ਦੇ ਸੰਵਿਧਾਨਿਕ ਔਚਿਤਯ ਦਾ ਫੈਸਲਾ ਕਰਨ ਦੀ ਅਖੀਰਲੀ ਸ਼ਕਤੀ ਭਾਰਤ ਦੀ ਸਰਵ ਉੱਚ ਅਦਾਲਤ ਕੋਲ ਹੈ। ਦੂਸਰਾ ਹੈਗਾ ਸਾਰੇ ਸੰਘੀ ਅਤੇ ਰਾਜ ਕਾਨੂੰਨਾਂ, ਰਾਜ ਕਾਰਜਪਾਲਿਕਾ ਹੁਕਮਾਂ ਅਤੇ ਸੰਵਿਧਾਨਕ ਸੋਧਾਂ ਦੇ ਸੰਬੰਧ ਵਿੱਚ ਨਿਆਂ ਪੁਨਰ ਨਿਰੀਖਣ ਕੀਤਾ ਜਾ ਸਕਦਾ ਹੈ। ਸੰਵਿਧਾਨ ਦੀ 9ਵੀਂ ਸੂਚੀ ਵਿੱਚ ਦਰਜ ਅਧਿਨਿਯਮ ਦੇ ਸੰਬੰਧ ਵਿੱਚ ਨਿਆਇਕ ਪੁਨਰ ਨਿਰੀਖਣ ਨਹੀਂ ਕੀਤਾ ਜਾ ਸਕਦਾ। ਇਹ ਉਹਨਾਂ ਦੇ ਕੁਝ ਪੁਆਇੰਟ ਨੇ, ਬਾਕੀ ਪੁਆਇੰਟ ਤੁਸੀਂ ਖੁਦ ਕਰਨੇ ਆ। ਇਹ ਹੈਗੇ ਵਿਸ਼ੇਸ਼ਤਾਵਾਂ। ਵੈਸੇ ਮੋਸਟਲੀ ਪੁਨਰ ਨਿਰੀਖਣ ਦਾ ਪਿਛਲਾ ਹੀ ਜਿਹੜਾ ਪੇਜ ਮੈਂ ਕਰਾਇਆ ਨਾ ਕੀ ਹੁੰਦੀ, ਇਹੀ ਆਉਂਦਾ ਜ਼ਿਆਦਾ।
ਨੈਕਸਟ ਇਕਾਈ ਹੈਗੀ ਆ 10 ਸਰਵਜਨਕ ਹਿੱਤ ਮੁਕੱਦਮਾ ਵਿਵਸਥਾ ਤੇ ਲੋਕ ਅਦਾਲਤ। ਸਰਵਜਨਕ ਹਿੱਤ, ਸਭ ਤੋਂ ਪਹਿਲੇ ਸਰਵਜਨਕ ਹਿੱਤ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਕਿ ਸਰਵਜਨਕ ਹਿੱਤ ਕੀ ਹੁੰਦੇ ਆ। ਸਰਵਜਨਕ ਹਿੱਤ ਦਾ ਮਤਲਬ 170 ਪੇਜ ਤੇ ਕਿ ਉਹ ਹਿੱਤ ਜਿਹੜੇ ਸਾਰਿਆਂ ਦੇ ਸਾਂਝੇ ਹੋਣ, ਸਾਰੇ ਲੋਕਾਂ ਦੇ ਹੋਣ, ਉਹਦੇ ਵਿੱਚ ਵਿਅਕਤੀਗਤ ਹਿੱਤਾਂ ਦਾ ਕੋਈ ਸਥਾਨ ਨਹੀਂ ਹੈਗਾ। ਔਰ ਕਹਿੰਦਾ ਕਿ ਇਹ ਜਿਹੜੇ ਸਰਵਜਨਕ ਹਿੱਤ ਨੇ ਇਹਦੇ ਵਿੱਚ ਹਿੱਤ ਨੂੰ ਸੁਰੱਖਿਆ ਲਈ ਕਾਰਵਾਈ ਅਤੇ ਮੁਕੱਦਮਾ ਸ਼ੁਰੂ ਕਰਦੀ ਹੈ। ਜਦੋਂ ਕਿਸੇ ਸਰਵਜਨਕ ਹਿੱਤ ਨੂੰ ਕੋਈ ਵਿਅਕਤੀ ਜਾਂ ਸੰਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੋਵੇ ਤਾਂ ਜਾਂ ਅਜਿਹਾ ਕਰਨ ਦਾ ਯਤਨ ਕਰ ਰਹੀ ਹੋਵੇ ਤਾਂ ਸਰਵਜਨਕ ਹਿੱਤ ਮੁਕੱਦਮਾ ਪ੍ਰਣਾਲੀ ਅਧੀਨ ਅਦਾਲਤ ਕਾਰਵਾਈ ਸ਼ੁਰੂ ਕਰ ਸਕਦੀ ਹੈ। ਯਾਨੀ ਕਿ ਜੇਕਰ ਸਰਵਜਨਕ ਹਿੱਤਾਂ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ ਹੈ ਕੋਈ ਵਿਅਕਤੀ ਜਾਂ ਕੋਈ ਸੰਸਥਾ ਤਾਂ ਇਹਦਾ ਜਿਹੜਾ ਮੁਕੱਦਮਾ ਵਾ ਉਹ ਸਰਵਉੱਚ ਅਦਾਲਤ 'ਚ ਜਾਂਦਾ ਵਾ। ਇਹਦੀਆਂ ਵਿਸ਼ੇਸ਼ਤਾਵਾਂ ਪੇਜ ਨੰਬਰ 171 ਤੇ ਕਹਿੰਦਾ ਸਰਵਜਨਕ ਮੁਕੱਦਮਿਆਂ ਵਿੱਚ ਸਰਵਜਨਕ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ, ਉਹਨਾਂ ਦੇ ਸੰਬੰਧੀ ਨੀਤੀਆਂ ਬਣਾਈਆਂ ਜਾਂਦੀਆਂ ਔਰ ਜੇਕਰ ਕੋਈ ਸਰਵਜਨਕ ਹਿੱਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਉਹਦੇ ਵਿਰੁੱਧ ਕਾਰਵਾਈ ਹੁੰਦੀ ਹੈ। ਕਹਿੰਦਾ ਜੇ ਸਰਵਜਨਕ ਹਿੱਤ ਮੁਕੱਦਮੇ ਦੀ ਕਾਰਵਾਈ ਇੱਕ ਨਾਗਰਿਕ ਵੀ ਕਰ ਸਕਦਾ ਤੇ ਨਾਗਰਿਕਾਂ ਦਾ ਸਮੂਹ ਵੀ ਇਹਦਾ ਮੁਕੱਦਮਾ ਕਰ ਸਕਦਾ ਹੈ। ਅਦਾਲਤ ਦੇ ਜੱਜ ਆਪਣੇ ਆਪ ਵੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਜਾਂ ਸਰਵਜਨਕ ਸੂਚਨਾਵਾਂ ਦੇ ਆਧਾਰ ਤੇ ਜਾਂ ਕਿਸੇ ਹੋਰ ਰਿਪੋਰਟ ਦੇ ਆਧਾਰ ਤੇ ਵੀ ਅਦਾਲਤੀ ਕਾਰਵਾਈ ਸ਼ੁਰੂ ਕਰਕੇ ਸਰਵਜਨਕ ਹਿੱਤ ਦੀ ਰੱਖਿਆ ਦਾ ਯਤਨ ਕਰਦੇ ਨੇ। ਇਹ ਸੀਗੀਆਂ ਇਹਦੀਆਂ ਵਿਸ਼ੇਸ਼ਤਾਵਾਂ। ਅੱਗੇ ਆ ਗਿਆ ਲੋਕ ਅਦਾਲਤ ਕੀ ਹੁੰਦੀ ਆ। 2 ਮਾਰਕਸ ਦਾ ਕੁਐਸਚਨ ਪੇਜ ਨੰਬਰ 173। ਲੋਕ ਅਦਾਲਤ ਹੁੰਦੀ ਆ ਲੋਕਾਂ ਦੁਆਰਾ ਬਣਾਈ ਗਈ ਅਦਾਲਤ ਜਿਹਦੇ ਫੈਸਲੇ ਦੂਸਰੀਆਂ ਅਦਾਲਤਾਂ ਨਾਲੋਂ ਬਾਹਰ ਲੋਕੀ ਆਪਸੀ ਸਹਿਮਤੀ ਨਾਲ ਕਰ ਲੈਂਦੇ। ਜਿਵੇਂ ਕਿਸੇ ਦਾ ਤਲਾਕ ਹੋਣਾ ਹੋਵੇ ਤੇ ਉਹ ਨਹੀਂ ਚਾਹੁੰਦੇ ਕਿ ਅਸੀਂ ਜ਼ਿਆਦਾ ਖੱਜਲ ਖੁਆਰ ਹੋਈਏ ਅਦਾਲਤਾਂ ਦੇ ਵਿੱਚ ਤੇ ਉਹ ਲੋਕ ਅਦਾਲਤ ਵਿੱਚੋਂ ਆਪਣਾ ਫੈਸਲਾ ਜਿਹੜਾ ਕਰਵਾ ਲੈਂਦੇ। ਉਹ ਤਾਂ ਬਾਹਰ ਆਪਣਾ ਤਲਾਕ ਜਿਹੜਾ ਉਹਨਾਂ ਦਾ ਹੋ ਜਾਂਦਾ। ਜਾਂ ਫਿਰ ਹੋਰ ਵੀ ਕਈ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਲੋਕ ਅਦਾਲਤ ਵਿੱਚ ਹੁੰਦੇ। ਜਿਵੇਂ ਕਿ ਲੋਕ ਅਦਾਲਤ ਨੂੰ ਪਹਿਲੋਂ ਉਹ IPS ਇੱਕ ਲੇਡੀ ਸੀ, ਉਹ ਪਹਿਲੋਂ ਇਹਦਾ ਸੰਚਾਲਨ ਕਰਦੀ ਸੀ। ਪੜ੍ਹ ਵੀ ਦਿੰਨੀ ਮੈਂ। ਪਿਛਲੇ ਕੁਝ ਸਾਲਾਂ ਤੋਂ ਲੋਕ ਅਦਾਲਤਾਂ ਦੇ ਪ੍ਰਬੰਧ ਭਾਰਤ ਦੇ ਸਾਰੇ ਰਾਜਾਂ ਵਿੱਚ ਲੋਕਪ੍ਰਿय ਹੋ ਰਹੇ। ਲੋਕ ਅਦਾਲਤ ਜਿਹੜੀ ਨਾ ਉਸੇ ਟਾਈਮ ਫੈਸਲਾ ਸੁਣਾ ਦਿੰਦੀ ਔਰ ਉਹ ਫੈਸਲਾ ਲੋਕ ਜਿਹੜੇ ਉਹ ਮੰਨ ਲੈਂਦੇ। ਲੋਕ ਅਦਾਲਤਾਂ ਪੂਰੇ ਰੂਪ ਵਿੱਚ ਨਾ ਤਾਂ ਨਿਆਇਕ ਪ੍ਰਬੰਧ ਦਾ ਹਿੱਸਾ ਹਨ ਅਤੇ ਨਾ ਹੀ ਉਹਨਾਂ ਨੂੰ ਬਹੁਤੀ ਕਾਨੂੰਨੀ ਮਾਨਤਾ ਪ੍ਰਾਪਤ ਹੈ, ਪਰ ਇਹ ਨਿਆਇਕ ਪ੍ਰਬੰਧ ਦੀ ਸਹਾਇਕ ਏਜੰਸੀਆਂ ਦੇ ਰੂਪ ਵਿੱਚ ਕੰਮ ਕਰਕੇ ਲੋਕਾਂ ਨੂੰ ਜਲਦੀ ਤੇ ਘੱਟ ਖਰਚੇ ਤੇ ਨਿਆਂ ਉਪਲਬਧ ਕਰਵਾ ਰਹੇ ਨੇ। ਮੁਕੱਦਮੇਬਾਜ਼ੀ ਵਿੱਚ ਲੱਗੇ ਪੱਖਾਂ ਦਰਮਿਆਨ ਸੌਦੇਬਾਜ਼ੀ ਦਰਮਿਆਨੀ ਕਰਵਾ ਕੇ ਉਹਨਾਂ ਵਿੱਚ ਪਰਸਪਰ ਸਮਝ ਪੈਦਾ ਕਰਕੇ ਲੋਕ ਅਦਾਲਤਾਂ ਉਹਨਾਂ ਦੇ ਝਗੜੇ ਦਾ ਨਿਪਟਾਰਾ ਕਰਦੀਆਂ ਨੇ। ਯਾਨੀ ਕਿ ਇਹ ਦੂਸਰੀਆਂ ਅਦਾਲਤਾਂ ਦੇ ਬਰਾਬਰ ਨਹੀਂ ਹੁੰਦੀਆਂ। ਇਹ ਲੋਕਾਂ ਦੇ ਝਗੜੇ ਜਿਹੜੇ ਖੁਦ ਹੀ ਨਿਪਟਾਰਾ ਕਰ ਦਿੰਦੀਆਂ ਨੇ। ਕਹਿੰਦਾ ਦੂਜੇ ਪਾਸੇ ਇਹਨਾਂ ਦਾ ਉਦੇਸ਼ ਕੀ ਆ ਕਿ ਅਦਾਲਤੀ ਝਗੜੇ ਨੂੰ ਵਿਰੋਧੀ ਪੱਖਾਂ ਵਿੱਚ ਸਹਿਮਤੀ ਪੈਦਾ ਕਰਕੇ ਨਿਪਟਾਇਆ ਜਾਏ। ਜਿਹੜੇ ਅਦਾਲਤਾਂ ਦੇ ਵਿੱਚ ਜਲਦੀ ਫੈਸਲੇ ਨਹੀਂ ਹੁੰਦੇ ਇਹ ਲੋਕਾਂ ਦੇ ਵਿੱਚ ਸਹਿਮਤੀ ਪੈਦਾ ਕਰਕੇ ਤੇ ਉਹਨਾਂ ਦੇ ਫੈਸਲੇ ਕਰਵਾ ਦਿੰਦੇ। ਕਹਿੰਦਾ ਕਈ ਵਾਰੀ ਜਿਹੜੇ ਮੁਕੱਦਮੇ ਨੇ ਬਹੁਤ ਸਾਲਾਂ ਤੱਕ ਅਦਾਲਤਾਂ ਵਿੱਚ ਪਏ ਰਹਿੰਦੇ ਆ, ਬਟ ਇਹਨਾਂ ਦੀ ਮਾਧਿਅਮ ਨਾਲ ਲੋਕਾਂ ਦੇ ਜਿਹੜੇ ਮੁਕੱਦਮੇ ਉਹਨਾਂ ਦਾ ਖਰਚਾ ਵੀ ਘੱਟ ਆਉਂਦਾ ਔਰ ਫੈਸਲਾ ਵੀ ਜਲਦੀ ਹੋ ਜਾਂਦਾ। ਔਰ ਇਹ ਲੋਕ ਅਦਾਲਤ ਜਿਹੜੀ ਆ ਲੋਕਾਂ ਦੀ ਭਰੋਸੇਯੋਗ ਅਦਾਲਤ ਆ। ਇਹਦੀ ਇੱਕ ਹੋਰ ਵਿਸ਼ੇਸ਼ਤਾ ਇਹ ਆ ਕਿ ਇਹਦੇ ਕੋਲੋਂ ਜਿਹੜੇ ਫੈਸਲੇ ਹੋ ਜਾਂਦੇ ਉਹਦੇ ਵਿਰੁੱਧ ਅਪੀਲ ਨਹੀਂ ਕੀਤੀ ਜਾ ਸਕਦੀ। ਭਾਰਤ ਵਿੱਚ ਲੋਕ ਅਦਾਲਤ ਪ੍ਰਬੰਧ 30 ਸਾਲ ਪਹਿਲਾਂ ਤੋਂ ਇਹਦਾ ਪ੍ਰਬੰਧ ਕੀਤਾ ਗਿਆ ਔਰ ਇਹਦਾ ਪ੍ਰਬੰਧ ਸ਼੍ਰੀ P.N. ਭਗਵਤੀ ਨੇ ਇਹਦੇ ਪ੍ਰਬੰਧ ਵਿੱਚ ਵੱਡੀ ਭੂਮਿਕਾ ਨਿਭਾਈ। ਗਰੀਬ ਅਤੇ ਪੱਛੜੀ ਸ਼੍ਰੇਣੀ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਗੁਜਰਾਤ ਉੱਚ ਅਦਾਲਤ ਨੇ ਲੋਕ ਅਦਾਲਤ ਪ੍ਰਬੰਧ ਸ਼ੁਰੂ ਕੀਤਾ। ਹੌਲੀ ਭਾਰਤੀ ਸੰਘ ਦੇ ਸਾਰੇ ਰਾਜਾਂ ਨੇ ਇਸ ਨੂੰ ਅਪਣਾ ਲਿਆ। ਅੱਜ ਤੱਕ ਲਗਭਗ 12 ਲੱਖ ਮੁਕੱਦਮੇ ਵੱਖ-ਵੱਖ ਲੋਕ ਅਦਾਲਤਾਂ ਵੱਲੋਂ ਨਿਪਟਾਏ ਜਾ ਚੁੱਕੇ ਹਨ। ਇਹ ਸੀਗਾ ਲੋਕ ਅਦਾਲਤ 2 ਮਾਰਕਸ ਦਾ।
ਇਹਦੇ ਕੁਛ ਉਹਨਾਂ ਨੇ ਸੰਗਠਨ ਕੰਮ ਕਰਨ ਦਾ ਢੰਗ ਵੀ ਦਿੱਤਾ ਹੈ। ਆਪਾਂ ਇਹਨਾਂ ਦੇ ਕੰਮ ਕਰਨ ਦੇ ਢੰਗ ਪੜਾਂਗੇ। ਪਹਿਲਾ ਹੈਗਾ ਲੋਕ ਅਦਾਲਤਾਂ ਵਿੱਚ ਕੇਵਲ ਉਹੀ ਮੁਕੱਦਮੇ ਆਉਂਦੇ ਆ ਜੋ ਕਿਸੇ ਨਾ ਕਿਸੇ ਨਿਆਇਕ ਅਦਾਲਤ ਵਿੱਚ ਚੱਲ ਰਹੇ ਹੁੰਦੇ ਹਨ। ਮੁਕੱਦਮੇ ਵਿੱਚ ਸ਼ਾਮਲ ਪੱਖ ਇੱਕ ਪ੍ਰਾਰਥਨਾ ਪੱਤਰ ਨਾਲ ਲੋਕ ਅਦਾਲਤ ਦੇ ਸਾਹਮਣੇ ਆਪਣਾ ਮੁਕੱਦਮਾ ਲਿਆ ਸਕਦੀ ਹੈ। ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਕੰਮ ਕਰਨ ਲਈ ਸੰਗਠਿਤ ਲੋਕ ਅਦਾਲਤਾਂ ਸੰਬੰਧੀ ਜ਼ਿਲ੍ਹਾ ਸੈਸ਼ਨ ਜੱਜ ਨੂੰ ਜਾਣਕਾਰੀ ਦਿੰਦੇ ਹਨ। ਲੋਕ ਅਦਾਲਤ ਦੇ ਫੈਸਲਿਆਂ ਨੂੰ ਕਿਉਂਕਿ ਮੁਕੱਦਮੇ ਵਿੱਚ ਸ਼ਾਮਲ ਸਾਰੇ ਪੱਖਾਂ ਨੇ ਸਵੀਕਾਰ ਕੀਤਾ ਹੁੰਦਾ ਹੈ, ਇਸ ਲਈ ਇਸ ਦੇ ਵਿਰੁੱਧ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ। ਯਾਨੀ ਕਿ ਇਹਦੇ ਫੈਸਲੇ ਜੇਕਰ ਇਹਨੇ ਕੋਈ ਆਪਣਾ ਫੈਸਲਾ ਸੁਣਾਤਾ ਬਾਅਦ ਵਿੱਚ ਕਿਸੇ ਅਦਾਲਤ 'ਚ ਅਪੀਲ ਨਹੀਂ ਕੀਤੀ ਜਾ ਸਕਦੀ। ਕਹਿੰਦਾ ਲੋਕ ਅਦਾਲਤ ਦੀ ਕਾਰਜ ਪ੍ਰਣਾਲੀ ਵਿੱਚ ਨਾ ਤਾਂ ਕਠੋਰਤਾ ਹੁੰਦੀ ਹੈ, ਨਾ ਹੀ ਕਠੋਰ ਉਪਚਾਰਿਕਤਾ। ਫੈਸਲੇ ਪਰਸਪਰ ਸਹਿਮਤੀ ਅਤੇ ਸਹਿਯੋਗ ਦੀ ਭਾਵਨਾ ਦੇ ਆਧਾਰ ਤੇ ਪਰਸਪਰ ਸਮਝ ਬਣਾ ਲਏ ਜਾਂਦੇ ਹਨ। ਜਿਵੇਂ ਕਿ ਮੋਟਰ ਦੁਰਘਟਨਾ ਵਿੱਚ ਮੁਆਵਜ਼ੇ ਨਾਲ ਸੰਬੰਧਿਤ ਮੁਕੱਦਮੇ, ਵਿਆਹ ਅਤੇ ਤਲਾਕ ਨਾਲ ਸੰਬੰਧਿਤ ਮੁਕੱਦਮੇ, ਮਜ਼ਦੂਰਾਂ ਦੇ ਮੁਆਵਜ਼ੇ ਨਾਲ ਸੰਬੰਧਿਤ ਮੁਕੱਦਮੇ। ਇਸ ਅਦਾਲਤ ਵਿੱਚ ਲੋਕਾਂ ਨੂੰ ਨਿਆਂ ਵੀ ਜਲਦੀ ਮਿਲਦਾ ਔਰ ਘੱਟ ਖਰਚੀਲਾ ਹੁੰਦਾ। ਇਹ ਅਦਾਲਤਾਂ ਗਰੀਬ ਲੋਕਾਂ ਵਾਸਤੇ ਜ਼ਿਆਦਾ ਕੰਮ ਕਰਦੀਆਂ ਤਾਂ ਕਿ ਗਰੀਬ ਲੋਕਾਂ ਨੂੰ ਨਿਆਂ ਮਿਲ ਸਕੇ। ਕਹਿੰਦੇ ਇਹਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆ ਉਹ ਕਿਹੜੇ ਮੈਂਬਰ ਹੁੰਦੇ ਆ? ਸੇਵਾ ਮੁਕਤ ਰਿਟਾਇਰ ਅਧਿਕਾਰੀ ਹੁੰਦੇ, ਜਿਵੇਂ ਡਾਕਟਰ, ਵਕੀਲ, ਪ੍ਰੋਫੈਸਰ, ਪ੍ਰਿੰਸੀਪਲ, ਪੱਤਰਕਾਰ, ਸਮਾਜਿਕ ਨੇਤਾ। ਨੈਕਸਟ ਇੰਪੋਰਟੈਂਟ ਕੁਐਸਚਨ ਹੈ 175 ਤੇ ਭਾਰਤ ਵਿੱਚ ਨਿਆਂਪਾਲਿਕਾ ਦੀ ਸੁਤੰਤਰਤਾ ਦੀਆਂ ਵਿਸ਼ੇਸ਼ਤਾਵਾਂ। ਨਿਆਂਪਾਲਿਕਾ ਦੀ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਤੋਂ ਪਹਿਲ ਕਰਨ, ਰਾਸ਼ਟਰਪਤੀ ਵੱਲੋਂ ਜੱਜਾਂ ਦੀ ਨਿਯੁਕਤੀ, ਉੱਚ ਯੋਗਤਾਵਾਂ, ਲੰਬਾ ਕਾਰਜਕਾਲ, ਸੇਵਾ ਦੀ ਸੁਰੱਖਿਆ, ਜ਼ਿਆਦਾ ਤਨਖਾਹ, ਸੇਵਾ ਮੁਕਤੀ ਤੋਂ ਬਾਅਦ ਵਕਾਲਤ ਦੀ ਮਨਾਹੀ, ਅਦਾਲਤ ਦੀ ਮਾਣਹਾਨੀ ਲਈ ਸਜ਼ਾ ਦੀ ਸ਼ਕਤੀ, ਵਿਸ਼ਾਲ ਅਧਿਕਾਰ ਖੇਤਰ ਤੇ ਨਿਆਇਕ ਪੁਨਰ ਲੇਖਣ ਦੀ ਸ਼ਕਤੀ। ਇਹ ਪੁਆਇੰਟ ਮੈਂ ਪਿੱਛੇ ਤੁਹਾਨੂੰ ਸਮਝਾਏ ਹੋਏ। ਨੈਕਸਟ ਇਕਾਈ ਤੇ ਆ ਜਾਓ। ਇਕਾਈ 11 ਰਾਜ ਸਰਕਾਰ, ਰਾਜ ਵਿਧਾਨ ਮੰਡਲ, ਰਾਜਪਾਲ, ਮੰਤਰੀ ਪਰਿਸ਼ਦ ਅਤੇ ਮੁੱਖ ਮੰਤਰੀ। ਪਹਿਲੇ ਆਪਾਂ ਪੜ੍ਹੀ ਸੀ ਸੰਘੀ ਸਰਕਾਰ, ਹੁਣ ਆਪਾਂ ਪੜਾਂਗੇ ਰਾਜ ਸਰਕਾਰ। ਜਿਵੇਂ ਸੰਸਦ ਦੇ ਦੋ ਸਦਨ ਹੁੰਦੇ ਆ, ਲੋਕ ਸਭਾ ਤੇ ਰਾਜ ਸਭਾ, ਉਸੇ ਤਰ੍ਹਾਂ ਰਾਜ ਦੇ ਵੀ ਦੋ ਸਦਨ ਹੁੰਦੇ, ਵਿਧਾਨ ਸਭਾ, ਲੈਜਿਸਲੇਟਿਵ ਅਸੈਂਬਲੀ ਔਰ ਵਿਧਾਨ ਪਰਿਸ਼ਦ। ਇੱਕ ਵਿਧਾਨ ਸਭਾ, ਦੂਸਰਾ ਹੈਗਾ ਵਿਧਾਨ ਪਰਿਸ਼ਦ। ਕਹਿੰਦਾ ਸੰਵਿਧਾਨ ਦੇ ਦੇਸ਼ ਦੇ ਸਾਰੇ 25 ਰਾਜਾਂ ਲਈ, 25 ਰਾਜ ਜੋ ਆਪਣੇ ਦੇਸ਼ ਦੇ ਲਈ ਇਸ ਟਾਈਮ ਤੇ 29 ਆ, ਵਿਧਾਨ ਮੰਡਲ ਦੀ ਸਥਾਪਨਾ ਕੀਤੀ ਗਈ। ਇਹਦੇ ਵਿੱਚ ਦੋ ਹੈਗੇ ਵਿਧਾਨ ਪਰਿਸ਼ਦ, ਉਹਨਾਂ ਤੋਂ ਸੰਸਦ ਕੋਲ ਮਨਜ਼ੂਰੀ ਲੈ ਕੇ ਵਿਧਾਨ ਪਰਿਸ਼ਦ ਬਣਾਇਆ ਗਿਆ। ਇਹਦੀ ਰਚਨਾ ਵਿਧਾਨ ਸਭਾ ਦੀ ਕਿਸ ਤਰ੍ਹਾਂ ਹੁੰਦੀ ਆ? ਵੱਖ-ਵੱਖ ਰਾਜਾਂ ਵਿੱਚ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਉਹਨਾਂ ਰਾਜਾਂ ਦੀ ਜਨਸੰਖਿਆ ਦੇ ਅਨੁਪਾਤ ਤੇ ਆਧਾਰਿਤ ਹੈ। ਕਿਸੇ ਵੀ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਜ਼ਿਆਦਾ ਤੋਂ ਜ਼ਿਆਦਾ 500 ਤੇ ਘੱਟ ਤੋਂ ਘੱਟ 60 ਰੱਖੀ ਗਈ ਹੈ। ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦੀ ਚੋਣ ਆਮ ਤੌਰ ਤੇ ਬਾਲਿਕ ਵੋਟ ਅਧਿਕਾਰ ਦੇ ਪ੍ਰਬੰਧ ਵਿੱਚ ਹੁੰਦੀ, ਯਾਨੀ ਕਿ ਜਿਹੜੀਆਂ ਵੋਟਾਂ ਪੈਂਦੀਆਂ ਉਹਦੇ ਵਿੱਚ ਵਿਧਾਨ ਸਭਾ, ਜਿਵੇਂ ਲੋਕ ਸਭਾ ਨਾ ਉਸ ਤਰ੍ਹਾਂ ਰਾਜ ਦੀ ਅੱਗੋਂ ਵਿਧਾਨ ਸਭਾ ਹੈ। ਸੇਮ ਉਹਨਾਂ ਦੀਆਂ ਯੋਗਤਾਵਾਂ ਲਿਖੀਆਂ ਨੇ, ਅੱਗੇ ਵੀ ਆਪਾਂ ਪੜ੍ਹੀਆਂ। ਅੱਗੇ ਆ ਗਿਆ ਵਿਧਾਨ ਪਰਿਸ਼ਦ ਦੀ ਰਚਨਾ। ਸੰਵਿਧਾਨ ਅਨੁਸਾਰ ਕਿਸੇ ਵੀ ਰਾਜ ਵਿੱਚ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਵਿਧਾਨ ਸਭਾ ਦੇ ਮੈਂਬਰਾਂ ਤੋਂ 1/3 ਤੋਂ ਜ਼ਿਆਦਾ ਤੇ 40 ਤੋਂ ਘੱਟ ਨਹੀਂ ਹੋ ਸਕਦੀ। ਜਿਵੇਂ ਰਾਜ ਸਭਾ ਸੀ ਨਾ, ਉਸੇ ਤਰ੍ਹਾਂ ਰਾਜ ਸਰਕਾਰ ਦੀਆਂ ਦੋ ਸਭਾ, ਇੱਕ ਵਿਧਾਨ ਸਭਾ ਤੇ ਇੱਕ ਵਿਧਾਨ ਪਰਿਸ਼ਦ।
ਕਈ ਜਿਹੜੇ ਰਾਜ ਨਾ ਉਹਨਾਂ ਦੀ ਸਿਰਫ ਵਿਧਾਨ ਸਭਾ ਹੀ ਹੁੰਦੀ ਜੇ, ਵਿਧਾਨ ਪਰਿਸ਼ਦ ਨਹੀਂ ਹੁੰਦੀ। ਇਹਦੇ ਵਿੱਚ ਜਿਹੜਾ ਇੰਪੋਰਟੈਂਟ ਕੁਐਸਚਨ ਹੈ ਉਹ ਹੈਗਾ ਵਾ ਰਾਜ ਦਾ ਰਾਜਪਾਲ 2 ਮਾਰਕਸ, ਕਿ ਹਰੇਕ ਰਾਜ ਦਾ ਇੱਕ ਰਾਜਪਾਲ ਹੁੰਦਾ ਵਾ ਜਿਹੜਾ ਕਾਰਜਪਾਲਿਕਾ ਦਾ ਮੁਖੀਆ ਹੁੰਦਾ। ਜਿਸ ਤਰ੍ਹਾਂ ਕੇਂਦਰ ਦੇ ਵਿੱਚ ਰਾਸ਼ਟਰਪਤੀ ਦੀ ਸਥਿਤੀ ਹੁੰਦੀ ਆ, ਉਸੇ ਤਰ੍ਹਾਂ ਰਾਜ ਦੇ ਵਿੱਚ ਰਾਜਪਾਲ ਦੀ ਸਥਿਤੀ ਹੁੰਦੀ ਆ। ਇਹ ਮੁੱਖ ਮੰਤਰੀ ਦਾ ਸਲਾਹਕਾਰ ਹੁੰਦਾ ਵਾ ਔਰ ਮੁੱਖ ਮੰਤਰੀ ਇਹਦੀ ਸਲਾਹ ਦੇ ਨਾਲ ਬਾਕੀ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ। ਇਹ ਰਾਜਪਾਲ ਸੀਗਾ। ਨੈਕਸਟ ਆ ਗਿਆ ਇੰਪੋਰਟੈਂਟ ਕੁਐਸਚਨ 203 ਤੇ ਮੁੱਖ ਮੰਤਰੀ। ਰਾਜ ਦਾ ਮੁੱਖ ਮੰਤਰੀ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਆਪਾਂ 10 ਮਾਰਕਸ ਦਾ ਕੁਐਸਚਨ ਤਿਆਰ ਕੀਤਾ, ਉਸ ਤਰ੍ਹਾਂ ਹੀ ਰਾਜ ਦੇ ਮੁੱਖ ਮੰਤਰੀ ਦਾ ਕੁਐਸਚਨ ਵੀ ਤਿਆਰ ਕਰਾਂਗੇ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ। ਕਹਿੰਦਾ ਕਿ ਕੇਂਦਰ ਵਿੱਚ ਜਿਵੇਂ ਪ੍ਰਧਾਨ ਮੰਤਰੀ ਆਪਣੇ ਦੇ ਅਹੁਦੇ ਦੀ ਤਰ੍ਹਾਂ ਰਾਜ ਵਿੱਚ ਮੁੱਖ ਮੰਤਰੀ ਦਾ ਅਹੁਦਾ ਵੀ ਬਹੁਤ ਮਹੱਤਵਪੂਰਨ ਹੈ। ਮੁੱਖ ਮੰਤਰੀ ਰਾਜ ਸਰਕਾਰ ਨੂੰ ਚਲਾਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਨੇਤਾ ਹੁੰਦਾ ਹੈ। ਉਹ ਰਾਜ ਦੀ ਮੰਤਰੀ ਪਰਿਸ਼ਦ ਦਾ ਮੁਖੀਆ ਵੀ ਹੁੰਦਾ ਹੈ, ਜੋ ਕਿ ਅਸਲ ਕਾਰਜਪਾਲਿਕਾ ਹੈ। ਇਸ ਤਰ੍ਹਾਂ ਮੁੱਖ ਮੰਤਰੀ ਨੂੰ ਰਾਜ ਸਰਕਾਰ ਦਾ ਅਸਲੀ ਕਾਰਜਪਾਲਕ ਮੁਖੀਆ ਕਿਹਾ ਜਾਂਦਾ ਹੈ। ਇਸ ਰੂਪ ਵਿੱਚ ਉਹ ਵਿਆਪਕ ਅਤੇ ਅਸਲੀ ਸ਼ਕਤੀਆਂ ਦਾ ਇਸਤੇਮਾਲ ਕਰਦਾ ਹੈ। ਆਪਣੇ ਰਾਜ ਦੇ ਨੇਤਾ ਦੇ ਬਹੁਮਤ ਦਲ ਦੇ ਨੇਤਾ ਰਾਜ ਮੰਤਰੀ ਪਰਿਸ਼ਦ ਦੇ ਮੁਖੀਆ, ਰਾਜਪਾਲ ਦੇ ਮੁੱਖ ਸਲਾਹਕਾਰ ਦੇ ਰਾਜ ਦੇ ਲੋਕਾਂ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਮੁੱਖ ਮੰਤਰੀ ਰਾਜ ਦੇ ਪ੍ਰਸ਼ਾਸਨ ਵਿੱਚ ਮੁੱਖ ਅਤੇ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦਾ ਹੈ। ਮੁੱਖ ਮੰਤਰੀ ਦੀ ਨਿਯੁਕਤੀ ਦਾ ਢੰਗ ਤੁਹਾਨੂੰ ਪਤਾ ਹੀ ਆ, ਵੋਟਾਂ ਦੇ ਕੇ ਕਿਹਦੀ ਨਿਯੁਕਤੀ ਜਿਹੜੀ ਆ, ਇਹਦੇ ਜਿਹੜੇ ਪ੍ਰਤੀਨਿਧੀਆਂ ਨੂੰ ਚੁਣ ਕੇ ਜਿਹੜੀ ਪਾਰਟੀ ਦਾ ਪ੍ਰਤੀਨਿਧੀ ਜ਼ਿਆਦਾ ਚੁਣੇ ਜਾਣਗੇ ਉਹ ਆਪਣਾ ਫਿਰ ਮੁੱਖ ਮੰਤਰੀ ਚੁਣ ਲੈਂਦੇ ਨੇ। ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਦਾ ਹੈਗਾ ਵਾ ਮੁੱਖ ਮੰਤਰੀ ਹੈਗਾ ਵਾ ਭਗਵੰਤ ਮਾਨ, ਕਿਉਂਕਿ ਇਹਨਾਂ ਦੀ ਪਾਰਟੀ ਦੇ ਉਮੀਦਵਾਰ ਜਿਹੜੇ ਜ਼ਿਆਦਾ ਜਿੱਤੇ ਸੀਗੇ, ਜ਼ਿਆਦਾ ਉਮੀਦਵਾਰ ਜਿੱਤੇ ਸੀ ਇਹਨਾਂ ਦੇ। ਕਹਿੰਦਾ ਕਿ ਜਿਹੜੀ ਮੁੱਖ ਮੰਤਰੀ ਦੀ ਨਿਯੁਕਤੀ ਭਾਵੇਂ ਰਾਜਪਾਲ ਵੱਲੋਂ ਕੀਤੀ ਜਾਂਦੀ ਆ, ਬਟ ਇਹਦੇ ਵਿੱਚ ਉਸੇ ਨੂੰ ਹੀ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਜਿਹਨੂੰ ਬਹੁਮਤ ਪ੍ਰਾਪਤ ਹੋਵੇ ਔਰ ਜਿਹੜਾ ਆਪਣੀ ਪਾਰਟੀ ਦਾ ਨੇਤਾ ਹੋਵੇ। ਨੈਕਸਟ ਹੈਗਾ ਕਾਰਜਕਾਲ। ਇਹਦਾ ਕਾਰਜਕਾਲ ਵੀ 5 ਸਾਲ ਦਾ ਹੁੰਦਾ। 5 ਸਾਲ ਵਾਸਤੇ ਹੀ ਇਹ ਮੁੱਖ ਮੰਤਰੀ ਰਹਿੰਦਾ। ਬਾਅਦ ਵਿੱਚ ਦੁਬਾਰਾ ਜਦੋਂ ਵੋਟਾਂ ਹੁੰਦੀਆਂ, ਦੁਬਾਰਾ ਜੇਕਰ ਇਹਦੀ ਪਾਰਟੀ ਜਿੱਤਦੀ ਫਿਰ ਹੀ ਇਹ ਆਪਣਾ CM ਬਣਦਾ, ਜਾਣੀ ਕਿ ਮੁੱਖ ਮੰਤਰੀ ਬਣਦਾ। ਇਹਦੀਆਂ ਹੁਣ ਸ਼ਕਤੀਆਂ ਤੇ ਕੰਮ ਕੀ ਨੇ? ਕਹਿੰਦਾ ਰਾਜ ਦੇ ਮੁੱਖ ਮੰਤਰੀ ਨੂੰ ਕਾਨੂੰਨੀ ਰੂਪ ਵਿੱਚ ਘੱਟ ਅਤੇ ਵਿਵਹਾਰਿਕ ਰੂਪ ਵਿੱਚ ਜ਼ਿਆਦਾ ਸ਼ਕਤੀਆਂ ਮਿਲੀਆਂ ਹੀ ਹਨ। ਉਹ ਰਾਜ ਦੀ ਸਰਕਾਰ ਦਾ ਅਸਲੀ ਕਾਰਜਪਾਲਿਕਾ ਮੁਖੀਆ ਹੈ। ਮੰਤਰੀ ਪਰਿਸ਼ਦ ਦਾ ਨਿਰਮਾਣ। ਸਭ ਤੋਂ ਪਹਿਲੇ ਰਾਜਪਾਲ ਜਿਹੜਾ ਇਹਨੂੰ ਚੁਣਦਾ, ਇਹਨੂੰ ਸਹੁੰ ਖਵਾਉਂਦਾ, ਬਾਅਦ ਵਿੱਚ ਇਹ ਰਾਜਪਾਲ ਦੀ ਸਹਾਇਤਾ ਨਾਲ ਜਾਂ ਉਹਦੀ ਸਲਾਹ ਨਾਲ ਆਪਣੇ ਮੰਤਰੀ ਪਰਿਸ਼ਦ ਚੁਣਦਾ, ਯਾਨੀ ਕਿ ਆਪਣੇ ਮੰਤਰੀ ਚੁਣਦਾ। ਜਿਵੇਂ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਲਾਹ ਨਾਲ ਆਪਣਾ ਮੰਤਰੀ ਮੰਡਲ ਬਣਾਉਂਦਾ, ਉਸੇ ਤਰ੍ਹਾਂ ਇਹ ਵੀ ਰਾਜਪਾਲ ਦੀ ਸਲਾਹ ਨਾਲ ਆਪਣਾ ਮੰਤਰੀ ਮੰਡਲ ਚੁਣਦਾ। ਔਰ ਮੰਤਰੀਆਂ ਨੂੰ ਕਿਹੜੇ ਕਿਹੜੇ ਵਿਭਾਗ ਦੇਣੇ ਉਹ ਵੀ ਇਹਦੀ ਮਰਜ਼ੀ ਹੁੰਦੀ ਹੈ। ਦੂਸਰਾ, ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਸੇਮ, ਕਿ ਆਪਣੀ ਨਿਯੁਕਤੀ ਤੋਂ ਬਾਅਦ ਜਿੰਨੇ ਵੀ ਮੰਤਰੀ ਚੁਣਦਾ ਉਹਨਾਂ ਨੂੰ ਕਿਹੜਾ ਕੈਬਨਿਟ ਮੰਤਰੀ ਚੁਣਦਾ ਉਹਨੂੰ ਕਿਹੜੇ ਕਿਹੜੇ ਵਿਭਾਗ ਦੇਣੇ ਆ, ਇਹ ਇਹਦੀ ਮਰਜ਼ੀ ਤੇ ਸਾਰਾ ਕੁਛ ਤੈਅ ਹੁੰਦਾ। ਮੰਤਰੀ ਪਰਿਸ਼ਦ ਦਾ ਪ੍ਰਧਾਨ। ਮੰਤਰੀ ਪਰਿਸ਼ਦ ਦੀ ਬੈਠਕ ਦੀ ਪ੍ਰਧਾਨਗੀ ਰਾਜਪਾਲ ਨਹੀਂ ਕਰਦਾ, ਸਗੋਂ ਮੁੱਖ ਮੰਤਰੀ ਕਰਦਾ ਹੈ। ਮੁੱਖ ਮੰਤਰੀ ਹੀ ਮੰਤਰੀ ਪਰਿਸ਼ਦ ਦੀ ਹਰੇਕ ਬੈਠਕ ਦਾ ਏਜੰਡਾ ਤਿਆਰ ਕਰਦਾ ਹੈ ਤੇ ਉਸ ਦੀ ਸੂਚਨਾ ਮੰਤਰੀਆਂ ਨੂੰ ਦੇ ਦਿੰਦਾ ਹੈ। ਔਰ ਉਹ ਕੈਬਨਿਟ ਦੀਆਂ ਬੈਠਕਾਂ ਦੀ ਪ੍ਰਧਾਨਗੀ ਵੀ ਕਰਦਾ। ਉਸਨੂੰ ਕਿਸੇ ਵੀ ਸਮੇਂ ਕੈਬਨਿਟ ਦੀ ਬੈਠਕ ਦੀ ਸੱਦਣ ਦਾ ਅਧਿਕਾਰ ਹੈ, ਯਾਨੀ ਕਿ ਜਦੋਂ ਉਹ ਚਾਹੇ ਆਪਣੇ ਕੈਬਨਿਟ ਮੰਤਰੀਆਂ ਨੂੰ ਸੱਦ ਸਕਦਾ ਹੈ।
ਬੈਠਕ ਦਾ ਪ੍ਰਧਾਨ ਹੋਣ ਦੇ ਨਾਤੇ ਉਹ ਬੈਠਕ ਵਿੱਚ ਹੋਣ ਵਾਲੇ ਸਲਾਹ ਮਸ਼ਵਰੇ ਅਤੇ ਲਏ ਜਾਣ ਵਾਲੇ ਫੈਸਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਨੈਕਸਟ ਹੈਗਾ ਰਾਜਪਾਲ ਅਤੇ ਮੰਤਰੀ ਪਰਿਸ਼ਦ ਦਰਮਿਆਨ ਮੁੱਖ ਸੰਪਰਕ ਸੂਤਰ, ਜਾਨੀ ਕਿ ਕੜੀ ਦਾ ਕੰਮ ਜਿਵੇਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਜਨਤਾ ਦੇ ਵਿੱਚ ਕੜੀ ਦਾ ਕੰਮ ਸੀ, ਉਸੇ ਤਰ੍ਹਾਂ ਇਹ ਮੰਤਰੀ ਪਰਿਸ਼ਦ ਤੇ ਰਾਜਪਾਲ ਦੇ ਵਿੱਚ ਕੜੀ ਦਾ ਕੰਮ ਕਰਦਾ। ਜਾਨੀ ਕਿ ਮੰਤਰੀ ਪਰਿਸ਼ਦ ਦੀਆਂ ਜਿਹੜੀਆਂ ਜਿੰਨੇ ਵੀ ਹੈਗੇ ਆ ਕੰਮ ਜਾਂ ਉਹਨਾਂ ਦੇ ਨਾਲ ਰਿਲੇਟਡ ਜਿੰਨੇ ਫੈਸਲੇ ਹੋਏ ਰਾਜਪਾਲ ਤੱਕ ਪਹੁੰਚਾਉਂਦਾ ਹੈ। ਮੁੱਖ ਤਾਲਮੇਲ ਕਰਤਾ ਦੇ ਰੂਪ ਵਿੱਚ ਕਹਿੰਦਾ ਇਹ ਸਾਰੇ ਵਿਭਾਗਾਂ ਵਿੱਚ ਤਾਲਮੇਲ ਬਿਠਾ ਕੇ ਰੱਖਣਾ ਇਹਦੀ ਜ਼ਿੰਮੇਵਾਰੀ ਹੈ। ਤਾਲਮੇਲ ਬਿਠਾਉਂਦਾ, ਜੇਕਰ ਕੋਈ ਕੈਬਨਿਟ ਮੰਤਰੀ ਆਪਸ ਵਿੱਚ ਕਿਸੇ ਕਾਰਨ ਵਿਰੋਧ ਪੈਦਾ ਹੁੰਦਾ ਉਹਨਾਂ ਵਿੱਚ ਜਾਂ ਵਿਰੋਧ ਕਰਦੇ ਇੱਕ ਦੂਜੇ ਦਾ, ਤੇ ਉਹਨਾਂ ਵਿੱਚ ਸੁਲਹ ਸਫਾਈ ਵੀ ਕਰਾਉਂਦਾ। ਰਾਜ ਵਿਧਾਨ ਸਭਾ ਦੇ ਨੇਤਾ ਦੇ ਰੂਪ ਵਿੱਚ ਕਹਿੰਦਾ ਇਹ ਵਿਧਾਨ ਸਭਾ ਦਾ ਨੇਤਾ ਵਾ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਲੋਕ ਸਭਾ ਦਾ ਨੇਤਾ ਹੁੰਦਾ, ਉਸੇ ਤਰ੍ਹਾਂ ਇਹ ਵਿਧਾਨ ਸਭਾ ਦਾ ਨੇਤਾ ਹੁੰਦਾ। ਨਿਯੁਕਤੀਆਂ ਕਰਨ ਦੀਆਂ ਸ਼ਕਤੀਆਂ, ਇਹ ਵੱਡੇ ਵੱਡੇ ਅਹੁਦਿਆਂ ਤੇ ਨਿਯੁਕਤੀਆਂ ਵੀ ਕਰ ਸਕਦਾ ਹੈ। ਵਿਧਾਨ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ, ਜਦੋਂ ਚਾਹੇ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਜਾਨੀ ਕਿ ਉਹਦੇ ਮੰਤਰੀਆਂ ਦੀ ਜਗ੍ਹਾ ਤੇ ਪਹਿਲੇ ਮੰਤਰੀ ਜੇਕਰ ਸਹੀ ਕੰਮ ਨਹੀਂ ਕਰਦੇ ਤਾਂ ਉਹਨਾਂ ਦੀ ਜਗ੍ਹਾ ਦੂਸਰੇ ਮੰਤਰੀ ਨਿਯੁਕਤ ਕਰ ਸਕਦਾ ਹੈ। ਕਹਿੰਦਾ ਕੇਂਦਰ ਦੇ ਰਾਜ ਦੇ ਸੰਬੰਧਾਂ ਵਿੱਚ ਭੂਮਿਕਾ, ਜਿਹੜੇ ਕੇਂਦਰੀ ਫੈਸਲੇ ਤੇ ਰਾਜ ਦੇ ਫੈਸਲੇ ਉਹਨਾਂ ਵਿੱਚ ਇਹ ਅਹਿਮ ਭੂਮਿਕਾ ਨਿਭਾਉਂਦਾ। ਜਿਹੜੀ ਕੇਂਦਰੀ ਗ੍ਰਾਂਟ ਨਹੀਂ ਆਉਂਦੀ ਉਹਦਾ ਅਤੇ ਸਹਾਇਤਾ ਜੋ ਕਿ ਰਾਜ ਵਿਕਾਸ ਕੰਮਾਂ ਲਈ ਬਹੁਤ ਮਹੱਤਵਪੂਰਨ ਸਮਝੀ ਜਾਂਦੀ ਹੈ, ਪ੍ਰਾਪਤ ਕਰਨ ਲਈ ਆਪਣੇ ਅਹੁਦੇ ਦਾ ਇਸਤੇਮਾਲ ਕਰਦਾ ਹੈ। ਜਾਨੀ ਕਿ ਜਿੰਨੀ ਵਿਦੇਸ਼ੀ ਗ੍ਰਾਂਟ ਆਉਂਦੀ ਇਹਦੇ ਕੋਲ ਆਉਂਦੀ, ਵਿਦੇਸ਼ੀ ਨਹੀਂ ਸੌਰੀ ਸੈਂਟਰ ਗੌਰਮੈਂਟ ਵੱਲੋਂ ਜਿੰਨੀ ਗ੍ਰਾਂਟ ਆਉਂਦੀ ਆ ਇਹਦੇ ਕੋਲ ਆਉਂਦੀ ਹੈ। ਮੁੱਖ ਮੰਤਰੀ ਦੀ ਸਥਿਤੀ, ਆਪਾਂ ਕਹਾਂਗੇ ਕਿ ਮੁੱਖ ਮੰਤਰੀ ਦੀ ਸਥਿਤੀ ਬਹੁਤ ਵਧੀਆ ਹੁੰਦੀ ਆ। ਇਹਦੀ ਸਥਿਤੀ ਸ਼ਕਤੀ ਵਾਲੀ ਆ ਕਿਉਂਕਿ ਇੱਕ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਨੇ। ਇਹ ਜਨਮ ਅਤੇ ਮੌਤ ਦੇ ਕੇਂਦਰ ਬਿੰਦੂ ਆ। ਇਹ ਮੰਤਰੀਆਂ ਨੂੰ ਜਨਮ ਅਤੇ ਮੌਤ ਦਾ ਕੇਂਦਰ ਬਿੰਦੂ ਇਸ ਕਰਕੇ ਹੈ, ਆਪਣੇ ਮੰਤਰੀਆਂ ਨੂੰ ਉਹਨਾਂ ਦੇ ਅਹੁਦੇ ਦੇ ਵੀ ਸਕਦਾ ਤੇ ਉਹਨਾਂ ਕੋਲ ਅਹੁਦੇ ਖੋ ਵੀ ਸਕਦਾ। ਔਰ ਰਾਜਪਾਲ ਦੀ ਸਲਾਹ, ਰਾਜਪਾਲ ਜਿਹੜਾ ਇਹਦੇ ਨਾਲ ਸਲਾਹ ਕਰਦਾ। ਬਸ ਇਹਦੇ ਵਿੱਚ ਇੰਨਾ ਹੀ ਕਰਾਂਗੇ। ਨੈਕਸਟ ਇਕਾਈ ਹੈਗੀ ਭਾਰਤੀ ਸੰਘਵਾਦ, ਇੰਡੀਅਨ ਫੈਡਰਲਿਜ਼ਮ। ਭਾਰਤੀ ਸੰਘਵਾਦ, ਭਾਰਤੀ ਸੰਘਵਾਦ ਦਾ ਰੂਪ, ਇਹਦੀਆਂ ਵਿਸ਼ੇਸ਼ਤਾਵਾਂ। ਹੁਣ ਕੁਐਸਚਨ ਇਵੇਂ ਆਉਂਦਾ ਹੁੰਦਾ ਕਿ ਭਾਰਤੀ ਸੰਘਵਾਦ ਤੋਂ ਕੀ ਭਾਵ ਆ, ਇਹਦੀਆਂ ਸੰਘਾਤਮਕ ਤੇ ਇਕਾਤਮਕ ਵਿਸ਼ੇਸ਼ਤਾਵਾਂ ਦੱਸੋ। ਸੰਘਾਤਮਕ ਆਪਾਂ ਅਲੱਗ ਕਰਾਂਗੇ, ਇਕਾਤਮਕ ਦੋਨਾਂ ਨੂੰ ਇਕੱਠਾ ਪੁੱਛ ਲੈਂਦੇ। ਜੇਕਰ ਤੁਹਾਨੂੰ ਦੋਨੋਂ ਪੁੱਛਣ ਦੇ 5 ਉਹਦੀਆਂ ਦੇ ਦੇਣੀਆਂ, 5 ਉਹਦੀਆਂ ਇਕਾਤਮਕ ਦੀਆਂ। ਔਰ ਜੇਕਰ ਅਲੱਗ-ਅਲੱਗ ਪੁੱਛਣ, ਬਾਈ ਦਾ ਵੇ ਇਸ ਤਰ੍ਹਾਂ ਹੀ ਕੁਐਸਚਨ ਹੁੰਦਾ ਕਿ ਸੰਘਾਤਮਕ ਵਿਸ਼ੇਸ਼ਤਾਵਾਂ ਦੱਸੋ, ਫਿਰ ਆਪਾਂ 10 ਲਿਖਣੀਆਂ ਹੁੰਦੀਆਂ। ਸੰਘਾਤਮਕ ਵਿਸ਼ੇਸ਼ਤਾਵਾਂ ਵਿੱਚ ਕਹਿੰਦਾ ਭਾਰਤੀ ਸੰਵਿਧਾਨ ਵਿੱਚ ਲਗਭਗ ਉਹ ਸਾਰੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਜੋ ਕਿ ਇੱਕ ਸੰਘਾਤਮਕ ਸੰਵਿਧਾਨ ਜਿਵੇਂ ਕਿ ਅਮਰੀਕਾ ਦੇ ਸੰਵਿਧਾਨ ਵਿੱਚ ਪਾਈਆਂ ਜਾਂਦੀਆਂ ਨੇ। ਔਰ ਸਧਾਰਨ ਸ਼ਬਦਾਂ ਵਿੱਚ ਸੰਘੀ ਸ਼ਾਸਨ ਵਿਵਸਥਾ ਦਾ ਭਾਵ ਉਹ ਵਿਵਸਥਾ ਜਿਸ ਵਿੱਚ ਸੰਘੀ ਸਰਕਾਰ ਅਤੇ ਪ੍ਰਾਂਤੀ ਸਰਕਾਰਾਂ ਵਿੱਚ ਇੱਕ ਲਿਖਤੀ ਸੰਵਿਧਾਨ ਵੱਲੋਂ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਹੁਣ ਸੰਘਾਤਮਕ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਕਿ ਜਿਹੜਾ ਸੰਘੀ ਸ਼ਾਸਨ ਹੈ, ਕੇਂਦਰੀ ਸ਼ਾਸਨ ਤੇ ਕੇਂਦਰੀ ਸ਼ਾਸਨ ਦੇ ਵਿੱਚ ਸੰਘੀ ਸਰਕਾਰ ਤੇ ਪ੍ਰਾਂਤੀ ਸਰਕਾਰਾਂ ਦੇ ਵਿੱਚ ਜਿਹੜੇ ਸ਼ਕਤੀਆਂ ਨਾ ਉਹਨਾਂ ਦੀ ਵੰਡ ਸੰਵਿਧਾਨ ਵਿੱਚ ਕੀਤੀ ਗਈ ਹੈ। ਦੋਹਰੀ ਸ਼ਾਸਨ ਵਿਵਸਥਾ ਕਹਿੰਦਾ ਕਿ ਜਿਹੜਾ ਭਾਰਤੀ ਸੰਵਿਧਾਨ ਦੇ ਅਨੁਸਾਰ ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ। ਇੱਕ ਪਾਸੇ ਕੇਂਦਰੀ ਸਰਕਾਰ ਕੰਮ ਕਰਦੀ ਹੈ ਤੇ ਦੂਸਰੇ ਪਾਸੇ ਰਾਜਾਂ ਵਿੱਚ ਰਾਜ ਸਰਕਾਰਾਂ ਕੰਮ ਕਰਦੀਆਂ। ਦੋਵਾਂ ਦਾ ਖੇਤਰ ਅਧਿਕਾਰ ਅਲੱਗ-ਅਲੱਗ ਆ। ਕੇਂਦਰੀ ਸਰਕਾਰ ਦੇ ਅਧੀਨ ਜਿਹੜੇ ਖੇਤਰ ਆਉਂਦੇ ਉਹ ਹੈਗੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ, ਸੰਸਦ। ਇਹ ਸਾਰੇ ਕੇਂਦਰੀ ਸਰਕਾਰ ਵਿੱਚ ਨੇ। ਔਰ ਰਾਜ ਸਰਕਾਰਾਂ ਦੇ ਵਿੱਚ ਜਿਹੜੇ ਆਉਂਦੇ ਨੇ ਇਹਦੇ ਮੁੱਖ ਅੰਗ ਗਵਰਨਰ, ਮੁੱਖ ਮੰਤਰੀ, ਮੰਤਰੀ ਪਰਿਸ਼ਦ, ਰਾਜਧਾਨ ਮੰਡਲ ਆਦਿ। ਸ਼ਕਤੀਆਂ ਦੀ ਵੰਡ ਦੋਨਾਂ ਦੇ ਵਿੱਚ ਅਲੱਗ-ਅਲੱਗ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਸੰਘੀ ਸੂਚੀ, ਜਿਹੜੀਆਂ ਸੰਘੀ ਸੂਚੀ ਵਿੱਚ ਜਿੰਨੀਆਂ ਸ਼ਕਤੀਆਂ ਹੁੰਦੀਆਂ ਉਹ ਕੇਂਦਰ ਸਰਕਾਰ ਕੋਲ ਆ। ਔਰ ਰਾਜ ਸੂਚੀ ਦੇ ਜਿੰਨੇ ਵੀ ਵਿਸ਼ੇ ਨੇ 66 ਵਿਸ਼ੇ ਨੇ ਇਹ ਰਾਜ ਸਰਕਾਰ ਕੋਲ ਆ। ਇੱਕ ਹੈਗੀ ਸਾਂਝੀ ਸੂਚੀ ਜਿਹਦੇ ਵਿੱਚ ਦੋਨਾਂ ਨੂੰ ਸ਼ਕਤੀਆਂ ਸਾਂਝੀਆਂ ਮਿਲੀਆਂ ਨੇ। ਉਹਦੇ ਵਿੱਚ 47 ਵਿਸ਼ੇ ਨੇ ਜਿਹਦਾ ਅਧਿਕਾਰ ਜਿਹਦੇ ਉੱਤੇ ਸ਼ਕਤੀ ਜਿਹੜੀ
ਰਾਜ ਸਰਕਾਰ ਦੀ ਵੀ ਔਰ ਕੇਂਦਰੀ ਸਰਕਾਰ ਦੀ। ਸੁਤੰਤਰ ਨਿਆਂ ਪ੍ਰਣਾਲੀ, ਇਹਨਾਂ ਦੇ ਆਪਸੀ ਝਗੜੇ ਕੇਂਦਰ ਅਤੇ ਪ੍ਰਾਂਤਾਂ ਵਿੱਚ ਇਸ ਤਰ੍ਹਾਂ ਦੀਆਂ ਸ਼ਕਤੀਆਂ ਕੀਤੀਆਂ ਕਿ ਇਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਜਿਹੜਾ ਉਹ ਨਿਆਂਪਾਲਿਕਾ 'ਚ ਹੁੰਦਾ। ਦੋ ਸੁਧਾਰਨਾਤਮਕ ਵਿਧਾਨ ਪਾਲਿਕਾ, ਜਿਸ ਤਰ੍ਹਾਂ ਸੰਸਦ ਦੇ ਦੋ ਵਿਧਾਨ ਪਾਲਿਕਾ ਨੇ, ਜਿਵੇਂ ਲੋਕ ਸਭਾ ਤੇ ਰਾਜ ਸਭਾ, ਉਸੇ ਤਰ੍ਹਾਂ ਇਹਦੇ ਵੀ ਦੋ ਸਦਨ ਹੁੰਦੇ ਨੇ। ਅੱਗੇ ਹੈਗਾ ਲਿਖਤੀ ਸੰਵਿਧਾਨ। ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਲਿਖਤੀ ਆ ਔਰ ਬਹੁਤ ਵੱਡਾ ਵਾ। ਕਠੋਰ ਸੰਵਿਧਾਨ, ਸਾਡਾ ਸੰਵਿਧਾਨ ਜਿਹੜਾ ਕਠੋਰ ਆ, ਥੋੜੀ ਕਿਤੇ ਇਹਦੇ ਵਿੱਚ ਸੋਧ ਨਹੀਂ ਹੁੰਦੀ। ਸੰਵਿਧਾਨ ਦੀ ਸਰਵਉੱਚਤਾ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਾਰਿਆਂ ਨਾਲੋਂ ਉੱਚਾ ਜਿਹੜਾ ਸੰਵਿਧਾਨ ਆ। ਔਰ ਕੇਂਦਰ ਦੇ ਇਕਾਈਆਂ ਵਿੱਚ ਸਹਿਯੋਗ, ਇਕਾਈਆਂ ਮਿਲ ਕੇ ਰਾਜ ਸਰਕਾਰਾਂ, ਕੇਂਦਰ ਦੇ ਰਾਜ ਸਰਕਾਰਾਂ ਵਿੱਚ ਸਹਿਯੋਗ ਤੇ ਤਾਲਮੇਲ। ਜੇਕਰ ਦੋਨੋਂ ਇੱਕ ਦੂਜੇ ਨੂੰ ਸਹਿਯੋਗ ਦਿੰਦੇ, ਤਾਲਮੇਲ ਰੱਖਦੇ ਤੇ ਸਰਕਾਰ ਵਧੀਆ ਚੱਲਦੀ। ਇਕਾਤਮਕ ਵਿਸ਼ੇਸ਼ਤਾਵਾਂ, ਹੁਣ ਕੱਲੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਕੱਲੀਆਂ ਹੀ ਸੰਸਦ ਕੋਲ ਨੇ। ਪਹਿਲੀ ਹੈਗੀ ਸ਼ਕਤੀਸ਼ਾਲੀ ਕੇਂਦਰ। ਰਾਜ ਦਾ ਜਿਹੜਾ ਮੁੱਖ ਮੰਤਰੀ ਫੈਸਲੇ ਲੈਂਦਾ, ਉਹਦੇ ਫੈਸਲਿਆਂ ਨੂੰ ਜਿਹੜੀ ਆ ਕੇਂਦਰੀ ਸਰਕਾਰ ਜਿਹੜੀ ਉਹ ਨਹੀਂ ਵੀ ਮੰਨਦੀ। ਕਈ ਵਾਰੀ ਉਹਦੇ ਫੈਸਲੇ ਲਏ ਗਏ ਫੈਸਲਿਆਂ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਜਿਵੇਂ ਕਿ ਮੰਨ ਲਓ ਬਾਹਰ ਦੇ ਦੇਸ਼ਾਂ ਨਾਲ ਕੋਈ ਆਪਾਂ ਵਪਾਰ ਕਰਨਾ, ਇਕੱਲੇ ਰਾਜ ਨੇ ਵਪਾਰ ਕਰਨਾ, ਜਾਂ ਪੰਜਾਬ 'ਚ ਕੋਈ ਚੀਜ਼ ਜਾਣੀ ਹੈ ਤੇ ਉਹ ਕੇਂਦਰੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਵਪਾਰ ਹੋਊਗਾ। ਇਹ ਸ਼ਕਤੀ ਕੇਂਦਰ ਕੋਲ ਹੈ। ਹੋਰ ਵੀ ਕਈ ਇਸ ਤਰ੍ਹਾਂ ਦੇ ਹੁੰਦੇ ਆ। ਬਾਹਰਲੇ ਦੇਸ਼ਾਂ ਨਾਲ ਜਿਹੜੇ ਸੰਬੰਧ ਬਣਾਉਣੇ ਆ, ਉਹ ਰਾਜ ਸਰਕਾਰ ਦਾ ਕੋਈ ਮਤਲਬ ਨਹੀਂ ਆ। ਉਹਦੇ ਵਿੱਚ ਸਿਰਫ ਕੇਂਦਰੀ ਸਰਕਾਰ ਹੀ ਦੂਸਰੇ ਦੇਸ਼ਾਂ ਨਾਲ ਆਪਣੇ ਸੰਬੰਧ ਬਣਾ ਸਕਦੀ ਹੈ। ਰਾਸ਼ਟਰਪਤੀ ਹੀ ਦੂਸਰੇ ਦੇਸ਼ਾਂ ਵਿੱਚ ਜਾ ਕੇ ਦੇਸ਼ਾਂ ਦੇ ਭਲੇ ਵਾਸਤੇ ਕੋਈ ਫੈਸਲਾ ਲੈ ਸਕਦਾ। ਇਕੱਲੀ ਨਾਗਰਿਕਤਾ, ਸਾਡੇ ਦੇਸ਼ ਵਿੱਚ ਦੋਹਰੀ ਨਾਗਰਿਕਤਾ ਨਹੀਂ ਆ, ਇਕੱਲੀ ਨਾਗਰਿਕਤਾ ਹੈ। ਜਿਵੇਂ ਕਿ ਜੇਕਰ ਕੋਈ ਪੰਜਾਬ ਦਾ ਵਾਸੀ ਆ ਤੇ ਉਹਨੂੰ ਸਾਰੇ ਭਾਰਤ ਦੀ ਦੁਬਾਰਾ ਨਾਗਰਿਕਤਾ ਲੈਣ ਦੀ ਲੋੜ ਨਹੀਂ ਆ। ਇਕੱਲੀ ਨਿਆਂਪਾਲਿਕਾ, ਸਾਡੇ ਦੇਸ਼ ਵਿੱਚ ਇਕੱਲੀ ਨਿਆਂਪਾਲਿਕਾ ਦਾ ਸੰਗਠਨ ਵੀ ਆ। ਸਾਂਝੀਆਂ ਅਖਿਲ ਭਾਰਤੀ ਸੇਵਾਵਾਂ, ਹੁਣ ਦੇਖੋ ਸਾਂਝੀਆਂ ਅਖਿਲ ਭਾਰਤੀ ਸੇਵਾਵਾਂ ਦੇ ਵਿੱਚ ਇਹ ਆ ਕਿ ਜਦੋਂ IAS ਜਾਂ IPS ਟੈਸਟ ਕਲੀਅਰ ਕਰਨਾ ਹੁੰਦਾ, ਜਦੋਂ ਕੰਪੀਟੀਟਿਵ ਟੈਸਟ ਹੁੰਦਾ, ਤੇ ਉਹਦੇ ਵਿੱਚ ਸਾਰੇ ਭਾਰਤ ਵਿੱਚੋਂ ਕਿਸੇ ਵੀ ਜਗ੍ਹਾ ਤੋਂ ਸਟੂਡੈਂਟ ਆ ਕੇ ਉਹਦੇ ਵਿੱਚ ਲੈ ਸਕਦੇ, ਕੈਂਡੀਡੇਟਸ ਆ ਸਕਦੇ ਨੇ। ਔਰ ਜਿਸ ਤਰ੍ਹਾਂ ਭਾਰਤ ਦੇ ਵਿੱਚ ਕੋਈ IAS ਆਫਿਸਰ ਆ, IAS ਆਫਿਸਰ, ਉਹਨੂੰ ਪੰਜਾਬ ਵਿੱਚ, ਹਰਿਆਣੇ ਵਿੱਚ ਕਿਸੇ ਵੀ ਜਗ੍ਹਾ ਉੱਤੇ ਲਗਾਇਆ ਜਾ ਸਕਦਾ। ਉਹਨੂੰ ਕਹਿੰਦੇ ਸਾਂਝੀਆਂ ਅਖਿਲ ਭਾਰਤੀ ਸੇਵਾਵਾਂ। ਅੱਗੇ ਸਾਂਝਾ ਚੋਣ ਯੋਗ, ਸਾਰਿਆਂ ਦਾ ਸਾਂਝਾ ਚੋਣ ਯੋਗ ਹੁੰਦਾ, ਜਾਣੀ ਕਿ ਚੋਣ ਯੋਗ ਦੀ ਵਿਵਸਥਾ ਕੀਤੀ ਗਈ ਆ। ਇਸ ਚੋਣ ਯੋਗ ਦੇ ਪ੍ਰਧਾਨ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ। ਇਹ ਚੋਣ ਯੋਗ ਕੇਂਦਰੀ ਸੰਸਦ ਦੇ ਪ੍ਰਾਂਤੀ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਨਿਰੀਖਣ, ਨਿਰਦੇਸ਼ ਤੇ ਕੰਟਰੋਲ ਕਰਦਾ। ਇਕੱਲਾ ਸੰਵਿਧਾਨ, ਹੁਣ ਸਾਡੇ ਦੇਸ਼ ਵਿੱਚ ਜਿੰਨੇ ਮਰਜ਼ੀ ਹੈਗੇ ਨੇ ਸਟੇਟ, ਭਾਵੇਂ 29 ਜਾਂ ਜਿੰਨੇ ਵੀ ਆ, ਸਾਰਿਆਂ ਦਾ ਸੰਵਿਧਾਨ ਵੱਖਰਾ ਵੱਖਰਾ ਨਹੀਂ ਆ। ਸਾਰੇ ਭਾਰਤ ਦਾ ਇੱਕ ਹੀ ਸੰਵਿਧਾਨ ਹੈ ਔਰ ਉਸੇ ਸੰਵਿਧਾਨ ਦੇ ਕਾਨੂੰਨਾਂ ਅਨੁਸਾਰ ਸਾਰਿਆਂ ਨੂੰ ਚੱਲਣਾ ਪੈਂਦਾ। ਕਹਿੰਦਾ ਨਵੇਂ ਰਾਜਾਂ ਦਾ ਨਿਰਮਾਣ ਤੇ ਪੁਰਾਣੇ ਰਾਜਾਂ ਦੀ ਹੱਦਾਂ ਵਿੱਚ ਪਰਿਵਰਤਨ। ਕਹਿੰਦਾ ਕੇਂਦਰੀ ਸਰਕਾਰ ਕੋਲ ਇਹ ਸ਼ਕਤੀ ਇੱਕ ਇਕਾਤਮਕ ਸ਼ਕਤੀ ਵਿੱਚ ਆਉਂਦਾ ਕਿ ਨਵੇਂ ਰਾਜ ਬਣਾਉਣੇ ਜਾਂ ਨਵੇਂ ਰਾਜਾਂ ਦਾ ਨਿਰਮਾਣ ਕਰਨਾ, ਜਾਂ ਪੁਰਾਣੇ ਰਾਜਾਂ ਦੇ ਹੱਦਾਂ ਜਿਹੜੀਆਂ ਉਹਦਾ ਖੇਤਰ ਆ ਉਹਨੂੰ ਨਿਸ਼ਚਿਤ ਕਰਨਾ, ਇਹ ਕੇਂਦਰੀ ਸਰਕਾਰ ਕੋਲ ਸ਼ਕਤੀ ਆ। ਸੰਕਟਕਾਲੀਨ ਸ਼ਕਤੀ ਵੀ ਕੇਂਦਰੀ ਸਰਕਾਰ ਕੋਲ ਆ। ਰਾਜਾਂ ਵਿੱਚ ਸੰਵਿਧਾਨਿਕ ਵਿਵਸਥਾ ਦਾ ਅਸਫਲ ਹੋਣਾ, ਇਹਦੀ ਸ਼ਕਤੀ ਵੀ ਉਹਦੇ ਕੋਲ ਆ। ਸਥਾਨ ਸਥਿਤੀ ਵਿੱਚ ਕੇਂਦਰ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਸਕਦਾ ਹੈ। ਰਾਜਾਂ ਦੇ ਕੁਝ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ। ਹੁਣ ਕਈ ਸਟੇਟ ਦੇ ਇਸ ਤਰ੍ਹਾਂ ਦੇ ਬਿੱਲ ਹੁੰਦੇ ਆ ਰਾਜਾਂ ਦੇ, ਜਿਹਦੀ ਮਨਜ਼ੂਰੀ ਜਿਹੜੀ ਆ ਮੁੱਖ ਮੰਤਰੀ ਨਹੀਂ ਦਊਗਾ, ਰਾਸ਼ਟਰਪਤੀ ਦਿੰਦਾ। ਰਾਜਾਂ ਦੇ ਵਿੱਚ ਜਿਹੜੇ ਗਵਰਨਰ ਨਹੀਂ ਹੁੰਦੇ, ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਨਿਯੁਕਤ ਵੀ ਕੀਤਾ ਜਾਂਦਾ, ਹਟਾਇਆ ਵੀ ਜਾਂਦਾ। ਬਸ 10 ਪੁਆਇੰਟ ਹੀ ਆਪਾਂ ਕਰਨੇ ਸੀ, ਕੋਈ ਵੀ 10 ਕਰ ਸਕਦੇ ਹਾਂ। ਇਹਦੇ ਵਿੱਚ ਬਹੁਤ ਪੁਆਇੰਟ ਦਿੱਤੇ, ਜਿਨ੍ਹਾਂ ਵਿੱਚ ਅਸੀਂ ਕੋਈ 10 ਕਰਨੇ। ਨੈਕਸਟ ਇਕਾਈ ਹੈਗੀ ਆ ਇਸੇ 12 ਇਕਾਈ ਵਿੱਚ ਇੱਕ ਹੋਰ ਕੁਐਸਚਨ ਇੰਪੋਰਟੈਂਟ ਆ, ਭਾਰਤੀ ਕੇਂਦਰ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦੇ ਕਾਰਨ। ਪੇਜ ਨੰਬਰ 218। ਪਹਿਲਾ ਹੈਗਾ ਇਤਿਹਾਸਿਕ ਤਜਰਬਾ,
ਪਹਿਲਾਂ ਲਾਈਨਾਂ ਪੜਾਂਗੇ। ਭਾਰਤ ਵਿੱਚ ਸੰਘੀ ਸ਼ਾਸਨ ਪ੍ਰਣਾਲੀ ਅਪਣਾਇਆ ਗਿਆ, ਪਰ ਕੀ ਕਾਰਨ ਹੈ ਸੰਵਿਧਾਨ ਨਿਰਮਾਤਾਵਾਂ ਨੇ ਸੰਘਵਾਦ ਦੇ ਵਿਰੁੱਧ ਕੇਂਦਰ ਨੂੰ ਇੰਨਾ ਸ਼ਕਤੀਸ਼ਾਲੀ ਬਣਾਇਆ? ਇਹਦੇ ਹੇਠ ਲਿਖੇ ਕਾਰਨ ਨੇ। ਕਹਿੰਦਾ ਇਹਨੂੰ ਜਾਣ ਬੁੱਝ ਕੇ ਹੀ, ਜਿਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਸੀ ਉਹਨਾਂ ਨੇ ਜਾਣ ਬੁੱਝ ਕੇ ਇਹਨੂੰ ਸ਼ਕਤੀਸ਼ਾਲੀ ਬਣਾਇਆ ਸੀ। ਪਹਿਲਾ ਕਾਰਨ ਇਤਿਹਾਸਿਕ ਤਜਰਬਾ। ਕਹਿੰਦਾ ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ, ਜਦੋਂ ਕਦੀ ਵੀ ਭਾਰਤ ਦੀ ਕੇਂਦਰੀ ਸਰਕਾਰ ਕਮਜ਼ੋਰ ਪੈ ਗਈ ਸੀ, ਉਦੋਂ ਦੇਸ਼ ਨੂੰ ਬਹੁਤ ਸ਼ਰਮਸਾਰ ਦਿਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਨੀ ਕਿ ਪੁਰਾਣੇ ਸਮੇਂ ਵਿੱਚ ਜਦੋਂ ਰਾਜੇ ਜਿਹੜੇ ਸੀ ਇੱਕ ਹੋ ਕੇ ਨਹੀਂ ਸੀ ਰਹਿੰਦੇ, ਆਪਸ ਵਿੱਚ ਲੜਦੇ ਰਹਿੰਦੇ ਸੀ, ਤੇ ਉਹਨਾਂ ਦੀ ਕਮਜ਼ੋਰੀ ਦਾ ਫਾਇਦਾ ਜਿਹੜਾ ਸੀ ਦੂਸਰੇ ਦੇਸ਼ਾਂ ਨੇ ਉਠਾਇਆ ਤੇ ਭਾਰਤ ਤੇ ਰਾਜ ਕੀਤਾ। ਕਹਿੰਦਾ ਕਿ ਜਿਹੜੇ ਵਿਦੇਸ਼ੀ ਹਮਲਾਵਰ ਆਏ ਸੀ ਉਹਨਾਂ ਨੇ ਖੂਬ ਇਹਦੀ ਧਨ ਦੌਲਤ ਲੁੱਟਿਆ। ਅੰਗਰੇਜ਼ਾਂ ਨੇ ਵੀ 200 ਸਾਲ ਇੱਥੇ ਰਾਜ ਕੀਤਾ, ਮੁਗਲਾਂ ਨੇ ਵੀ ਕੀਤਾ। ਇਹ ਸਾਡੇ ਭਾਰਤ ਦੇ ਰਾਜਿਆਂ ਦੀ ਕਮਜ਼ੋਰੀ ਸੀ। ਇਸੇ ਕਰਕੇ ਕਹਿੰਦਾ ਕਿ ਹੁਣ ਬਹੁਤ ਸਾਰੇ ਖੂਨ ਡੋਲ ਕੇ ਕੁਰਬਾਨੀਆਂ ਦੇ ਕੇ ਭਾਰਤ ਆਜ਼ਾਦ ਕਰਾਇਆ ਗਿਆ, ਤੇ ਹੁਣ ਇਹਦੀ ਜਿਹੜੀ ਅਸਲੀ ਸ਼ਕਤੀ ਉਹ ਕੇਂਦਰ ਦੇ ਹੱਥ ਵਿੱਚ ਰੱਖੇ ਜਾਣ ਦਾ ਇਹੀ ਇੱਕ ਕਾਰਨ। ਨੰਬਰ 2 ਹੈਗਾ ਆਰਥਿਕ ਅਤੇ ਸਮਾਜਿਕ ਉੱਨਤੀ ਲਈ ਸ਼ਕਤੀਸ਼ਾਲੀ ਕੇਂਦਰ ਦੀ ਜ਼ਰੂਰਤ। ਕਹਿੰਦਾ ਜੇਕਰ ਅਸੀਂ ਆਪਣੇ ਦੇਸ਼ ਦਾ ਆਰਥਿਕ ਤਰੱਕੀ ਵੱਧ ਤੋਂ ਵੱਧ ਕਰਨੀ ਆ ਜਾਂ ਸਮਾਜਿਕ ਤਰੱਕੀ ਕਰਨੀ ਆ, ਤੇ ਉਹਦੇ ਵਿੱਚ ਸ਼ਕਤੀ ਜਿਹੜੀ ਹੈ ਨਾ ਉਹ ਬਿਲਕੁਲ ਕੇਂਦਰ ਕੋਲ ਹੋਣੀ ਚਾਹੀਦੀ ਹੈ। ਕੇਂਦਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਦੇਸ਼ ਦੀ ਵਾਗ ਟੋਰ ਵਧੀਆ ਤਰੀਕੇ ਨਾਲ ਸੰਭਾਲ ਸਕੇ। ਔਰ ਉਹ ਕਿਉਂਕਿ ਉਹਨੇ ਹੀ ਕੇਂਦਰ ਨੇ ਹੀ ਨਿਰਪੱਖ ਹੋ ਕੇ ਸਾਰੇ ਸੂਬਿਆਂ ਵਾਸਤੇ ਆਰਥਿਕ ਯੋਜਨਾਵਾਂ ਸ਼ੁਰੂ ਕਰਨੀਆਂ ਹੁੰਦੀਆਂ। ਪੁਰਾਣੀਆਂ ਰੀਤੀ ਰਿਵਾਜਾਂ ਨੂੰ ਬਦਲਣ ਵਿੱਚ ਉਹ ਮਦਦ ਕਰਦਾ ਔਰ ਜਨ ਕਲਿਆਣ ਦੇ ਕੰਮ ਜਿਹੜੇ ਉਹ ਕਰਦਾ ਹੈ। ਤੀਸਰਾ ਹੈਗਾ ਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ਼ਕਤੀਸ਼ਾਲੀ ਕੇਂਦਰ ਦੀ ਸਥਾਪਨਾ। ਕਹਿੰਦਾ ਇਹ ਵੀ ਇੱਕ ਕਾਰਨ ਆ ਕਿ ਦੇਸ਼ ਦੇ ਵਿੱਚ ਜਦੋਂ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਸਮੱਸਿਆਵਾਂ ਹੁੰਦੀਆਂ ਨੇ, ਕਿਸੇ ਜਗ੍ਹਾ ਤੇ ਧਰਮ ਦੇ ਨਾਂ ਤੇ ਕੋਈ ਹੱਲਾ ਗੁੱਲਾ ਹੁੰਦਾ ਹੈ, ਜਾਂ ਕਿਸੇ ਜਗ੍ਹਾ ਤੇ ਸੰਪਰਦਾਇਕ ਦੰਗੇ ਹੁੰਦੇ ਆ, ਕਸ਼ਮੀਰ ਦੀਆਂ ਸਮੱਸਿਆਵਾਂ ਹੋ ਗਈਆਂ, ਦੇਸ਼ ਨੂੰ ਬਾਹਰੀ ਹਮਲਿਆਂ ਤੋਂ ਬਚਾਉਣਾ, ਇਹ ਸਾਰਾ ਕੁਝ ਕੇਂਦਰੀ ਸਰਕਾਰ ਵੱਲੋਂ ਸਫਲਤਾਪੂਰਵਕ ਕੀਤਾ ਜਾ ਸਕਦਾ। ਭਾਰਤ ਦੀ ਅਖੰਡਤਾ ਨੂੰ ਡਰ। ਕਹਿੰਦਾ ਜੇਕਰ ਸਾਰੀ ਸ਼ਕਤੀ ਜਿਹੜੀ ਕੇਂਦਰੀ ਸਰਕਾਰ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੋਊਗੀ ਔਰ ਸ਼ਕਤੀ ਜਿਹੜੀ ਬਰਾਬਰ ਸੂਬਿਆਂ ਵਿੱਚ ਵੰਡ ਦਿੱਤੀ ਜਾਊਗੀ, ਤੇ ਦੁਬਾਰਾ ਭਾਰਤ ਨੂੰ ਕੋਈ ਨਾ ਕੋਈ ਦੇਸ਼ ਜਿਹੜਾ ਹਮਲਾਵਰ ਜਿਹੜੇ ਨੇ ਗੁਲਾਮ ਬਣਾ ਸਕਦੇ ਆ। ਕਹਿੰਦਾ ਭਾਰਤ ਜਿਹੜਾ ਸਦੀਆਂ ਤੱਕ ਛੋਟੇ ਰਾਜਾਂ ਵਿੱਚ ਵੰਡਿਆ ਸੀ, ਪਰ ਅੰਗਰੇਜ਼ਾਂ ਦੇ ਰਾਜ ਵਿੱਚ ਸੰਯੁਕਤ ਹੋਇਆ। ਯਾਨੀ ਕਿ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਇਹਨੂੰ ਇਕੱਠਾ ਕੀਤਾ ਔਰ ਵਿਦੇਸ਼ੀ ਸ਼ਾਸਨ ਪ੍ਰਤੀ ਨਫ਼ਰਤ ਦੇ ਕਾਰਨ ਭਾਰਤੀ ਇੱਕ ਸਾਂਝੇ ਮੰਚ ਤੇ ਇਕੱਠੇ ਹੋਏ ਅਤੇ ਸਾਂਝੇ ਸੰਵਿਧਾਨ ਨਿਰਮਾਤਾ ਉਸ ਰਾਸ਼ਟਰੀ ਏਕਤਾ ਨੂੰ ਬਣਾਈ ਰੱਖਣਾ ਚਾਹੁੰਦੇ ਹਨ। ਸ਼ਕਤੀਸ਼ਾਲੀ ਕੇਂਦਰ ਸਮੇਂ ਦੀ ਮੰਗ। ਕਹਿੰਦਾ ਹੁਣ ਸਮਾਂ ਵੀ ਇਸ ਤਰ੍ਹਾਂ ਦਾ ਹੈ ਕਿ ਵੱਧ ਤੋਂ ਵੱਧ ਜਿਹੜੀ ਸ਼ਕਤੀ ਉਹ ਕੇਂਦਰ ਕੋਲ ਹੋਵੇ। ਜਿਵੇਂ ਕਿ ਅਮਰੀਕਾ, ਸਵਿਟਜ਼ਰਲੈਂਡ, ਆਸਟ੍ਰੇਲੀਆ, ਇਹਨਾਂ ਦੀ ਵੀ ਇੱਕ ਕੇਂਦਰੀ ਸਰਕਾਰ ਆ ਔਰ ਉਹਨਾਂ ਦੇਸ਼ਾਂ ਦੇ ਸੰਵਿਧਾਨ ਵੱਲੋਂ ਕੇਂਦਰ ਨੂੰ ਕੁਝ ਸੀਮਾ ਸ਼ਕਤੀਆਂ ਪ੍ਰਦਾਨ ਕਰਕੇ ਕਮਜ਼ੋਰ ਰਾਜ ਸਥਾਪਿਤ ਕੀਤੇ ਹਨ। ਅੱਗੇ ਹੈਗਾ ਸ਼ਕਤੀਸ਼ਾਲੀ ਕੇਂਦਰ ਦੀ ਪਰੰਪਰਾ। ਸ਼ੁਰੂ ਤੋਂ ਹੀ ਸ਼ਕਤੀਸ਼ਾਲੀ ਕੇਂਦਰ ਰਿਹਾ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਕਾਲ ਤੋਂ ਸ਼ਕਤੀਸ਼ਾਲੀ ਕੇਂਦਰ ਦੀ ਸਥਾਪਨਾ ਹੋ ਚੁੱਕੀ ਸੀ, ਕਿਉਂਕਿ ਜਦੋਂ ਦੇਸ਼ ਨੂੰ ਆਜ਼ਾਦ ਕੀਤਾ ਸੀ ਉਦੋਂ ਸਭ ਤੋਂ ਪਹਿਲੇ ਇਹਦੀ ਕੇਂਦਰੀ ਸਰਕਾਰ ਸੈਂਟਰਲ ਗਵਰਨਮੈਂਟ ਹੀ ਬਣੀ ਸੀ। ਭਾਰਤੀ ਰਿਆਸਤਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ਼ਕਤੀ ਤੇ ਕੇਂਦਰ ਦੀ ਜ਼ਰੂਰਤ ਹੈ। ਕਹਿੰਦਾ ਜਿਹੜੇ ਭਾਰਤ ਵਿੱਚ ਰਿਆਸਤਾਂ ਨੇ ਉਹਨਾਂ ਦਾ ਸ਼ਾਸਨ ਖਤਮ ਕਰਨ ਵਾਸਤੇ, ਜਾਣੀ ਕਿ ਰਾਜਿਆਂ ਦਾ ਸ਼ਾਸਨ ਖਤਮ ਕਰਨ ਵਾਸਤੇ ਕੇਂਦਰ ਸਰਕਾਰ ਕੋਲ ਦੀ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ। ਕੁਝ ਸੰਵਿਧਾਨ ਨਿਰਮਾਤਾ ਇਕਾਤਮਕ ਸ਼ਾਸਨ ਦੇ ਪੱਖ ਵਿੱਚ। ਕਹਿੰਦਾ ਕੁਝ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਉਹ ਚਾਹੁੰਦੇ ਸੀ ਕਿ ਸਭ ਤੋਂ ਜ਼ਿਆਦਾ ਸ਼ਕਤੀ ਕੇਂਦਰ ਕੋਲ ਹੋਵੇ। ਨੈਕਸਟ ਇਕਾਈ ਤੇ ਆ ਜਾਓ ਹੁਣ 13 ਸੰਘ ਰਾਜ ਸੰਬੰਧਕ ਵਿਧਾਨਕ, ਪ੍ਰਸ਼ਾਸਨਿਕ ਅਤੇ ਵਿੱਤ ਰਾਜਨੀਤੀ। ਨੈਕਸਟ ਕੁਐਸਚਨ ਹੈਗਾ ਵਾ ਇਹਦੇ ਟੌਪਿਕ ਹੈਗੇ ਸੰਘ ਅਤੇ ਰਾਜਾਂ ਵਿੱਚ ਵਿਧਾਨਕ ਸੰਬੰਧ। ਸੰਘੀ ਸੂਚੀ ਦੇ ਵਿੱਚ 97 ਵਿਸ਼ੇ ਹੁੰਦੇ, ਰਾਜ ਸੂਚੀ ਵਿੱਚ 66 ਵਿਸ਼ੇ ਔਰ ਸਮਵਰਤੀ ਸੂਚੀ ਵਿੱਚ 47 ਵਿਸ਼ੇ। ਬਾਕੀ ਸ਼ਕਤੀਆਂ ਸੰਘ ਅਤੇ ਰਾਜਾਂ ਵਿੱਚ ਪ੍ਰਸ਼ਾਸਨਿਕ ਸੰਬੰਧ, ਸੰਘ ਅਤੇ ਰਾਜਾਂ ਵਿੱਚ ਵਿੱਤੀ ਸੰਬੰਧ, ਭਾਰਤੀ ਸੰਘ ਪ੍ਰਣਾਲੀ ਦੇ ਤਣਾਅ ਖੇਤਰ, ਸੰਘ ਰਾਜ ਸੰਬੰਧਾਂ ਦੀ ਪੁਨਰ ਰਚਨਾ ਲਈ ਪ੍ਰਸਤਾਵ,
ਅਸਰਕਾਰੀ ਜਾਂ ਅਯੋਗ। ਸਭ ਤੋਂ ਪਹਿਲੇ ਅਸੀਂ ਕੁਐਸਚਨ ਕਰਾਂਗੇ 2 ਮਾਰਕਸ ਦਾ, ਸੰਘ ਅਤੇ ਰਾਜਾਂ ਵਿੱਚ ਪ੍ਰਕਿਰਤਿਕ ਸੰਬੰਧ, ਵਿਧਾਨਿਕ ਸੰਬੰਧ ਸੰਘ ਅਤੇ ਰਾਜਾਂ ਵਿੱਚ ਵਿਧਾਨਿਕ ਸੰਬੰਧ। ਕਹਿੰਦਾ ਸੰਵਿਧਾਨ ਦੇ ਭਾਗ 11ਵੇਂ ਵਿੱਚ ਸੰਘ ਅਤੇ ਰਾਜਾਂ ਵਿਚਕਾਰ ਵਿਧਾਨਿਕ ਸ਼ਕਤੀਆਂ ਦੀ ਵੰਡ ਦਾ ਵਰਣਨ ਕੀਤਾ ਗਿਆ ਹੈ। ਅਜਿਹਾ ਕਹਿੰਦੇ ਸਮੇਂ ਅਮਰੀਕੀ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕੀਤਾ ਗਿਆ। ਅਮਰੀਕੀ ਸੰਘ ਵਿੱਚ ਸੰਵਿਧਾਨ ਸੰਘ ਸਰਕਾਰ ਲਈ ਕੁਝ ਸ਼ਕਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ, ਬਾਕੀ ਸ਼ਕਤੀਆਂ ਰਾਜਾਂ ਨੂੰ ਦਿੱਤੀਆਂ ਗਈਆਂ। ਇਸ ਦੇ ਉਲਟ ਭਾਰਤੀ ਸੰਵਿਧਾਨ ਕੈਨੇਡਾ ਦੇ ਸੰਵਿਧਾਨ ਦੇ ਰੂਪ ਵਿੱਚ ਹਨ। ਕੈਨੇਡਾ ਦੇ ਸੰਵਿਧਾਨ 91 ਦੇ ਅਨੁਛੇਦ ਵਿੱਚ ਅਲੱਗ-ਅਲੱਗ ਵਿਸ਼ਿਆਂ ਵਿੱਚ 3 ਹਿੱਸਿਆਂ 31 ਵਿਸ਼ਿਆਂ ਵਾਲੀ ਡੋਮੀਨੀਅਲ ਸੂਚੀ, ਵਿਸ਼ਿਆਂ ਵਾਲੀ 16 ਵਿਸ਼ਿਆਂ ਵਾਲੀ ਪ੍ਰਾਂਤੀ ਸੂਚੀ ਅਤੇ 3 ਵਿਸ਼ਿਆਂ ਵਾਲੀ ਸਮਵਰਤੀ ਸੂਚੀ ਵਿੱਚ ਵੰਡਿਆ ਗਿਆ ਹੈ। ਕਿ ਇਹ ਕੈਨੇਡਾ ਦਾ ਦੱਸਿਆ। ਉਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਜਿਵੇਂ 96 ਵਿਸ਼ੇ ਜਿਹੜੇ ਨੇ ਉਹ ਸੰਘੀ ਸੂਚੀ ਦੇ ਨੇ, ਔਰ 66 ਵਿਸ਼ੇ ਜਿਹੜੇ ਨੇ ਉਹ ਰਾਜ ਸੂਚੀ ਦੇ ਵਿੱਚ ਆਉਂਦੇ ਆ, ਔਰ ਸਮਵਰਤੀ ਵਿੱਚ 46 ਵਿਸ਼ੇ ਆਉਂਦੇ ਨੇ। ਅੱਗੇ ਦਿੱਤਾ ਹੋਇਆ ਨੰਬਰ 1 ਸੰਘੀ ਸੂਚੀ 97 ਵਿਸ਼ੇ, ਇਹ ਸਿਰਫ ਸੈਂਟਰ ਗਵਰਨਮੈਂਟ ਕੋਲ ਇਹਨਾਂ ਦਾ ਹੱਕ। ਇਹ ਵਿਸ਼ੇ ਅੱਗੇ ਮੈਂ ਤੁਹਾਨੂੰ ਦੱਸ ਦੂੰਗੀ ਕਿਹੜੇ ਕਿਹੜੇ, ਜਿਵੇਂ ਕਿ ਵਿਦੇਸ਼ ਨੀਤੀ ਉਹ ਸੈਂਟਰ ਗਵਰਨਮੈਂਟ ਦੇ ਹੱਥ ਵਿੱਚ ਆ, ਸਿਹਤ ਸੁਵਿਧਾਵਾਂ ਇਹ ਉਹਦੇ ਹੱਥ ਵਿੱਚ ਵਿਸ਼ਾ, ਜੰਗਲਾਂ ਦੀ ਕਟਾਈ ਤੋਂ ਰੱਖ ਰਖਾਵ ਇਹ ਵੀ ਸੈਂਟਰ ਗਵਰਨਮੈਂਟ ਕੋਲ ਵਿਸ਼ਾ ਵਾ। ਇਸ ਤਰ੍ਹਾਂ ਦੇ ਕੁਝ 97 ਵਿਸ਼ੇ ਨੇ। ਅੱਗੇ ਹੈਗਾ 66 ਵਿਸ਼ੇ ਜਿਹੜੇ ਰਾਜ ਸੂਚੀ ਵਿੱਚ ਆਉਂਦੇ, ਜਿਹਦੇ ਵਿੱਚ ਮੁੱਖ ਮੰਤਰੀ ਦਾ ਅਧਿਕਾਰ ਹੈ ਜਾਂ ਰਾਜ ਦੇ ਵਿੱਚ ਜਿਹੜਾ ਵੀ ਰਾਜ ਕਰ ਰਿਹਾ ਉਹਦਾ ਅਧਿਕਾਰ ਆ, ਉਹ ਉਹਦੇ ਬਾਰੇ ਕਾਨੂੰਨ ਬਣਾ ਸਕਦਾ ਹੈ। ਤੀਸਰਾ ਹੈਗਾ ਸਮਵਰਤੀ ਸੂਚੀ, ਜਿਹਦੇ ਵਿੱਚ 47 ਵਿਸ਼ੇ ਨੇ, ਜਿਨ੍ਹਾਂ ਵਿੱਚ ਰਾਜ ਤੇ ਸੰਘ ਦੋਨੋਂ ਮਿਲ ਕੇ ਕਾਨੂੰਨ ਬਣਾਉਂਦੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਕਿ ਇਹਨਾਂ ਤੋਂ ਇਲਾਵਾ ਕੇਂਦਰ ਨੂੰ ਦਿੱਤੀਆਂ ਗਈਆਂ। ਹੁਣ ਜਿਹੜੇ 97 ਵਿਸ਼ੇ ਹੁੰਦੇ ਨਾ ਇੱਥੇ ਲਿਖੇ ਹੋਏ ਆ ਪੇਜ ਨੰਬਰ 227 ਤੇ, ਕਹਿੰਦਾ ਕਿ ਪਹਿਲੋਂ 97 ਵਿਸ਼ੇ ਹੀ, ਬਟ ਹੁਣ ਇਹ 92 ਕਰ ਦਿੱਤੇ ਗਏ ਨੇ। 98 ਹੁਣ ਇਹਨਾਂ ਦੀ ਗਿਣਤੀ ਜਿਹੜੀ 98 ਹੋ ਗਈ ਆ। ਪਹਿਲਾ ਹੈਗਾ ਸੁਰੱਖਿਆ, ਯਾਨੀ ਕਿ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕਰਨੀ, ਵਿਦੇਸ਼ੀ ਹਮਲੇ, ਮੁਦਰਾ ਤੇ ਸਿੱਕਾ। ਹੁਣ ਜਿਹੜੀ ਨਾ ਟਕਸਾਲ ਜਿੱਥੇ ਪੈਸਾ ਬਣਦਾ ਉਹ ਸਿਰਫ ਕੇਂਦਰੀ ਸਰਕਾਰ ਦੀ ਸ਼ਕਤੀ ਵਿੱਚ, ਸਿਰਫ ਉਹਦੀ ਸ਼ਕਤੀ ਆ ਉਹਦੇ ਤੇ, ਮਤਲਬ ਕਿ ਇੱਕ ਹੀ ਟਕਸਾਲ ਹੈ ਸਾਰੇ ਭਾਰਤ ਦੀ। ਇਹ ਨਹੀਂ ਕਿ ਪੰਜਾਬ ਵਿੱਚ ਕੋਈ ਵੱਖਰੀ ਟਕਸਾਲ ਲੱਗ ਗਈ ਜਾਂ ਗੁਜਰਾਤ ਵਿੱਚ ਕੋਈ ਅਲੱਗ ਲੱਗ ਗਈ, ਨਹੀਂ। ਯੁੱਧ ਅਤੇ ਸ਼ਾਂਤੀ, ਪਰਮਾਣੂ ਊਰਜਾ, ਪਰਮਾਣੂ ਬੰਬ ਬਣਾਉਣ ਦੀ ਜਿਹੜੀ ਸ਼ਕਤੀ ਆ ਉਹ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਆ। ਪੰਜਾਬ ਵਿੱਚ ਕੋਈ ਵੀ ਵਿਅਕਤੀ ਜਾਂ ਕੋਈ ਵੀ ਜਿਹੜਾ ਵਾ ਉਹ ਇਸ ਤਰ੍ਹਾਂ ਦੇ ਪਰਮਾਣੂ ਬੰਬ ਜਿਹੜੇ ਨਹੀਂ ਬਣਾ ਸਕਦਾ। ਰਾਸ਼ਟਰੀ ਸਰੋਤ, ਨਿਵਾਰਕ ਨਜ਼ਰਬੰਦੀ, ਰੇਲਵੇ, ਡਾਕ ਅਤੇ ਤਾਰ, ਨਾਗਰਿਕਤਾ, ਹਵਾਈ ਜਹਾਜ਼, ਸਮੁੰਦਰੀ ਆਵਾਜਾਈ, ਵਿਦੇਸ਼ੀ ਵਪਾਰ, ਅੰਤਰਰਾਸ਼ਟਰੀ ਵਪਾਰ, ਕਾਰੋਬਾਰ, ਬੈਂਕਿੰਗ, ਬੀਮਾ, ਰਾਸ਼ਟਰੀ ਰਾਜਮਾਰਗ, ਅਧਿਕਾਰ ਪੱਤਰ, ਸੁਰੱਖਿਆ ਅਧਿਕਾਰ, ਜਨਗਣਨਾ, ਚੋਣਾਂ, ਉੱਚ ਸਿੱਖਿਆ ਦੀਆਂ ਸੰਸਥਾਵਾਂ। ਸੰਘੀ ਸੰਸਦ ਕੋਲ ਇਹਨਾਂ ਵਿਸ਼ਿਆਂ ਦੇ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਹਨ। 66 ਵਿਸ਼ੇ ਜਿਹੜੇ ਰਾਜ ਕੋਲ ਨੇ, ਕਿਹੜੇ ਕਿਹੜੇ ਨੇ? ਸਰਵਜਨਕ ਵਿਵਸਥਾ, ਯਾਨੀ ਕਿ ਪਬਲਿਕ ਚੀਜ਼ਾਂ ਬਣਾਉਣੀਆਂ, ਪੁਲਿਸ ਰਾਜ, ਪੁਲਿਸ ਦੀ ਭਰਤੀ ਕਰਨਾ, ਸ਼ਰਾਬ ਠੇਕੇ ਜਿਹੜੇ ਸ਼ਰਾਬ ਦੇ, ਅੰਗਹੀਣਾਂ ਤੇ ਬੇਰੁਜ਼ਗਾਰਾਂ ਨੂੰ ਆਰਥਿਕ ਸਹਾਇਤਾ ਦੇਣੀ, ਲਾਇਬ੍ਰੇਰੀਆਂ, ਸੰਚਾਰ ਸਾਧਨ, ਖੇਤੀ, ਪਸ਼ੂ ਪਾਲਣ, ਪਾਣੀ ਦੀ ਪੂਰਤੀ ਮੁਹੱਈਆ ਕਰਾਉਣੀ, ਸਿੰਚਾਈ, ਨਹਿਰਾਂ, ਮੱਛੀਆਂ ਪਾਲਣਾ, ਸੜਕ ਯਾਤਰਾ ਤੇ ਕਰ, ਯਾਨੀ ਕਿ ਜਿਹੜੇ ਟੋਲ ਪਲਾਜ਼ੇ ਹੁੰਦੇ ਆ, ਮਾਲ ਕਰ ਜਿਹੜਾ ਵਪਾਰ ਹੁੰਦਾ ਉੱਤੇ ਟੈਕਸ ਲਗਾਉਣਾ, ਨਿਰਯਾਤ ਕਰ ਜਿਹੜੀਆਂ ਚੀਜ਼ਾਂ ਨਿਰਯਾਤ ਹੁੰਦੀਆਂ। ਉਸ ਤੋਂ ਬਾਅਦ ਹੈਗਾ 47 ਵਿਸ਼ੇ ਇਹੋ ਜਿਹੇ ਜਿਹੜੇ ਦੋਨਾਂ ਦੇ ਸਾਂਝੇ ਹੁੰਦੇ ਨੇ। ਫੌਜਦਾਰੀ ਕਾਨੂੰਨ, ਫੌਜਦਾਰੀ ਪ੍ਰਕਿਰਿਆ, ਵਿਆਹ ਤਲਾਕ, ਨਿਲਾਮੀ, ਦਿਵਾਲੀਆਪਨ, ਟਰਸਟੀ, ਨਿਆਂ ਪ੍ਰਬੰਧ, ਗਵਾਹੀ, ਸਹੁੰ, ਸਿਵਲ ਪ੍ਰਕਿਰਿਆ, ਇਹ ਸਾਰੇ। ਇੱਕ ਇੰਪੋਰਟੈਂਟ ਕੁਐਸਚਨ ਹੈਗਾ ਸੰਘ ਅਤੇ ਰਾਜਾਂ ਵਿੱਚ ਪ੍ਰਸ਼ਾਸਨਿਕ ਸੰਬੰਧ, ਕਿਹੜੇ ਕਿਹੜੇ ਇਹਨਾਂ ਵਿੱਚ ਸੰਬੰਧ ਨੇ? ਪਹਿਲਾ ਹੈਗਾ ਵਾ ਰਾਜਪਾਲ ਦੀ ਨਿਯੁਕਤੀ ਅਤੇ ਭੂਮਿਕਾ, ਇਹ ਦੋਨੋਂ ਰਲ ਕੇ ਕਰਦੇ ਨੇ। ਰਾਜਾਂ ਦਾ ਸੰਘ ਦੇ ਪ੍ਰਤੀ ਕਰਤੱਵ, ਕਿ ਜਿਹੜੇ ਰਾਜ ਦੇ ਅਧਿਕਾਰੀ ਨੇ ਉਹ ਸੰਘ ਦੇ ਪ੍ਰਤੀ ਕਿਹੜੇ ਕਿਹੜੇ ਕਰਤੱਵ ਨਿਭਾ ਸਕਦੇ ਆ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਰਾਜਾਂ ਦੇ ਸੰਘ ਦਾ ਕੰਟਰੋਲ, ਕਹਿੰਦਾ ਕੁਝ ਇਹੋ ਜਿਹੀਆਂ ਹਾਲਾਤ ਜਿਹਦੇ ਉੱਤੇ ਸੰਸਦ ਦਾ ਰਾਜ ਉੱਤੇ ਕੰਟਰੋਲ ਹੁੰਦਾ। ਸੰਘ ਦੀ ਨਿਰਦੇਸ਼ ਦੇਣ ਦੀ ਸ਼ਕਤੀ,
ਸੰਸਦ ਗਵਰਨਮੈਂਟ ਜਿਹੜੀ ਸੈਂਟਰਲ ਗਵਰਨਮੈਂਟ ਕੋਈ ਵੀ ਦਿਸ਼ਾ ਨਿਰਦੇਸ਼ ਦੇ ਸਕਦੀ ਆ ਰਾਜ ਦੀ ਗਵਰਨਮੈਂਟ ਨੂੰ। ਰੇਲਵੇ ਦੀ ਸੁਰੱਖਿਆ, ਰਾਸ਼ਟਰਪਤੀ ਕੋਲ ਸੰਘ ਦੀਆਂ ਸ਼ਕਤੀਆਂ ਦੀ ਜ਼ਿੰਮੇਵਾਰੀ ਕਿਸੇ ਰਾਜ ਨੂੰ ਸੌਂਪਣ ਦੀ ਸ਼ਕਤੀ। ਰਾਜ ਆਪਣੇ ਕੁਝ ਕੰਮ ਸੰਘ ਨੂੰ ਸੌਂਪ ਸਕਦਾ ਹੈ, ਜਾਣੀ ਕਿ ਰਾਜ ਕੋਲੋਂ ਜੇਕਰ ਕੋਈ ਕੰਮ ਨਹੀਂ ਹੋ ਰਹੇ ਤੇ ਉਹ ਸੰਘ ਨੂੰ ਸੌਂਪ ਸਕਦਾ। ਅੰਤਰਰਾਸ਼ਟਰੀ ਨਦੀਆਂ ਜਾਂ ਨਦੀਆਂ ਘਾਟੀਆਂ ਨਾਲ ਸੰਬੰਧਿਤ ਝਗੜਿਆਂ ਦੇ ਨਿਪਟਾਰੇ ਦੀ ਸੰਘ ਦੀ ਸ਼ਕਤੀ। ਰਾਜ ਵਿੱਚ ਕੇਂਦਰੀ ਸੰਪੱਤੀ ਦੀ ਸੁਰੱਖਿਆ। ਅਖਿਲ ਭਾਰਤੀ ਸੇਵਾਵਾਂ ਨਾਲ ਸੰਬੰਧਿਤ ਵਿਵਸਥਾਵਾਂ। ਔਰ ਸੰਘ ਦੇ ਕੋਲ ਅਖਿਲ ਭਾਰਤੀ ਸੇਵਾ ਸਥਾਪਿਤ ਕਰਨਾ ਜਾਂ ਖਤਮ ਕਰਨ ਦੀ ਸ਼ਕਤੀ। ਸੰਘ ਦੀਆਂ ਤਾਲਮੇਲ ਸ਼ਕਤੀਆਂ। ਬਸ ਇੰਨੀ ਬਹੁਤ ਇਹਦੇ ਵਿੱਚ। ਨੈਕਸਟ ਇੰਪੋਰਟੈਂਟ ਕੁਐਸਚਨ ਹੈਗਾ ਵਾ ਸੰਘ ਅਤੇ ਰਾਜਾਂ ਵਿੱਚ ਵਿੱਤੀ ਸੰਬੰਧ। ਅੱਗੇ ਹੈਗੇ ਸੀ ਵਿਧਾਨਕ ਸੰਬੰਧ, ਹੁਣ ਹੈਗੇ ਵਿੱਤੀ। ਕੇਂਦਰ ਵੱਲੋਂ ਲਗਾਏ ਗਏ ਕਰ ਅਤੇ ਟੈਕਸ, ਜਿਵੇਂ ਕੇਂਦਰ ਜਿਹੜਾ ਵਾ ਕਿਹੜੇ ਕਿਹੜੇ ਕਰ ਲਗਾਉਂਦਾ ਵਾ। ਆਯਾਤ ਟੈਕਸ, ਆਮਦਨ ਟੈਕਸ, GST ਜਿਹਨੂੰ ਆਪਾਂ ਕਹਿੰਦੇ ਹਾਂ, ਤੰਬਾਕੂ, ਪਟਸਨ, ਨਿਗਮ ਕਰ, ਸੰਪੱਤੀ ਦੀ ਲਾਗਤ ਤੇ ਕਰ। ਇਸ ਤਰ੍ਹਾਂ ਦੇ ਰਾਜ ਵੱਲੋਂ ਲਗਾਏ ਗਏ ਇਸਤੇਮਾਲ ਕੀਤੇ ਜਾਣ ਵਾਲੇ ਕਰ। ਹੁਣ ਰਾਜ ਜਿਹੜੇ ਕਰ ਲਗਾਉਂਦਾ ਤੇ ਉਹਨਾਂ ਨੂੰ ਯੂਜ਼ ਵੀ ਰਾਜ ਹੀ ਕਰਦਾ। ਉਹ ਕਿਹੜੇ ਨੇ? ਭੂਮੀ ਲਗਾਉਣ ਤੋਂ ਹੋਣ ਵਾਲੀ ਸਰਕਾਰੀ ਆਮਦਨ। ਉਸ ਤੋਂ ਬਾਅਦ ਸੜਕਾਂ, ਦੇਸ਼ ਵਿੱਚ ਸਮੁੰਦਰੀ ਜਹਾਜ਼ਾਂ ਨਾਲ ਸਮਾਨ ਅਤੇ ਯਾਤਰੀਆਂ ਤੇ ਲਗਾਇਆ ਗਿਆ ਕਰ, ਬਿਜਲੀ ਦੀ ਖਪਤ ਅਤੇ ਬਿਜਲੀ ਤੇ ਲੱਗਾ ਕਰ, ਚੁੰਗੀ ਕਰ। ਮਨੁੱਖੀ ਇਸਤੇਮਾਲ ਲਈ ਸ਼ਰਾਬ ਉੱਤੇ ਬਹੁਤ ਜ਼ਿਆਦਾ ਟੈਕਸ ਹੁੰਦਾ ਸਰਕਾਰ ਦਾ। ਮਨੋਰੰਜਨ ਤੇ ਕਰ, ਜਿਵੇਂ ਥੀਏਟਰ ਵਗੈਰਾ ਇਹਨਾਂ ਤੇ ਟੈਕਸ ਲੱਗਦੇ। ਸੰਘ ਵੱਲੋਂ ਲਏ ਗਏ ਪਰੰਤੂ ਰਾਜ ਵੱਲੋਂ ਇਕੱਠੇ ਦੇ ਪ੍ਰਯੋਗ ਕੀਤੇ ਜਾਣ ਵਾਲੇ ਕਰ। ਹੁਣ ਕਰ ਜਿਹੜਾ ਵਾ ਉਹ ਰਾਜ ਇਕੱਠੇ ਕਰਦਾ, ਬਟ ਉਹਨੂੰ ਯੂਜ਼ ਕੌਣ ਕਰਦਾ? ਕੇਂਦਰ ਗਵਰਨਮੈਂਟ। ਵਿਨੀਮय ਬਿੱਲ, ਚੈਕਾਂ, ਪ੍ਰਨੋਟ, ਉਧਾਰ ਦੇਣ ਦੇ ਬਿੱਲ, ਕਰਜ਼ਾ ਪੱਤਰ, ਬੀਮਾ ਨੀਤੀਆਂ, ਸ਼ੇਅਰਾਂ ਦੀ ਤਬਦੀਲੀ ਆਦਿ। ਉਸ ਤੋਂ ਅੱਗੇ ਹੁੰਦਾ ਸੰਘ ਵੱਲੋਂ ਲਗਾਏ ਗਏ ਇਕੱਠੇ ਕੀਤੇ ਜਾਣ ਵਾਲੇ ਕਰ ਬਾਅਦ ਵਿੱਚ ਰਾਜਾਂ ਨੂੰ ਸੌਂਪ ਦਿੱਤੇ ਜਾਣੇ। ਹੁਣ ਕਰ ਇਕੱਠੇ ਸੰਘ ਕਰਦਾ, ਬਟ ਉਹ ਰਾਜਾਂ ਨੂੰ ਦੇ ਦਿੰਦਾ ਉਹ ਪੈਸਾ। ਜਿਵੇਂ ਕਿ ਰੇਲ ਯਾਤਰਾ, ਸਮੁੰਦਰੀ ਯਾਤਰਾ, ਹਵਾਈ ਯਾਤਰਾ, ਇਹਦੇ ਵਿੱਚ ਜਿੰਨਾ ਟੈਕਸ ਲਗਾਇਆ ਜਾਂਦਾ ਇਕੱਠਾ ਕੇਂਦਰ ਵੱਲੋਂ ਕੀਤਾ ਜਾਂਦਾ, ਬਟ ਉਹ ਰਾਜ ਦੀਆਂ ਸਰਕਾਰਾਂ ਨੂੰ ਦੇ ਦਿੱਤਾ ਜਾਂਦਾ। ਰਾਜਾਂ ਨੂੰ ਮਿਲਣ ਵਾਲੀ ਕੇਂਦਰੀ ਸਹਾਇਤਾ। ਸੰਘ ਸਰਕਾਰ ਕੋਲ ਕਰਜ਼ਾ ਲੈਣ ਦੀ ਸ਼ਕਤੀ, ਜਾਣੀ ਕਿ ਜਿਹੜੇ ਵਿਦੇਸ਼ੀ ਕਰਜ਼ੇ ਆ ਨਾ, ਜਿਹੜੇ ਆਪਾਂ ਅਮਰੀਕਾ ਵਗੈਰਾ ਤੋਂ ਲੈਂਦੇ ਕਰਜ਼ਾ ਆਪਣੇ ਦੇਸ਼ ਨੂੰ ਚਲਾਉਣ ਵਾਸਤੇ, ਉਹਦੀ ਸ਼ਕਤੀ ਸਿਰਫ ਸੰਘੀ ਸਰਕਾਰ ਕੋਲ ਹੁੰਦੀ, ਕੇਂਦਰ ਕੋਲ। ਰਾਜ ਦੀਆਂ ਸਰਕਾਰਾਂ ਬਾਹਰ ਦੇ ਦੇਸ਼ਾਂ ਕੋਲੋਂ ਕਰਜ਼ਾ ਨਹੀਂ ਲੈ ਸਕਦੀਆਂ। ਵਿੱਤੀ ਸੰਕਟ ਕਾਲ ਦੀ ਸਥਿਤੀ ਅਤੇ ਸੰਘ ਦੀਆਂ ਸ਼ਕਤੀਆਂ। ਜਦੋਂ ਵਿੱਤੀ ਸੰਕਟ ਕਾਲ ਆਉਂਦਾ ਉਹਦੇ ਵਿੱਚ ਕੇਂਦਰੀ ਸ਼ਕਤੀ ਹੁੰਦੀ, ਨਾ ਕਿ ਰਾਜ ਸਰਕਾਰਾਂ ਦੀ। ਵਿੱਤੀ ਆਯੋਗ, ਕੇਂਦਰੀਕ੍ਰਿਤ ਨਿਯੋਜਨ, ਇਹ ਸਾਰਾ ਕੁਝ। ਨੈਕਸਟ ਇੱਕ ਆਏਗੀ ਆ 14 ਭਾਰਤੀ ਰਾਜਨੀਤਿਕ ਦਲ, ਕਿ ਭਾਰਤ ਵਿੱਚ ਕਿਹੜੀਆਂ ਕਿਹੜੀਆਂ ਪੋਲੀਟੀਕਲ ਪਾਰਟੀਜ਼ ਨੇ। ਸਭ ਤੋਂ ਪਹਿਲਾਂ ਹੈਗਾ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਕਿ ਭਾਰਤ ਵਿੱਚ ਜਿਹੜੀ ਦਲ ਪ੍ਰਣਾਲੀ ਉਹਦੀਆਂ ਕੀ ਵਿਸ਼ੇਸ਼ਤਾਵਾਂ ਨੇ। ਭਾਰਤੀ ਰਾਜਨੀਤਿਕ ਵਿਵਸਥਾ ਦੀ ਦਲੀ ਪ੍ਰਣਾਲੀ ਦੀ ਭੂਮਿਕਾ। ਭਾਰਤੀ ਰਾਸ਼ਟਰੀ ਰਾਜਨੀਤਿਕ ਦਲ ਕਿਹੜੇ ਕਿਹੜੇ? ਭਾਰਤੀ ਰਾਸ਼ਟਰੀ ਕਾਂਗਰਸ, ਭਾਰਤੀ ਜਨਤਾ ਪਾਰਟੀ, ਭਾਰਤੀ ਸਾਮਵਾਦੀ ਦਲ। ਭਾਰਤੀ ਖੇਤਰੀ ਰਾਜਨੀਤਿਕ ਦਲ, ਇਹ ਹੈਗੇ ਸੀਗੇ ਰਾਸ਼ਟਰੀ ਦਲ 3। ਖੇਤਰੀ ਦਲ ਹੁੰਦੇ ਜਿਹੜੇ ਆਪਣੇ ਆਪਣੇ ਖੇਤਰ ਦੇ ਹੁੰਦੇ ਰਾਜਾਂ ਦੇ, ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਆ, ਹੁਣ ਆਮ ਆਦਮੀ ਪਾਰਟੀ ਵੀ ਆ, ਇੰਡੀਅਨ ਨੈਸ਼ਨਲ ਲੋਕ ਦਲ, ਦ੍ਰਾਵਿੜ ਮੁਨੇਤਰ ਕੜਗਮ DMK, ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ, ਇਹ ਦੂਸਰੇ ਸਟੇਟ ਦੇ ਆ। ਤੇਲਗੂ ਦੇਸ਼ਮ ਪਾਰਟੀ, ਇਹ ਹੈਗੇ ਖੇਤਰੀ ਦਲ। ਸਭ ਤੋਂ ਪਹਿਲਾਂ ਜਾਣਕਾਰੀ ਵਿੱਚ ਆਪਾਂ ਥੋੜੇ ਜਿਹੇ ਲਾਈਨਾਂ ਲਵਾਂਗੇ।
ਕਿ ਜਿਹੜੇ ਰਾਜਨੀਤਿਕ ਦਲ ਕੀ ਆ, ਕਿਉਂਕਿ ਜਿੱਥੇ ਵੀ ਲੋਕਤੰਤਰੀ ਸਰਕਾਰ ਹੁੰਦੀ ਉੱਥੇ ਦਲ ਜ਼ਰੂਰ ਪਾਏ ਜਾਂਦੇ ਆ। ਕਈ ਦੇਸ਼ਾਂ ਦੇ ਵਿੱਚ ਇੱਕ ਦਲ ਵੀ ਹੈਗਾ ਵਾ, ਕਈ ਦੇਸ਼ਾਂ ਦੇ ਵਿੱਚ 2 ਦਲੀ ਪ੍ਰਣਾਲੀ ਹੁੰਦੀ ਆ, ਬਟ ਭਾਰਤ ਦੇ ਵਿੱਚ ਬਹੁਤ ਸਾਰੇ ਦਲ ਬਹੁਦਲੀ ਪ੍ਰਣਾਲੀ ਪਾਈ ਜਾਂਦੀ ਭਾਰਤ ਦੇ ਵਿੱਚ। ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਕਾਫੀ ਗਿਣਤੀ ਵਿੱਚ। ਕਹਿੰਦਾ ਭਾਰਤ ਜਿਸ ਦਲੀ ਵਿਵਸਥਾ ਦਾ ਵਿਕਾਸ ਹੋਇਆ ਉਹ ਨਾ ਕੇਵਲ ਲੋਕਤੰਤਰੀ ਸੰਸਥਾਵਾਂ ਦੇ ਪ੍ਰਤੀਕੂਲ ਹੈ ਬਲਕਿ ਸਾਡੇ ਦੇਸ਼ ਵਿੱਚ ਸਥਾਪਿਤ ਲੋਕਤੰਤਰ ਲਈ ਖਤਰਾ ਵੀ। ਕੁਝ ਵਿਦਵਾਨ ਕਹਿੰਦੇ ਆ ਕਿ ਜਿਹੜੀਆਂ ਜ਼ਿਆਦਾ ਦਲ ਪ੍ਰਣਾਲੀ ਹੁੰਦੀਆਂ, ਦਲ ਵਿਵਸਥਾ ਹੁੰਦੀ ਹੈ ਜਾਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ, ਉਹ ਦੇਸ਼ ਲਈ ਖਤਰਾ ਹੁੰਦੀਆਂ ਨੇ। ਇਹ ਉਹਨਾਂ ਦਾ ਆਪਣਾ ਮਤਲਬ ਵਿਚਾਰ ਆ। ਨੈਕਸਟ ਇਹਦਾ ਜਿਹੜਾ ਕੁਐਸਚਨ ਆ 257 ਤੇ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਕਹਿੰਦਾ ਕਿ ਜਦੋਂ ਭਾਰਤੀ ਸੰਵਿਧਾਨ ਨੇ ਦੇਸ਼ ਵਿੱਚ ਸੰਸਦੀ ਲੋਕਤੰਤਰ ਦੀ ਸਥਾਪਨਾ ਕੀਤੀ, ਜਾਣੀ ਕਿ ਸੰਵਿਧਾਨ ਦੇ ਮੁਤਾਬਕ ਜਦੋਂ ਭਾਰਤ ਵਿੱਚ ਲੋਕਤੰਤਰ ਸਰਕਾਰ ਦੀ ਸਥਾਪਨਾ ਕੀਤੀ ਗਈ ਤੇ ਉਹਦੇ ਵਿੱਚ ਸੰਸਦ ਸ਼ਾਸਨ ਪ੍ਰਣਾਲੀ ਦਾ ਸਫਲ ਸੰਚਾਲਨ, ਜਾਣੀ ਕਿ ਜਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਹੈ ਉਹਨੂੰ ਉਹ ਸਹੀ ਤਰੀਕੇ ਨਾਲ ਚੱਲ ਸਕੇ, ਸਫਲਤਾਪੂਰਵਕ ਕੰਮ ਕਰ ਸਕੇ, ਉਹਦੇ ਵਿੱਚ ਰਾਜਨੀਤਿਕ ਦਲਾਂ ਦਾ ਹੋਣਾ ਜ਼ਰੂਰੀ ਮੰਨਿਆ ਗਿਆ। ਕਿਉਂਕਿ ਜੇਕਰ ਇੱਕ ਹੀ ਦਲ ਹੋਊਗਾ ਤੇ ਫਿਰ ਉਹ ਦਲ ਜਿਹੜਾ ਉਹਦਾ ਵਿਰੋਧੀ ਦਲ ਕੋਈ ਨਹੀਂ ਹੋਊਗਾ ਤੇ ਫਿਰ ਆਪਣੀ ਮਨਮਾਨੀ ਦੀ ਜਿਹੜੀ ਸਰਕਾਰ ਉਹ ਚਲਾਊਗਾ। ਪਰ ਸੰਵਿਧਾਨ ਵਿੱਚ ਰਾਜਨੀਤਿਕ ਦਲਾਂ ਦੀ ਵਿਵਸਥਾ ਦੇ ਵਿਸ਼ੇ ਵਿੱਚ ਕੁਝ ਮੂਲਤ ਕੋਈ ਦੀ ਧਾਰਾ ਜਾਂ ਅਨੁਛੇਦ ਸ਼ਾਮਲ ਨਹੀਂ ਕੀਤਾ ਗਿਆ। ਫਿਰ ਵੀ ਭਾਰਤੀ ਰਾਜਨੀਤਿਕ ਵਿਵਸਥਾ ਵਿੱਚ 3 ਮੁੱਖ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਰਾਜਨੀਤਿਕ ਦਲਾਂ ਦਾ ਦੇਸ਼ ਵਿੱਚ ਕਿਰਿਆਸ਼ੀਲ ਹੋਣਾ ਜ਼ਰੂਰੀ ਹੋ ਗਿਆ। ਸਭ ਤੋਂ ਪਹਿਲੇ ਜਿਹੜੇ ਕਹਿੰਦਾ ਸੰਵਿਧਾਨ ਦੇ ਭਾਗ 3 ਵਿੱਚ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਅਧਿਆਇ ਅਨੁਛੇਦ 19 ਦੇ ਦੌਰਾਨ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮੁਦਾਇ ਜਾਂ ਸੰਘ ਕਾਇਮ ਕਰਨ ਦੀ ਸੁਤੰਤਰਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ, ਜਾਣੀ ਕਿ ਕੋਈ ਵੀ ਨਾਗਰਿਕ ਮਿਲ ਕੇ ਆਪਣਾ ਸੰਘ ਬਣਾ ਸਕਦੇ, ਆਪਣੀ ਪਾਰਟੀ ਤਿਆਰ ਕਰ ਸਕਦੇ। ਨੈਕਸਟ ਆ ਜਾਓ ਤੁਸੀਂ ਬਹੁਦਲੀ ਪ੍ਰਣਾਲੀ। ਕਹਿੰਦਾ ਭਾਰਤ ਵਿੱਚ ਚੀਨ ਦੀ ਤਰ੍ਹਾਂ ਇੱਕ ਦਲੀ ਪ੍ਰਣਾਲੀ ਨਹੀਂ ਹੈ। ਹਾਂ, ਚੀਨ ਜਿਹੜੀ ਕੰਟਰੀ ਹੈ ਨਾ, ਚੀਨ ਦੇਸ਼, ਉੱਥੇ ਇੱਕ ਦਲ ਹੀ ਕਰਦਾ ਰਾਜ, ਅਤੇ ਨਾ ਹੀ ਅਮਰੀਕਾ ਤੇ ਇੰਗਲੈਂਡ ਦੀ ਤਰ੍ਹਾਂ 2 ਦਲੀ ਪ੍ਰਣਾਲੀ ਆ। ਇੱਥੇ ਬਹੁਤ ਸਾਰੀਆਂ ਜਿਹੜੀਆਂ ਨੇ ਇਹ ਬਹੁਦਲੀ ਪ੍ਰਣਾਲੀ, ਜਾਣੀ ਕਿ ਇੱਥੇ ਬਹੁਤ ਸਾਰੀਆਂ ਪਾਰਟੀਆਂ, ਪੋਲੀਟੀਕਲ ਪਾਰਟੀਜ਼ ਨੇ। ਇੱਕ ਰਾਜਨੀਤਿਕ ਦਲ ਦੀ ਪ੍ਰਧਾਨਤਾ। ਕਹਿੰਦਾ ਕਿ ਭਾਰਤੀ ਦਲੀ ਵਿਵਸਥਾ ਦੀ ਇੱਕ ਵਿਸ਼ੇਸ਼ਤਾ ਹੈ ਕਿ ਇੱਥੇ ਸਿਰਫ ਇੱਕ ਦਲ ਦੀ ਪ੍ਰਧਾਨਤਾ ਰਹੀ ਹੈ। ਜਿਸ ਤਰ੍ਹਾਂ ਕਿ 1967 ਤੋਂ ਪਹਿਲੇ ਕਾਂਗਰਸ ਦਲ ਦੀ ਪ੍ਰਧਾਨਤਾ ਸੀ। 1967 ਵਿੱਚ ਚੋਣਾਂ 'ਚ ਲਗਭਗ ਅੱਧੇ ਦਰਜਨ ਰਾਜਾਂ ਵਿੱਚ ਕਾਂਗਰਸ ਨੂੰ ਬਹੁਮਤ ਪ੍ਰਾਪਤ ਨਾ ਹੋ ਸਕਣ ਕਾਰਨ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੜੀਸਾ, ਬਿਹਾਰ ਤੇ ਰਾਜਸਥਾਨ ਵਿੱਚ। ਇਹਦਾ ਮਤਲਬ ਕਹਿਣ ਦਾ ਉਹਨਾਂ ਦਾ ਭਾਵ ਕਿ ਪਹਿਲੋਂ ਕਾਂਗਰਸ ਹੀ ਹਮੇਸ਼ਾ ਜਿੱਤਦੀ ਸੀ, ਬਾਅਦ ਵਿੱਚ ਜਿਹੜੀ ਸੰਸਦ ਸੀਗੀ, ਜਾਣੀ ਕਿ ਸੈਂਟਰ ਗਵਰਨਮੈਂਟ ਸੀ, ਉਹਦੇ ਵਿੱਚ ਬੀਜੇਪੀ ਨੂੰ ਵੀ ਜਿੱਤ ਪ੍ਰਾਪਤ ਹੋਈ ਸੀ ਬਾਅਦ ਵਿੱਚ। ਜਾਣੀ ਕਿ ਕਾਫੀ ਦੇਰ ਕਾਂਗਰਸ ਹੀ ਰਾਜ ਕਰਦੀ ਰਹੀ, ਜਿਵੇਂ ਕਿ ਇੰਦਰਾ ਗਾਂਧੀ ਨੇ 17 ਸਾਲ ਰਾਜ ਕੀਤਾ ਸੀ, ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ, ਉਸ ਤੋਂ ਬਾਅਦ ਇੰਦਰਾ ਗਾਂਧੀ ਬਣੀ, ਇੰਦਰਾ ਗਾਂਧੀ ਨੇ 17 ਸਾਲ ਰਾਜ ਕੀਤਾ। ਉਸ ਤੋਂ ਬਾਅਦ ਫਿਰ ਬੀਜੇਪੀ ਜਿਹੜੀ ਰਾਜਨੀਤਿਕ ਦਲ ਸੀ ਉਹ ਹੋਂਦ ਵਿੱਚ ਆਇਆ, ਉਹਨਾਂ ਨੇ ਫਿਰ ਜਿੱਤ ਪ੍ਰਾਪਤ ਕੀਤੀ ਤੇ ਆਪਣੀ ਸਰਕਾਰ ਬਣਾਈ। ਚੌਥਾ ਹੈਗਾ ਦਲਾਂ ਵਿੱਚ ਢਿੱਲਾ ਸੰਗਠਨ, ਕਿ ਇਹਨਾਂ ਦਾ ਜਿਹੜਾ ਸੰਗਠਨ ਆ ਉਹ ਸਹੀ ਨਹੀਂ ਆ। ਭਾਰਤ ਦੇ ਜ਼ਿਆਦਾਤਰ ਦਲਾਂ ਦਾ ਸੰਗਠਨ ਬਹੁਤ ਢਿੱਲਾ ਹੈ ਅਤੇ ਮੈਂਬਰਾਂ ਵਿੱਚ ਅਨੁਸ਼ਾਸਨ ਦਾ ਅਹਿਸਾਸ, ਜਾਣੀ ਕਿ ਇਹਦੇ ਮੈਂਬਰ ਜਿਹੜੇ ਆ ਭਾਰਤੀ ਪੋਲੀਟੀਕਲ ਪਾਰਟੀਜ਼ ਦੇ ਜਿਹੜੇ ਮੈਂਬਰ, ਇਹਨਾਂ ਵਿੱਚ ਡਿਸਿਪਲਿਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਜ਼ਿਆਦਾਤਰ ਦਲੀ ਨੇਤਾ ਆਪਣੇ ਸਵਾਰਥ ਦੀ ਪੂਰਤੀ ਲਈ ਹੀ ਦਲੀ ਅਨੁਸ਼ਾਸਨ ਦੀ ਪਰਵਾਹ ਨਹੀਂ ਕਰਦੇ। ਜੇਕਰ ਕਿਸੇ ਮੈਂਬਰ ਨੂੰ ਆਮ ਚੋਣਾਂ ਦੀ ਟਿਕਟ ਨਹੀਂ ਮਿਲਦੀ ਤਾਂ ਉਹ ਦਲ ਤੋਂ ਤਿਆਗ ਪੱਤਰ ਦੇ ਕੇ ਦਲ ਦੇ ਉਮੀਦਵਾਰ ਵਿਰੁੱਧ ਹੀ ਚੋਣਾਂ ਵਿੱਚ ਖੜਾ ਹੋ ਜਾਂਦਾ। ਹਾਂ, ਇਹਦਾ ਕਹਿਣ ਦਾ ਭਾਵ ਕਿ ਜਿਹੜੇ ਇੱਥੋਂ ਦੇ ਨੇਤਾ ਹੈ ਨਾ, ਜੇਕਰ ਉਹਨਾਂ ਨੂੰ ਟਿਕਟ ਨਾ ਮਿਲੇ ਤੇ ਉਹ ਉਸੇ ਪਾਰਟੀ ਦੇ ਵਿਰੋਧ ਵਿੱਚ ਆਜ਼ਾਦ ਉਮੀਦਵਾਰ ਖੜਾ ਹੋ ਜਾਂਦਾ, ਜਿਹੜਾ ਕਿ ਇੱਕ ਨੁਕਸਾਨ ਆ। ਨੈਕਸਟ ਹੈਗਾ ਅਵਸਰਵਾਦ ਦੀ ਪ੍ਰਵਿਰਤੀ। ਭਾਰਤੀ ਰਾਜਨੀਤੀ ਵਿੱਚ ਅਵਸਰਵਾਦ ਹਮੇਸ਼ਾ ਹੀ ਮੌਜੂਦ ਰਹੀ ਹੈ ਅਤੇ ਤਾਂ ਹੀ ਹਾਲ ਦੇ ਸਾਲਾਂ ਵਿੱਚ ਇਹ ਲਗਾਤਾਰ ਉੱਗਰ ਰੂਪ ਧਾਰਨ ਕਰਦੀ ਜਾ ਰਹੀ ਹੈ। ਜਾਣੀ ਕਿ ਸਾਰੇ ਦਲ ਚਾਹੁੰਦੇ ਆ ਕਿ ਸਾਡੀ ਸਰਕਾਰ ਹੋਵੇ।
ਸੰਨ 1980 ਵਿੱਚ ਕੇਰਲ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਜਨਤਾ ਦਲ ਨੇ ਇੱਕ ਦੂਸਰੇ ਨਾਲ ਮਿਲ ਕੇ ਚੋਣਾਂ ਲੜੀਆਂ ਸੀ, ਜਦ ਕਿ ਲੋਕ ਸਭਾ ਵਿੱਚ ਇਹ ਦੋਵੇਂ ਦਲ ਇੱਕ ਦੂਸਰੇ ਦੇ ਵਿਰੋਧੀ ਹਨ। ਪੰਜਾਬ ਵਿੱਚ ਅਕਾਲੀ ਦਲ ਅਤੇ ਜਨ ਸੰਘ ਨੇ ਮਿਲ ਕੇ ਸਰਕਾਰ ਦੀ ਸਥਾਪਨਾ ਕੀਤੀ। ਇਸੇ ਤਰ੍ਹਾਂ ਕਾਂਗਰਸ ਨੇ ਤਾਮਿਲਨਾਡੂ ਵਿੱਚ DMK ਦੇ ਨਾਲ ਗਠਬੰਧਨ ਕੀਤਾ। ਅੱਗੇ ਆ ਗਿਆ ਪੰਜੀਕਰਨ ਦੀ ਜ਼ਰੂਰਤ। ਕਹਿੰਦਾ ਕਿ ਇੱਕ ਨਾ 1988 ਵਿੱਚ ਸੰਸਦ ਵੱਲੋਂ ਜਨ ਪ੍ਰਤੀਨਿਧਤਾ ਕਾਨੂੰਨ ਬਣਾਇਆ ਗਿਆ, ਜਿਹਦੇ ਵਿੱਚ 1951 ਵਿੱਚ ਸੋਧ ਕੀਤੀ ਤੇ ਹੁਣ ਜਿੰਨੇ ਵੀ ਸਾਰੇ ਪ੍ਰਦੇਸ਼ਿਕ ਯਾਨੀ ਕਿ ਜਿੰਨੇ ਵੀ ਸੂਬੇ ਨੇ ਜਾਂ ਰਾਸ਼ਟਰੀ ਪੱਧਰ ਤੇ ਕਿਰਿਆਸ਼ੀਲ ਰਾਜਨੀਤਿਕ ਦਲ ਜਿਹੜੇ ਕੰਮ ਕਰ ਰਹੇ ਨੇ, ਭਾਰਤ ਦੇ ਚੋਣ ਆਯੋਗ ਕੋਲ ਆਪਣਾ ਪੰਜੀਕਰਨ ਕਰਵਾਉਣਾ ਜ਼ਰੂਰੀ ਕਰ ਦਿੱਤਾ। ਪੰਜੀਕਰਨ ਕਰਵਾਉਂਦੇ ਸਮੇਂ ਰਾਜਨੀਤਿਕ ਦਲਾਂ ਨੂੰ ਭਾਰਤ ਦੇ ਸੰਵਿਧਾਨ ਅਤੇ ਉਸਦੇ ਉਦੇਸ਼ ਜਾਂ ਪ੍ਰਸਤਾਵਨਾ ਵਿੱਚ ਦਿੱਤੇ ਗਏ ਪੱਖ ਨਿਰਪੱਖਤਾ, ਲੋਕਤੰਤਰ, ਸਮਾਜਵਾਦ ਪ੍ਰਤੀ ਆਪਣੀ ਨਿਸ਼ਠਾ ਦੀ ਘੋਸ਼ਣਾ ਕਰਨਾ ਜ਼ਰੂਰੀ ਹੈ ਅਤੇ ਰਾਸ਼ਟਰ ਦੀ ਏਕਤਾ, ਅਖੰਡਤਾ, ਪ੍ਰਭੂ ਸੱਤਾ ਨੂੰ ਬਣਾਈ ਰੱਖਣ ਦਾ ਸੰਕਲਪ ਵੀ ਉਹਨਾਂ ਨੂੰ ਪ੍ਰਗਟ ਕਰਨਾ ਪਏਗਾ, ਯਾਨੀ ਕਿ ਇਹ ਵਾਅਦੇ ਕਰਨੇ ਪੈਣਗੇ। ਸੰਪਰਦਾਇਕ ਅਤੇ ਖੇਤਰੀ ਦਲਾਂ ਦਾ ਹੋਣਾ, ਹਾਂ ਇਹ ਵੀ ਆ ਕਿ ਲੋਕ ਜਿਹੜੇ ਨੇ ਧਰਮ ਦੇ ਨਾਂ ਤੇ, ਸੰਪਰਦਾਇਕ ਦੇ ਨਾਂ ਤੇ ਵੀ ਆਪਣੇ ਦਲ ਬਣਾ ਲੈਂਦੇ ਨੇ, ਜਿਵੇਂ ਮੁਸਲਿਮ ਲੀਗ ਹੋ ਗਈ ਜਾਂ ਖੇਤਰੀ ਦਲ, ਜਿੱਥੇ ਜਿਹਦਾ ਵੋਟ ਬੈਂਕ ਜਿਹੜੇ ਖੇਤਰ ਵਿੱਚ ਜ਼ਿਆਦਾ ਹੁੰਦਾ ਉੱਥੋਂ ਦਾ ਹੀ ਜਿਹੜਾ ਪ੍ਰਤੀਨਿਧੀ ਉਹ ਜਿੱਤ ਜਾਂਦਾ। ਜਿਵੇਂ ਕਿ ਮੁਸਲਿਮ ਲੀਗ ਪਾਰਟੀ ਹੋ ਗਈ ਮੁਸਲਮਾਨਾਂ ਦੀ, ਅਕਾਲੀ ਲੀਗ ਅਕਾਲੀਆਂ ਦੀ, ਅਕਾਲੀ ਦਲ, ਹਿੰਦੂ ਮਹਾਸਭਾ ਹਿੰਦੂਆਂ ਦੀ ਪਾਰਟੀ ਮੰਨੀ ਜਾਂਦੀ ਆ, ਦਰਾਵਿੜ ਮੁਨੇਤਰ ਇਹ ਉੱਧਰ ਆ ਸਾਊਥ ਵਾਲੀ ਸਾਈਡ ਤੇ। ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਖੇਤਰੀ ਦਲ, ਇਹਨਾਂ ਦੇ ਵਿੱਚ ਖੇਤਰੀ ਦਲ ਇੱਕ ਕਿਸਮ ਦੇ ਖੇਤਰੀ ਦਲ ਨੇ ਜਾਂ ਸੰਪਰਦਾਇਕ ਦਲ ਨੇ। ਮਾਨਤਾ ਪ੍ਰਾਪਤ ਵਿਰੋਧੀ ਦਲ, ਕਹਿੰਦਾ ਕਿ ਮਾਨਤਾ ਪ੍ਰਾਪਤ ਕੋਈ ਵੀ ਰਾਜਨੀਤਿਕ ਦਲ ਹੋਂਦ ਵਿੱਚ ਨਹੀਂ ਹੈ, ਕਿ ਕਿਸੇ ਵੀ ਵਿਰੋਧੀ ਦਲ ਨੂੰ ਮਾਨਤਾ ਪ੍ਰਾਪਤ ਨਹੀਂ। ਇਸ ਦਾ ਕਾਰਨ ਇਹ ਸੀ ਕਿ ਉਸ ਦੌਰਾਨ ਵਿਰੋਧੀ ਧਿਰ ਦੇ ਕਿਸੇ ਵੀ ਇੱਕ ਰਾਜਨੀਤਿਕ ਦਲ ਨੂੰ ਲੋਕ ਸਭਾ ਦੇ ਕੁੱਲ ਮੈਂਬਰ ਸੰਖਿਆ ਦੇ 10ਵੇਂ ਭਾਗ ਦੇ ਬਰਾਬਰ ਜਗ੍ਹਾ ਉਸ ਸਦਨ ਵਿੱਚ ਪ੍ਰਾਪਤ ਨਹੀਂ ਸੀ। ਨੈਕਸਟ ਆ ਜਾਓ ਇੱਕ ਦਲ ਦੀ ਪ੍ਰਮੁੱਖਤਾ ਦੇ ਯੁੱਗ ਦਾ ਅੰਤ। ਕਹਿੰਦਾ ਕਿ ਜ਼ਿਆਦਾ ਪਾਰਟੀਜ਼ ਹੋਣ ਕਰਕੇ, ਜ਼ਿਆਦਾ ਦਲ ਹੋਣ ਕਰਕੇ ਇੱਕ ਹੀ ਦਲ ਜਿਹੜਾ ਉਹਦੀ ਪ੍ਰਮੁੱਖਤਾ ਜਿਹੜੀ ਜਾਂਦੀ ਗਈ, ਯਾਨੀ ਕਿ ਉਹਦੀ ਪ੍ਰਮੁੱਖਤਾ ਖਤਮ ਹੋ ਗਈ। ਨੈਕਸਟ ਆ ਜਾਓ ਦਲ ਬਦਲ। ਭਾਰਤ ਦੀ ਦਲੀ ਵਿਵਸਥਾ ਵਿੱਚ ਦਲ ਬਦਲ ਦੀ ਪ੍ਰਵਿਰਤੀ ਇੱਕ ਸ਼ਰਾਪ ਰਹੀ ਹੈ। ਸਮੇਂ-ਸਮੇਂ ਤੇ ਇਸ ਵਿਰੁੱਧ ਕਾਨੂੰਨ ਬਣਾਉਣ ਲਈ ਅਨੇਕਾਂ ਯਤਨ ਕੀਤੇ ਗਏ, ਪਰ ਕੋਈ ਵਿਸ਼ੇਸ਼ ਸਫਲਤਾ ਨਹੀਂ ਮਿਲੀ। ਯਾਨੀ ਕਿ ਲੋਕ ਆਪਣਾ ਦਲ ਜਿਹੜਾ ਉਹ ਬਦਲ ਲੈਂਦੇ ਨੇ, ਜਿਹੜੇ ਉਮੀਦਵਾਰ ਹੁੰਦੇ ਨੇ ਉਹ ਇੱਕ ਪਾਰਟੀ ਚੋਂ ਨਿਕਲ ਕੇ ਦੂਸਰੀ ਵਿਰੋਧੀ ਪਾਰਟੀ ਵਿੱਚ ਚਲੇ ਜਾਂਦੇ ਆ, ਪਰ ਇਹ ਕਹਿੰਦਾ ਇਹ ਦੇਸ਼ ਵਾਸਤੇ ਇੱਕ ਬੁਰਾਈ ਆ। ਗੁੱਟਬੰਦੀ ਭਾਰਤੀ ਰਾਜਨੀਤੀ ਵਿਵਸਥਾ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਵੀ ਗੁੱਟਬੰਦੀ ਦਾ ਬੋਲਬਾਲਾ, ਵਿਸ਼ੇਸ਼ ਕਰਕੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਬਹੁਤ ਜ਼ਿਆਦਾ ਗੁੱਟਬੰਦੀ ਦਿਖਾਈ ਦਿੰਦੀ ਹੈ। ਸਾਰੇ ਰਾਜਨੀਤਿਕ ਦਲਾਂ ਵਿੱਚ ਛੋਟੇ-ਛੋਟੇ ਗੁੱਟ ਦਿਖਾਈ ਦਿੰਦੇ ਨੇ। ਨੈਕਸਟ ਹੈਗਾ ਸੁਤੰਤਰ ਮੈਂਬਰ। ਭਾਰਤ ਵਿੱਚ ਅਨੇਕਾਂ ਦਲਾਂ ਦੇ ਹੁੰਦੇ ਹੋਏ ਵੀ ਸੰਸਦ ਅਤੇ ਪ੍ਰਾਂਤੀ ਵਿਧਾਨ ਸਭਾ ਵਿੱਚ ਸੁਤੰਤਰ ਮੈਂਬਰ ਦੀ ਸੰਖਿਆ ਬਹੁਤ ਪਾਈ ਜਾਂਦੀ ਹੈ, ਯਾਨੀ ਕਿ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੁੰਦੇ। ਇੰਨੀਆਂ ਜ਼ਿਆਦਾ ਪੋਲੀਟੀਕਲ ਪਾਰਟੀਆਂ ਹੋਣ ਦੇ ਬਾਵਜੂਦ ਵੀ ਜਦੋਂ ਕਿਸੇ ਉਮੀਦਵਾਰ ਨੂੰ ਆਪਣੀ ਪਾਰਟੀ ਵੱਲੋਂ ਚੋਣ ਲੜਨ ਵਾਸਤੇ ਟਿਕਟ ਨਹੀਂ ਮਿਲਦੀ ਤਾਂ ਉਹ ਆਜ਼ਾਦ ਉਮੀਦਵਾਰ ਖੜਾ ਹੋ ਜਾਂਦਾ, ਵੋਟਾਂ ਵਿੱਚ ਖੜਾ ਹੋ ਜਾਂਦਾ। ਕਹਿੰਦਾ ਜਿਹੜਾ ਰਾਸ਼ਟਰੀ ਰਾਜਨੀਤਿਕ ਦਲਾਂ ਦੀ ਘੱਟ ਸੰਖਿਆ, ਉਹਦੇ ਵਿੱਚ ਕਿੰਨੇ ਦਲ ਪਾਏ। ਕਈ ਵਾਰੀ ਕੁਐਸਚਨ ਐਵੇਂ ਵੀ ਹੁੰਦਾ ਜੀ ਕਿ ਭਾਰਤ ਵਿੱਚ ਕਿੰਨੇ ਦਲ ਪਾਏ ਜਾਂਦੇ, ਰਾਸ਼ਟਰੀ ਦਲ ਕਿੰਨੇ ਨੇ। ਰਾਸ਼ਟਰੀ ਕਾਂਗਰਸ, ਸਾਮਵਾਦੀ ਦਲ, ਭਾਰਤੀ ਸਾਮਵਾਦੀ ਦਲ ਮਾਰਕਸਵਾਦੀਆਂ ਦਾ, ਭਾਰਤੀ ਜਨਤਾ ਪਾਰਟੀ, ਜਨਤਾ ਦਲ, ਇਹ 4 ਦਲ ਪਾਏ ਜਾਂਦੇ ਜੀ। ਵਿਅਕਤੀ ਦਾ ਮਹੱਤਵ, ਇਹਦੇ ਵਿੱਚ ਵਿਅਕਤੀ ਨੂੰ ਮਹੱਤਵ ਦਿੱਤਾ ਗਿਆ। ਕਈ ਵਾਰੀ ਕੀ ਹੁੰਦਾ ਕਿ ਕੋਈ ਜਿਹੜਾ ਪਾਰਟੀ ਦਾ ਨੇਤਾ ਨਾ ਕੋਈ ਇਸ ਤਰ੍ਹਾਂ ਦੇ ਕੰਮ ਕਰ ਜਾਂਦਾ ਵਾ ਕਿ ਜਿਹਦੇ ਨਾਲ ਉਹਦੇ ਇਕੱਲਾ ਹੀ ਵਿਅਕਤੀਤਵ, ਉਹਦਾ ਆਪਣਾ ਹੀ ਵਿਅਕਤੀਤਵ ਉੱਭਰ ਕੇ ਸਾਹਮਣੇ ਆਉਂਦਾ ਤੇ ਉਹ ਵਿਅਕਤੀ ਜਿਹੜਾ ਮਹੱਤਵ ਹੋ ਜਾਂਦਾ। ਜਿਵੇਂ ਹੁਣ ਪੰਡਿਤ ਜਵਾਹਰ ਲਾਲ ਨਹਿਰੂ ਸੀ, ਉਹਨਾਂ ਨੇ ਇੰਨੇ ਵਧੀਆ ਕੰਮ ਕੀਤੇ, ਉਹਨਾਂ ਦੇ ਕੰਮ ਜਿਹੜੇ ਸੀ ਬੜੇ ਸਲਾਹੁਣਯੋਗ ਸੀਗੇ,
ਤੇ ਉਹਨਾਂ ਦੀ ਜਿਹੜਾ ਵਿਅਕਤੀਤਵ ਉਹ ਇੱਕ ਵਿਅਕਤੀ ਦੇ ਤੌਰ ਤੇ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੋਏ, ਯਾਨੀ ਕਿ ਉਹਨਾਂ ਦਾ ਵਿਅਕਤੀ ਦੇ ਤੌਰ ਤੇ ਮਹੱਤਵ ਵਧਿਆ, ਪਾਰਟੀ ਦਾ ਨਹੀਂ ਮਹੱਤਵ ਵਧਿਆ, ਭਾਵੇਂ ਉਹ ਕਾਂਗਰਸ ਪਾਰਟੀ ਨਾਲ ਰਿਲੇਟਡ ਸੀ, ਬਟ ਜਦੋਂ ਵੀ ਕੋਈ ਕਹਿੰਦਾ ਕਿ ਕਹਿੰਦੇ ਜਵਾਹਰ ਲਾਲ ਨਹਿਰੂ ਦਾ ਰਾਜ ਬਹੁਤ ਵਧੀਆ ਸੀ, ਇਸ ਤਰ੍ਹਾਂ ਉਹਦਾ ਜਿਹੜਾ ਇਹ ਵਿਅਕਤੀ ਨੂੰ ਵੀ ਮਹੱਤਵ ਮਿਲਦਾ। ਜਿਹੜਾ ਇਨਸਾਨ ਆਪਣੀ ਪਾਰਟੀ ਵਿੱਚ ਜਾ ਕੇ ਵਧੀਆ ਕੰਮ ਕਰਦਾ ਤੇ ਉਸ ਵਿਅਕਤੀ ਨੂੰ ਵੀ ਮਹੱਤਵ ਮਿਲਦਾ। ਜਿਵੇਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਥੋੜੇ ਸਮੇਂ ਵਿੱਚ ਹੀ ਆਪਣੇ ਨਾਮ ਅਤੇ ਕੰਮਾਂ ਨੂੰ ਚਾਰ ਚੰਨ ਲਗਾ ਦਿੱਤੇ ਸੀ। ਨੈਕਸਟ ਆ ਜਾਓ, ਜਨਤਾ ਦੇ ਨਾਲ ਘੱਟ ਸੰਪਰਕ। ਜਿਹੜੇ ਭਾਰਤੀ ਦਲ ਪ੍ਰਣਾਲੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਇਹ ਜਨਤਾ ਨਾਲ ਸੰਪਰਕ ਨਹੀਂ ਬਣਾ ਕੇ ਰੱਖਦੇ। ਭਾਰਤ ਵਿੱਚ ਕਈ ਦਲ ਤਾਂ ਬਰਸਾਤੀ ਹਨ, ਯਾਨੀ ਕਿ ਕਈ ਦਲ ਉੱਠਦੇ ਜ਼ਰੂਰ ਨੇ, ਬਟ ਕਹਿੰਦੇ ਕਿ ਜਦੋਂ ਚੋਣਾਂ ਆਉਂਦੀਆਂ ਨੇ ਤੇ ਡੱਡੂਆਂ ਮੱਛੀਆਂ ਵਾਂਗ, ਜਿਸ ਤਰ੍ਹਾਂ ਬਰਸਾਤਾਂ ਵਿੱਚ ਡੱਡੂਆਂ ਮੱਛੀਆਂ ਲੁਕ ਜਾਂਦੇ, ਉਸ ਤਰ੍ਹਾਂ ਇਹ ਵੀ ਲੁਕ ਜਾਂਦੇ, ਗਾਇਬ ਹੋ ਜਾਂਦੇ ਆ। ਕੁਝ ਦਲ ਬਣਦੇ ਜ਼ਰੂਰ ਆ, ਬਟ ਉਹ ਚੋਣਾਂ ਤੱਕ ਖਤਮ ਹੋ ਜਾਂਦੇ। ਰਾਜਨੀਤਿਕ ਦਲਾਂ ਵਿੱਚ ਸਿਧਾਂਤਹੀਨ ਸਮਝੌਤੇ। ਕਹਿੰਦਾ ਰਾਜਨੀਤਿਕ ਦਲਾਂ ਵਿੱਚ ਜਿੰਨੇ ਵੀ ਸਮਝੌਤੇ ਹੁੰਦੇ ਆ ਉਹ ਆਪਣੇ ਸਵਾਰਥਾਂ ਦੀ ਪੂਰਤੀ ਕਰਕੇ ਹੁੰਦੇ ਆ। ਉਹਨਾਂ ਦਾ ਕੋਈ ਸਿਧਾਂਤ ਨਹੀਂ ਹੁੰਦਾ, ਉਹ ਸਰਵਜਨਕ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ ਨਹੀਂ ਆਪਣੇ ਸਮਝੌਤੇ ਕਰਦੇ। ਰਾਜਨੀਤਿਕ ਦਲਾਂ ਵੱਲੋਂ ਕਾਲੇ ਧਨ ਦਾ ਅਯੋਗ। ਚੋਣਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ, ਇਸ ਲਈ ਚੋਣਾਂ ਹੁਣ ਵਿਅਰਥ ਹੋ ਗਈਆਂ ਹਨ। ਰਾਜਨੀਤਿਕ ਦਲ ਵੱਡੀਆਂ ਵੱਡੀਆਂ ਕੰਪਨੀਆਂ ਤੇ ਪੂੰਜੀਪਤੀਆਂ ਦਾ ਧਨ ਇਕੱਠਾ ਕਰਦੇ ਹਨ। ਬਦਲੇ ਵਿੱਚ ਇਹ ਮਾਰਗ ਸ਼ਾਸਨ ਅਤੇ ਰਾਜਨੀਤਿਕ ਦਲਾਂ ਕੋਲੋਂ ਵਧੇਰੇ ਲਾਭ ਉਠਾਉਂਦੇ ਹਨ। ਸਰਕਾਰ ਵੱਲੋਂ ਕੰਪਨੀਆਂ ਤੇ ਰਾਜਨੀਤਿਕ ਦਲਾਂ ਨੂੰ ਚੰਦਾ ਦੇਣ ਤੇ ਰੋਕ ਲਗਾਉਣ ਦਾ ਵੀ ਕੋਈ ਅਸਰ ਨਹੀਂ ਪੈਂਦਾ। ਹੁਣ ਉਹ ਕਾਲਾ ਧਨ ਰਾਜਨੀਤਿਕ ਦਲਾਂ ਦੇ ਚੰਦੇ ਦੇ ਰੂਪ ਵਿੱਚ ਦਿੰਦੇ ਹਨ। ਫਲਸਰੂਪ ਇਮਾਨਦਾਰ ਪਰ ਸਾਧਨਹੀਨ ਵਿਅਕਤੀ ਚੋਣਾਂ ਲੜਨ ਦੀ ਗੱਲ ਸੋਚ ਵੀ ਨਹੀਂ ਸਕਦਾ। ਹੁੰਦਾ ਕੀ ਹੈ ਕਿ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਜਾਂ ਵੱਡੇ ਵੱਡੇ ਅਮੀਰ ਲੋਕ ਹੁੰਦੇ, ਉਹ ਇਹਨਾਂ ਜਦੋਂ ਚੋਣਾਂ ਹੁੰਦੀਆਂ ਨਾ, ਇਹਨਾਂ ਨੇ ਰਾਜਨੀਤਿਕ ਦਲਾਂ ਨੂੰ ਨਾ ਪੈਸੇ ਦਿੰਦੇ ਆ ਖਰਚੇ ਵਾਸਤੇ, ਜਿੰਨਾ ਵੀ ਵੋਟਾਂ ਦੇ ਦੌਰਾਨ ਖਰਚਾ ਹੁੰਦਾ। ਔਰ ਬਾਅਦ ਵਿੱਚ ਜਦੋਂ ਇਹਨਾਂ ਦੀ ਕੋਈ ਪਾਰਟੀ ਜਿੱਤ ਜਾਂਦੀ ਤੇ ਉਹਨਾਂ ਦੇ ਕੋਲੋਂ ਇਹ ਕੰਪਨੀਆਂ ਜਾਂ ਜਿਹੜੇ ਪੂੰਜੀਪਤੀ ਨੇ ਆਪਣੇ ਹੱਕ ਦੇ ਵਿੱਚ ਕਈ ਤਰ੍ਹਾਂ ਦੇ ਗਲਤ ਫੈਸਲੇ ਵੀ ਕਰਵਾਉਂਦੇ ਨੇ, ਯਾਨੀ ਕਿ ਕੰਮ ਲੈਂਦੇ ਇਹਨਾਂ ਕੋਲੋਂ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਤੇ ਚੋਣ ਲੜ ਹੀ ਨਹੀਂ ਸਕਦਾ। ਰਾਜਨੀਤਿਕ ਦਲਾਂ 'ਚ ਸੇਵਾ ਭਾਵਨਾ ਦਾ ਅਹਿਸਾਸ। ਕਹਿੰਦਾ ਜਿਹੜੇ ਰਾਜਨੀਤਿਕ ਦਲ ਆ ਇਹ ਸਿਰਫ ਆਪਣੀ ਕੁਰਸੀ ਕਰਕੇ ਲੜਦੇ ਨੇ, ਇਹਨਾਂ ਦੇ ਵਿੱਚ ਕੋਈ ਦੇਸ਼ ਵਾਸਤੇ ਸੇਵਾ ਭਾਵਨਾ ਨਹੀਂ ਹੁੰਦੀ, ਇਹਨਾਂ ਨੇ ਸਿਰਫ ਕੁਰਸੀ ਲੈਣੀ ਹੁੰਦੀ ਆ ਔਰ ਸੱਤਾ ਤੇ ਆਪਣਾ ਅਧਿਕਾਰ ਜਮਾਉਣਾ ਹੁੰਦਾ, ਇਸ ਕਰਕੇ ਚੋਣਾਂ ਲੜਦੇ। ਹੁਣ ਇਹਨਾਂ ਦੇ ਕੰਮ ਕਿਹੜੇ ਕਿਹੜੇ ਨੇ, ਭੂਮਿਕਾ ਕੀ ਆ ਰਾਜਨੀਤੀ ਵਿੱਚ। ਸਭ ਤੋਂ ਪਹਿਲੇ ਜਨਮਤ ਦਾ ਨਿਰਮਾਣ ਕਰਨਾ, ਜਨਤਾ ਨੂੰ ਆਪਣੇ ਹੱਕ ਵਿੱਚ ਕਰਨਾ। ਕਹਿੰਦਾ ਕਿ ਇਹ ਆਪਣੇ ਹੱਕ ਵਿੱਚ ਜਨਤਾ ਨੂੰ ਜਲਦੀ ਕਰ ਲੈਂਦੇ, ਕਿਉਂਕਿ ਭਾਰਤ ਦੀ ਜਨਤਾ ਜ਼ਿਆਦਾ ਅਨਪੜ੍ਹ ਆ, ਉਹ ਸੋਚਦੀ ਨਹੀਂ ਆ ਔਰ ਬਿਨਾਂ ਸੋਚੇ ਸਮਝੇ ਇਹਨਾਂ ਨੂੰ ਵੋਟ ਪਾ ਦਿੰਦੀ ਹੈ। ਔਰ ਜਨਮਤ ਦਾ ਨਿਰਮਾਣ ਕਰਨ ਵਿੱਚ ਇਹਨਾਂ ਨੂੰ ਸੌਖ ਹੁੰਦੀ ਆ। ਚੋਣਾਂ ਲੜਨੀਆਂ। ਭਾਰਤ ਵਿੱਚ ਅਪਰਤੱਖ ਲੋਕਤੰਤਰ ਦੀ ਸਥਾਪਨਾ ਕੀਤੀ ਗਈ। ਇਸ ਪ੍ਰਣਾਲੀ ਵਿੱਚ ਸ਼ਾਸਨ ਵੱਲੋਂ ਚੁਣੇ ਪ੍ਰਤੀਨਿਧੀਆਂ ਵੱਲੋਂ ਚਲਾਇਆ ਜਾਂਦਾ, ਕਿ ਜਿਹੜੇ ਲੋਕਾਂ ਦੁਆਰਾ ਚੁਣੇ ਗਏ ਪ੍ਰਤੀਨਿਧੀ ਉਹ ਸ਼ਾਸਨ ਕਰਦੇ ਆ। ਔਰ ਜਿਹੜੇ ਰਾਜਨੀਤਿਕ ਦਲ ਨੇ ਆਪਣੇ ਆਪਣੇ ਖੇਤਰ ਵਿੱਚ ਉੱਥੋਂ ਦਾ ਉਮੀਦਵਾਰ ਖੜਾ ਕਰਦੇ ਆ ਔਰ ਉਹਨੂੰ ਸਫਲ ਬਣਾਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰਦੇ ਆ ਔਰ ਉਹਨਾਂ ਦੇ ਨਾਲ ਜਾ ਕੇ ਜਨਤਾ ਵਿੱਚ ਪ੍ਰਚਾਰ ਕਰਦੇ ਨੇ। ਸਰਕਾਰ ਬਣਾਉਣੀ। ਜਿਸ ਰਾਜਨੀਤਿਕ ਦਲ ਨੂੰ ਚੋਣਾਂ ਵਿੱਚ ਬਹੁਮਤ ਪ੍ਰਾਪਤ ਹੋ ਜਾਂਦਾ ਹੈ ਉਹ ਸਰਕਾਰ ਦਾ ਨਿਰਮਾਣ ਕਰਦਾ ਹੈ। ਜਿਵੇਂ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਊਗਾ ਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣ ਜਾਊਗਾ। ਜੇਕਰ ਬੀਜੇਪੀ ਨੂੰ ਬਹੁਮਤ ਪ੍ਰਾਪਤ ਹੋਇਆ ਜਿਵੇਂ ਤੇ ਬੀਜੇਪੀ ਦਾ ਪ੍ਰਧਾਨ ਮੰਤਰੀ ਬਣ ਜਾਊਗਾ। ਵਿਧਾਨ ਮੰਡਲ ਵਿੱਚ ਅਨੁਸ਼ਾਸਨ ਸਥਾਪਿਤ ਕਰਨਾ। ਕਹਿੰਦਾ ਵਿਧਾਨ ਮੰਡਲ ਦੇ ਮੈਂਬਰ ਬਿਨਾਂ ਕਿਸੇ ਅਗਵਾਈ ਅਤੇ ਸੰਗਠਨ ਦੇ ਸੁਚਾਰੂ ਰੂਪ ਨਾਲ ਕੰਮ ਨਹੀਂ ਕਰਦੇ ਅਤੇ ਇਹ ਅਗਵਾਈ ਉਹਨਾਂ ਨੂੰ ਰਾਜਨੀਤਿਕ ਦਲਾਂ ਵੱਲੋਂ ਹੀ ਪ੍ਰਦਾਨ ਕੀਤੀ ਜਾਂਦੀ ਹੈ। ਨੈਕਸਟ, ਲੋਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਨਾ। ਹਾਂ, ਇਹਨਾਂ ਦਾ ਕੰਮ ਕੀ, ਲੋਕਾਂ ਨੂੰ ਸਮੇਂ-ਸਮੇਂ ਤੇ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਨਾ। ਯਾਨੀ ਕਿ ਹਰੇਕ ਦਲ ਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਆਪਣੇ ਦ੍ਰਿਸ਼ਟੀਕੋਣ ਨਾਲ ਵਿਚਾਰ ਕਰਦਾ ਹੈ, ਉਹਨਾਂ ਦੇ ਹੱਲ ਲਈ ਤਰੀਕੇ ਨਿਸ਼ਚਿਤ ਕਰਦਾ ਹੈ। ਉਸ ਤੋਂ ਬਾਅਦ ਹਰੇਕ ਦਲ ਆਪਣੇ ਦ੍ਰਿਸ਼ਟੀਕੋਣ ਦਾ ਲੋਕਾਂ ਵਿੱਚ ਪ੍ਰਚਾਰ ਕਰਦਾ ਹੈ
ਜਿਸ ਨਾਲ ਜਨਤਾ ਨੂੰ ਇਹ ਪਤਾ ਲੱਗਦਾ ਹੈ ਕਿ ਦੇਸ਼ ਦੇ ਸਾਹਮਣੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹਨ ਔਰ ਇਹਨਾਂ ਦਾ ਹੱਲ ਕੀ ਹੋਊਗਾ। ਕਿਉਂਕਿ ਅਨਪੜ੍ਹ ਲੋਕ ਜਿਹੜੇ ਅਖਬਾਰਾਂ ਨਹੀਂ ਪੜ੍ਹਦੇ ਤੇ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਪਤਾ ਨਹੀਂ ਹੁੰਦਾ, ਤੇ ਇਹ ਜਿਹੜੇ ਨੇਤਾ ਆਪਣੇ ਪ੍ਰਚਾਰ ਵਿੱਚ ਜਾਂ ਆਪਣੇ ਭਾਸ਼ਣ ਵਿੱਚ ਜਨਤਾ ਨੂੰ ਦੇਸ਼ ਵਿੱਚ ਚੱਲ ਰਹੀਆਂ ਸਮੱਸਿਆਵਾਂ ਬਾਰੇ ਨਿਰਮਾਣ ਕਹਿੰਦਾ ਕਿ ਜੇਕਰ ਰਾਜਨੀਤਿਕ ਦਲ ਚੋਣਾਂ ਵਿੱਚ ਹਾਰ ਜਾਂਦਾ ਉਹ ਵਿਰੋਧੀ ਦਲ ਦਾ ਨਿਰਮਾਣ ਕਰਦਾ, ਯਾਨੀ ਕਿ ਜੇਕਰ ਜਿਹੜਾ ਦਲ ਹਾਰ ਜਾਂਦਾ ਔਰ ਜਿਹੜਾ ਦੂਸਰਾ ਦਲ ਜਿੱਤ ਜਾਂਦਾ ਉਹ ਹਮੇਸ਼ਾ ਉਹਦੀ ਹੀ ਆਲੋਚਨਾ ਕਰਦਾ ਰਹਿੰਦਾ ਫਿਰ 5 ਸਾਲ। ਉਹਨੂੰ ਹੋਰ ਕੋਈ ਕੰਮ ਨਹੀਂ ਹੁੰਦਾ, ਉਹਨੇ ਉਸ ਸਰਕਾਰ ਦੀ ਕੋਈ ਪ੍ਰਸ਼ੰਸਾ ਕਦੀ ਨਹੀਂ ਕਰਨੀ, ਭਾਵੇਂ ਉਹ ਸਰਕਾਰ ਵਿਰੋਧੀ ਦਲ ਦੀ ਸਰਕਾਰ ਜਿੰਨਾ ਮਰਜ਼ੀ ਵਧੀਆ ਕੰਮ ਕਰਦੀ ਹੋਵੇ। ਜਿਹੜਾ ਦਲ ਹਾਰ ਜਾਂਦਾ ਉਹ ਹਮੇਸ਼ਾ ਹੀ ਉਹਦੀ ਆਲੋਚਨਾ ਹੀ ਕਰਦਾ ਰਹਿੰਦਾ। ਜਨਤਾ ਤੇ ਸਰਕਾਰ ਵਿੱਚ ਕੜੀ ਦਾ ਕੰਮ, ਜਿਹੜੇ ਰਾਜਨੀਤਿਕ ਦਲ ਹੁੰਦੇ ਨੇ ਇਹ ਜਨਤਾ ਤੇ ਸਰਕਾਰ ਵਿੱਚ ਇੱਕ ਕੜੀ ਦਾ ਕੰਮ ਕਰਦੇ ਨੇ। ਉਹ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਦਾ ਜਨਤਾ ਵਿੱਚ ਖੂਬ ਪ੍ਰਚਾਰ ਕਰਦੇ ਹਨ, ਇਸ ਸੰਬੰਧੀ ਉਹਨਾਂ ਨੂੰ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ ਰਾਜਨੀਤਿਕ ਦਲ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਰਾਜਨੀਤਿਕ ਦਲ ਸਰਕਾਰ ਦੇ ਕਾਨੂੰਨਾਂ ਅਤੇ ਨੀਤੀਆਂ ਦਾ ਗਹਿਰਾ ਅਧਿਐਨ ਕਰਦੇ ਹਨ ਔਰ ਸਰਕਾਰ ਦੀਆਂ ਇੱਛਾਵਾਂ ਤੇ ਬੁਰਾਈਆਂ ਨੂੰ ਜਨਤਾ ਦੇ ਸਾਹਮਣੇ ਰੱਖਦੇ। ਜਨਤਾ ਤੇ ਸਰਕਾਰ ਨੂੰ ਇੱਕ ਦੂਜੇ ਦੇ ਨਜ਼ਦੀਕ ਲਿਆਉਂਦੇ। ਅੱਗੇ ਹੈਗਾ ਨੰਬਰ 8, ਦਲ ਸਰਕਾਰ ਦੇ ਵੱਖ-ਵੱਖ ਅੰਗਾਂ ਵਿੱਚ ਸਹਿਯੋਗ ਸਥਾਪਿਤ ਕਰਦੇ। ਜਿਹੜੇ ਦਲ ਸਰਕਾਰ ਦੇ ਜਿਹੜੇ 3 ਅੰਗ ਹੁੰਦੇ ਨੇ ਉਹਨਾਂ ਦੇ ਵਿੱਚ ਸਹਿਯੋਗ ਪੈਦਾ ਕਰਦੇ, ਯਾਨੀ ਕਿ ਕਾਰਜਪਾਲਿਕਾ, ਵਿਧਾਨਪਾਲਿਕਾ ਔਰ ਨਿਆਂਪਾਲਿਕਾ। ਨੰਬਰ 9 ਹੈਗਾ ਵਾ ਸ਼ਾਂਤੀਪੂਰਕ ਢੰਗ ਨਾਲ ਸਰਕਾਰ ਵਿੱਚ ਪਰਿਵਰਤਨ। ਕਹਿੰਦਾ ਰਾਜਨੀਤਿਕ ਦਲ ਦੇਸ਼ ਵਿੱਚ ਸਰਕਾਰ ਦਾ ਸ਼ਾਂਤੀਪੂਰਕ ਢੰਗ ਨਾਲ ਪਰਿਵਰਤਨ ਸੰਭਵ ਬਣਾਉਂਦੇ ਹਨ। ਸੰਕਟ ਦੀ ਸਥਿਤੀ ਦੌਰਾਨ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਸਰਕਾਰ ਨੇ ਲੋਕਾਂ ਦੇ ਅਤਿਆਚਾਰ ਕੀਤੇ ਤਾਂ 1977 ਦੀਆਂ ਚੋਣਾਂ ਵਿੱਚ ਲੋਕਾਂ ਨੇ ਉਸ ਨੂੰ ਹਰਾ ਕੇ ਜਨਤਾ ਪਾਰਟੀ ਦੇ ਹੱਥਾਂ ਵਿੱਚ ਸੱਤਾ ਸੌਂਪ ਦਿੱਤੀ, ਯਾਨੀ ਕਿ ਰਾਜਨੀਤਿਕ ਦਲ ਜਿਹੜਾ ਬਦਲ ਗਿਆ ਤੇ ਉਹਦੀ ਸਰਕਾਰ ਬਣ ਗਈ। ਜਦੋਂ ਜਨਤਾ ਪਾਰਟੀ ਆਪਣੀ ਫੁੱਟ ਦੇ ਕਾਰਨ ਦੇਸ਼ ਨੂੰ ਸਥਾਈ ਸਰਕਾਰ ਨਾ ਦੇ ਸਕੀ ਤੇ 1980 ਦੀਆਂ ਚੋਣਾਂ ਵਿੱਚ ਜਨਤਾ ਨੇ ਉਸਦੇ ਵਿਰੁੱਧ ਮਤਦਾਨ ਕਰਕੇ ਉਸਨੂੰ ਹਟਾ ਦਿੱਤਾ। ਇਸ ਤਰ੍ਹਾਂ ਇਹ ਪਰਿਵਰਤਨ ਰੂਪ ਸ਼ਾਂਤਮਈ ਤਰੀਕੇ ਨਾਲ ਹੋਇਆ। ਕੇਂਦਰ ਅਤੇ ਇਕਾਈਆਂ ਵਿੱਚ ਤਾਲਮੇਲ, ਜਿਹੜੇ ਰਾਜਨੀਤਿਕ ਦਲ ਹੁੰਦੇ ਆ ਨਾ ਇਹ ਕੇਂਦਰ ਤੇ ਜਿਹੜੀਆਂ ਇਕਾਈਆਂ ਮੀਨਸ ਕਿ ਸਾਡੇ ਜਿਹੜੇ ਹੈਗੇ ਨੇ ਸਟੇਟ, ਰਾਜ, ਸੂਬੇ, ਇਹਨਾਂ ਦੇ ਵਿੱਚ ਤਾਲਮੇਲ ਬਿਠਾਉਂਦੇ ਨੇ, ਕਿਉਂਕਿ ਇਹਨਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਆ। ਕੇਂਦਰ ਅਤੇ ਪ੍ਰਾਂਤਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਆ। ਸ਼ਕਤੀਆਂ ਦੀ ਵੰਡ ਹੋਣ ਨਾਲ ਕਈ ਵਾਰ ਕੇਂਦਰ ਅਤੇ ਪ੍ਰਾਂਤਾਂ ਵਿੱਚ ਤਣਾਅਪੂਰਨ ਸਥਿਤੀ ਪੈਦਾ ਹੋ ਜਾਂਦੀ ਹੈ। ਸਾਡੇ ਦੇਸ਼ ਵਿੱਚ ਰਾਜਨੀਤਿਕ ਦਲਾਂ ਨੇ ਹਮੇਸ਼ਾ ਇਸ ਗਤੀਰੋਧ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ ਔਰ ਸਾਡੇ ਦੇਸ਼ ਦੇ ਕੁਝ ਪ੍ਰਾਂਤ ਕਾਫੀ ਸਮੇਂ ਤੋਂ ਇਹ ਮੰਗ ਕਰ ਰਹੇ ਹਨ ਕਿ ਪ੍ਰਾਂਤਾਂ ਦੀਆਂ ਸ਼ਕਤੀਆਂ ਵਿੱਚ ਵਾਧਾ ਕੀਤਾ ਜਾਵੇ। ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਤਾਂ ਹੀ ਬਣੀ ਰਹਿ ਸਕਦੀ ਹੈ ਜਦੋਂ ਕੇਂਦਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਆਪਸ ਵਿੱਚ ਤਾਲਮੇਲ ਨੂੰ ਬਣਾਈ ਰੱਖਣ ਤਾਂ ਰਾਸ਼ਟਰ ਦੇ ਹਿੱਤ ਵਿੱਚ ਕੰਮ ਕਰਨ। ਸਾਰੇ ਰਾਜਨੀਤਿਕ ਦਲਾਂ ਦਾ ਇਹੀ ਮੁੱਖ ਉਦੇਸ਼ ਹੁੰਦਾ। ਸਮਾਜਿਕ ਤੇ ਆਰਥਿਕ ਸੁਧਾਰ, ਹਾਂ ਜਿਹੜੇ ਰਾਜਨੀਤਿਕ ਦਲ ਨੇ ਇਹ ਲੋਕਾਂ ਦਾ ਸਮਾਜਿਕ ਤੇ ਆਰਥਿਕ ਸੁਧਾਰ ਕਰਦੇ ਨੇ, ਯਾਨੀ ਕਿ ਪੁਰਾਣੇ ਰੀਤੀ ਰਿਵਾਜ ਜਿਹੜੇ ਕਿ ਰੂੜੀਵਾਦੀ ਸੋਚ ਹੁੰਦੀ ਉਹਨੂੰ ਖਤਮ ਕਰਦੇ ਨੇ ਔਰ ਉਹਨੂੰ ਖਤਮ ਕਰਨ ਵਾਸਤੇ ਨਵੇਂ ਕਾਨੂੰਨ ਵੀ ਬਣਾਉਂਦੇ ਨੇ। ਹੁਣ ਇਹਦੇ ਵਿੱਚ ਉਹਨਾਂ ਨੇ ਨਾ ਪੇਜ ਨੰਬਰ 265 ਤੇ ਰਾਜਨੀਤਿਕ ਦਲ ਦਿੱਤੇ ਆ, ਜਿਵੇਂ ਭਾਰਤੀ ਰਾਸ਼ਟਰੀ ਕਾਂਗਰਸ, ਇਹਦਾ ਨਹੀਂ ਆਪਾਂ ਡਿਟੇਲ ਕਰਾਂਗੇ, ਸਿਰਫ ਇਹਨਾਂ ਦੇ ਨਾਮ ਹੀ ਯਾਦ ਕਰਨੇ। ਭਾਰਤੀ ਜਨਤਾ ਪਾਰਟੀ, ਸਭ ਤੋਂ ਪੁਰਾਣੀ ਜਿਹੜੀ ਪਾਰਟੀ ਹੈਗੀ ਉਹ ਕਾਂਗਰਸ ਜੇ, ਸੰਸਦ ਦੀ ਪਾਰਟੀ ਜਿਹੜੀ ਉਹ ਕਾਂਗਰਸ ਸਭ ਤੋਂ ਪੁਰਾਣੀ, ਜੇਕਰ ਕੋਈ ਕੁਐਸਚਨ ਇਸ ਤਰ੍ਹਾਂ ਦਾ ਆ ਜੇ। ਉਸ ਤੋਂ ਬਾਅਦ ਭਾਰਤੀ ਸਾਮੰਤਵਾਦੀ ਦਲ, ਉਸ ਤੋਂ ਅੱਗੇ ਹੈਗਾ ਭਾਰਤੀ ਖੇਤਰੀ ਰਾਜਨੀਤਿਕ ਦਲ, ਜਿਵੇਂ ਕਿ ਹਰ ਇੱਕ ਖੇਤਰ ਦਾ ਆਪਣਾ ਰਾਜਨੀਤਿਕ ਦਲ ਹੈ। ਜਿਵੇਂ ਪੰਜਾਬ ਦੇ ਵਿੱਚ ਹੀ 3 ਦਲ ਨੇ, ਇੱਕ ਹੈਗਾ ਵਾ ਅਕਾਲੀ ਦਲ ਤੇ ਸ਼ਾਇਦ ਇੱਕ ਹੀ ਆ ਪੰਜਾਬ ਦੇ ਵਿੱਚ ਅਕਾਲੀ ਦਲ
और कई आजाद उम्मीदवार भी खड़े हो जाते। जिवें पिछे जे एक बनया सीगा पीपी पार्टी, वो जल्दी होई जिहड़ी मनप्रीत बादल दी, बाद विच जल्दी खत्म हो गई। और द्राविड़ जिस तरह के साउथ वाल भी बहुत सारिया भारतीय खेतरी राजनीतिक दल है। उस तो अगे एक क्वेश्चन तुहानूं आ सकदा, श्रोमणी अकाली दल बारे दसो, क्योंकि पंजाब विच सब तो उच्ची पार्टी यही आ श्रोमणी अकाली दल। ਇਹਦਾ एक गुट ਜਿਹੜਾ दिल्ली आ ते एक गुट छोटा ਜਿਹਾ हरियाणा ਵਿੱਚ भी है। अकाली दल पंजाब विच श्री सिमरनजीत सिंह मान की अगवाई वाला अकाली दल मान, श्रोमणी अकाली दल बादल, यानी कि अकाली दल तीन जे। सिमरनजीत सिंह मान अकाली दल, दूसरा बादल ते तीसरा है पंथक अकाली दल। पंजाब की राजनीति में श्रोमणी अकाली दल एक सरगर्म खेतरी राजनीतिक दल तो रहा, पर लगभग हमेशा ही कई गुटां में वंडिया गया। ये दल जिहड़ा सी 1996 तो बाद पंजाब की राजनीति प्रकाश सिंह बादल की अगवाई वाला श्रोमणी अकाली दल वधेरे प्रभावशाली बनया है। ਇਹਦਾ इतिहास पढ़ लांगे ਆਪਾਂ थोड़ा जिहा। ਇਹਦਾ इतिहास सीगा कि जदों 1920 ईस्वी ਵਿੱਚ ਗੁਰਦੁਆਰਿਆਂ ਦੁਆਰਾ ਅੰਦੋਲਨ ਕੀਤਾ ਗਿਆ ਸੀ, ਕਿਉਂਕਿ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਤੇ ਸਿੱਖ ਧਰਮ ਦੇ ਪਵਿੱਤਰ ਗੁਰਦੁਆਰਿਆਂ ਵਿੱਚ ਮਰਿਆਦਾ ਸਥਾਪਿਤ ਕਰਨ ਲਈ ਸ਼ੁਰੂ ਹੋਇਆ ਸੀ। महंत गुरुद्वारिਆਂ ਨੂੰ ਆਪਣੀ ਨਿੱਜੀ ਸੰਪत्ति ਸਮਝਣ ਲੱਗ ਪਏ। ਸਿੱਖ ਧਰਮ ਦੇ ਅਨੁਯਾਈ ਗੁਰੂ ਧਾਮਾਂ ਵਿੱਚ ਗੁਰਦੁਆਰਿਆਂ ਦੀ ਪਰੰਪਰਾਗਤ ਪਵਿੱਤਰਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਸਥਾਪਿਤ ਰੱਖਣਾ ਚਾਹੁੰਦੇ ਸਨ। ਸਿੱਖਾਂ ਨੇ ਗੁਰਦੁਆਰਾ ਅੰਦੋਲਨ ਸ਼ੁਰੂ ਕੀਤਾ, ਜਿਸ ਵਿੱਚ ਇਹਨਾਂ ਉਦੇਸ਼ਾਂ ਦੀ ਪੂਰਤੀ ਲਈ ਉਹਨਾਂ ਨੂੰ ਚੰਗਾ ਸਮਰਥਨ ਮਿਲਿਆ। ਪਰ ਇਸ ਸਰਗਰਮੀ ਦੌਰਾਨ ਉਹਨਾਂ ਦੇ ਰਾਜ ਦੀਆਂ ਕਈ ਖਾਤਮੇ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਣਾ ਪਿਆ, पर सिखा वालों ते भारतीय समाज के होर वर्गां वालों दिते गए बलिदान का चंगा सफल प्राप्त होया। और पंजाब सरकार ने गुरुद्वारे के प्रबंध लई श्रोमणी अकाली दल प्रबंधक कमेटी का गठन किया। ठीक है, SGPC नूं आपां कह सकते हैं। और 24 जनवरी 1921 नूं इनूं जिहड़ी सी श्रोमणी अकाली दल नूं दरेज रस्ता खुलिया, यानी कि उन्होंने हत्थों में गुरुद्वारे की बागडोर जी फड़ा ली। जेकर कई बारी ना क्वेश्चन आता 294 ते आनंदपुर साहिब का प्रस्ताव की सी, इहदे विच उन्हां सिद्धांत लिखिया कि किहड़े प्रस्ताव रखिया गया सी आनंदपुर साहिब का। 2 मार्क्स का क्वेश्चन जे। ਜਿਹੜਾ ਕਿ ਪਾਸ ਨਹੀਂ ਸੀ ਹੋਇਆ। ਇਹਦੇ ਵਿੱਚ ਅਕਾਲੀ ਦਲ ਦੀਆਂ ਕੁਝ ਮੰਗਾਂ ਸੀ, ਪੇਜ ਨੰਬਰ 296 ਤੇ। ਉਹ ਮੰਗਾਂ ਜਿਹੜੀਆਂ ਸੀ ਉਹ ਕੇਂਦਰ ਸਰਕਾਰ ਵੱਲੋਂ ਨਹੀਂ ਪੂਰੀਆਂ ਕੀਤੀਆਂ ਗਈਆਂ। अगे एक होर खेतरी दल है द्राविड़ मुनेत्र कड़गम DMK। ਇਹਦੇ ਬਾਰੇ ਥੋੜਾ ਜਿਹਾ ਪੜ੍ਹ ਲਿਓ, 2 ਮਾਰਕਸ ਚ ਆ ਸਕਦਾ। ਵੈਸੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਜ਼ਿਆਦਾ ਹੁੰਦਾ ਜੇ ਕੁਐਸਚਨ, ਜੇਕਰ 2 ਮਾਰਕਸ ਚ ਆਉਣਾ ਹੋਵੇ ਜਾਂ 10 ਚ ਆਉਣਾ ਹੋਵੇ, ਪੋਲੀਟੀਕਲ ਪਾਰਟੀ ਖੇਤਰੀ ਪਾਰਟੀਆਂ ਦਾ ਜ਼ਿਕਰ ਆਉਣਾ ਹੋਵੇ ਤੇ। ਇਹ ਇੱਥੇ ਤੁਹਾਡੀ ਜਿਹੜੀ ਬੁੱਕ ਆ ਇਹ ਖਤਮ ਹੋ ਜਾਂਦੀ ਆ, ਇੰਡੀਅਨ ਪੋਲੀਟੀਕਲ ਸਿਸਟਮ। ਇਹਦੇ ਸਾਰੇ ਆਪਾਂ ਇੰਪੋਰਟੈਂਟ ਟੌਪਿਕ ਕਰ ਲਏ ਨੇ। ਓਕੇ, ਬਾਏ ਬਾਏ, ਥੈਂਕ ਯੂ।